गुड मॉर्निंग जी सारिਆਂ ਨੂੰ। गुड मॉर्निंग सर। मॉर्निंग। ਅੱਜ ਮੇਰੇ ਖਿਆਲ ਹੈ ਸਾਰਿਆਂ ਨੂੰ ਛੁੱਟੀ ਹੋਏਗੀ ਆਪਾਂ ਨੂੰ। ਅੱਜ ਮੇਰੀ ਵੀ ਕੋਰਟ ਬੰਦ ਹੈਗੀ ਹੈ। I'm also in relax mode. संडे क्लास लगते सर संडे है जी संडे क्लास लगते हाँ जी संडे क्लास लगेगी। संडे का तो ਆਪਾਂ फायदा खटना जरूर। ठीक हाँ जी अदरवाइज तो अपने को लिमिटेड टाइम होता है। सैटरडे संडे तो आप 10-15 मिनट बाद आधा घंटा बाद भी लगा सकते हैं। हमारा सर आपको बड़ी हाँ जी आवाज नहीं आ रही साहब। मैं जी हम देखो आ रही है आवाज? ये आ रही है। आ रही है जी आवाज? हाँ जी। देखो अपना माइक चेक करो जी, स्पीकर चेक करो। हमने संडे की क्लास लगती सर एक ही सेम टाइम जी। हाँ जी लावांगे जी। ठीक है थैंक यू। हाँ जी हाँ जी। ਆਪਾਂ ਥੋੜਾ ਜਿਹਾ ਡਿਟੇਲ ਚ ਡਿਸਕਸ ਕਰ ਲਈਏ ਜੋ ਪਹਿਲਾਂ ਹੁਣ ਤੋਂ ਪਹਿਲਾਂ ਪੜ੍ਹਿਆ ਸੀ, ਤਾਂ ਕਿ ਇਦਾਂ ਨਾ ਹੋਵੇ ਅਸੀਂ ਅੱਗੇ ਅੱਗੇ ਪੜ੍ਹਦੇ ਰਹੀਏ ਤੇ ਪਿੱਛੇ ਭੁੱਲਦੇ ਜਾਈਏ। ਜਿਹੜੇ ਕੁਝ ਇੰਪੋਰਟੈਂਟ ਚੈਪਟਰਸ ਅਸੀਂ ਪਹਿਲਾਂ ਪੜ੍ਹੇ ਹੈ, ਮੈਂ ਥੋੜਾ ਬੈਕ ਤੋਂ ਰਿਵਾਈਜ਼ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਸਾਨੂੰ ਜਵਾਨੀ ਪਤਾ ਹੋਵੇ। ਜੋ ਸਾਨੂੰ ਕੁਐਸਚਨ ਪੇਪਰ ਆਉਂਦਾ ਤਾਂ ਸਾਨੂੰ ਇੰਡੈਕਸ ਲੱਭਣ ਦੀ ਲੋੜ ਨਾ ਪਵੇ, ਅਸੀਂ ਕੜਕ ਉਸੇ ਸੈਕਸ਼ਨ ਤੇ ਪਹੁੰਚੀਏ ਜਿਸ ਦੇ ਬਾਰੇ ਕੁਐਸਚਨ ਐਗਜ਼ਾਮੀਨਰ ਨੇ ਸਾਡੇ ਤੋਂ ਕੁਐਸਚਨ ਪੁੱਛਿਆ। ਕੁਝ ਸੈਕਸ਼ਨਸ ਇੰਪੋਰਟੈਂਟ ਹੁੰਦੀਆਂ ਨੇ ਜਿਹੜੀਆਂ ਕਿ ਸਾਨੂੰ ਜਵਾਨੀ ਟਿਪਸ ਤੇ ਹੋਣੀਆਂ ਚਾਹੀਦੀਆਂ ਨੇ। ਜਿਵੇਂ ਕਿ ਅਸੀਂ ਪਿੱਛੇ ਪੜ੍ਹ ਚੁੱਕੇ ਹਾਂ, ਡੈਫੀਨੇਸ਼ਨ ਕਲਾਸ ਸੀ ਸਾਰੀ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਵਾਰ-ਵਾਰ ਆਪਾਂ ਉਹਦੇ ਬਾਰੇ ਵੈਸੇ ਤੁਸੀਂ ਡਿਟੇਲ 'ਚ ਪੜ੍ਹਦੇ ਰਹੋ ਵਾਰ-ਵਾਰ। ਉਹਦੇ 'ਚ ਨੈਟ ਲੈਟਿੰਗ ਵੈਲਿਊ ਹੈ, ਇੱਕ ਨੈਟ ਅਸੈਟਸ ਹੈ। ਇਹ ਦੋ ਮੇਨ ਵਰਡਸ ਹੈਗੇ ਨੇ। ਨੈਟ ਅਸੈਟਸ ਕੀ ਹੁੰਦੇ ਨੇ? ਨੈਟ ਅਸੈਟਸ ਉਹ ਹੁੰਦੇ ਨੇ ਜਦੋਂ ਅਸੀਂ ਆਪਣੀ ਜਿਹੜੀ ਖੇਤੀਬਾੜੀ ਹੁੰਦੀ ਹੈ ਉਹਦੀ ਜਿਹੜੀ ਪ੍ਰੋਡਿਊਸ ਹੈ ਪੈਦਾ ਕਰਦੇ ਹਾਂ, ਫਸਲ ਪੈਦਾ ਕਰਦੇ ਹਾਂ, ਤੇ ਉਸ ਫਸਲ ਦੇ ਸਾਰੇ ਖਰਚੇ ਕੱਢ ਕੇ ਜੋ ਸਾਡੇ ਕੋਲ ਸਰਪਲਸ ਮਨੀ ਬਚ ਜਾਂਦੀ ਹੈ, ਸਰਪਲਸ ਫਸਲ ਬਚ ਜਾਂਦੀ ਹੈ, ਉਹਨੂੰ ਅਸੀਂ ਨੈਟ ਅਸੈਟਸ ਕਹਿੰਦੇ ਹਾਂ। ਇਸੇ ਤਰ੍ਹਾਂ ਹੀ ਨੈਟ ਵੈਲਿਊ, ਨੈਟ ਲੈਟਿੰਗ ਵੈਲਿਊ ਕੀ ਹੁੰਦੀ ਹੈ? ਨੈਟ ਲੈਟਿੰਗ ਵੈਲਿਊ ਹੁੰਦੀ ਹੈ, ਇਹ ਡੈਫੀਨੇਸ਼ਨ ਕਲਾਸ 'ਚ ਲੈ ਰਹੇ ਜੀ ਮੈਂ ਥੋੜ੍ਹੇ ਜਿਹੇ ਵਰਡਸ ਜਿਹੜੇ ਇੰਪੋਰਟੈਂਟ ਅੱਗੇ ਜਾ ਕੇ ਤੁਹਾਡੇ ਇਹਦੇ ਨਾਲ ਵਾਰ-ਵਾਰ ਯੂਜ਼ ਹੁੰਦੇ ਆ ਇਸ ਸੈਕਟਰ ਦੇ ਵਿੱਚ। ਨੈਟ ਲੈਟਿੰਗ ਵੈਲਿਊ, ਨੈਟ ਲੈਟਿੰਗ ਵੈਲਿਊ ਕੀ ਹੁੰਦੀ ਹੈ? ਜਦੋਂ ਕੋਈ ਜਿਹੜੀ ਪ੍ਰਾਪਰਟੀ ਆ ਉਹ ਮਤਲਬ ਕਿ ਨॉन एग्रीकल्चर लैंड होवे, मे बी रेजिडेंशियल प्रॉपर्टी, मे बी कमर्शियल प्रॉपर्टी, मे बी एनी इंडस्ट्रीयल प्रॉपर्टी, उस प्रॉपर्टी का ਜਿਹੜਾ ਕਿਰਾਇਆ ਹੈਗਾ ਨੈਟ ਲੈਟਿੰਗ ਵੈਲਿਊ ਦੀ ਗੱਲ ਕੀਤੀ ਗਈ ਵੀ ਜਿਹੜਾ ਕਿਰਾਇਆ ਉਹ ਕੀ ਹੋਣਾ ਚਾਹੀਦਾ। ਜੇਕਰ ਕਿਰਾਏ ਦੇ ਸੰਬੰਧੀ ਕਿਤੇ ਡਿਸਪਿਊਟ ਕ੍ਰੀਏਟ ਹੁੰਦਾ ਤਾਂ ਉਹਦੀ ਅਸੈਸਮੈਂਟ ਕਿਰਾਏ ਦੀ ਕਿਵੇਂ ਹੋਣੀ ਹੈ, ਉਸ ਪ੍ਰਾਪਰਟੀ ਦੀ ਜਿਹੜੀ ਲੈਂਡ ਰੈਵਨਿਊ ਦੀ ਅਸੈਸਮੈਂਟ ਕਿਵੇਂ ਹੋਣੀ ਹੈ। ਨੈਟ ਲੈਟਿੰਗ ਵੈਲਿਊ ਜਦੋਂ ਵੀ ਉਸ ਕਿਰਾਏ ਦੇ ਵਿੱਚੋਂ ਸਾਰੇ ਖਰਚੇ ਕੱਢੇ ਜਾਂਦੇ ਨੇ, ਪ੍ਰੋਪਰਟੀ ਟੈਕਸ ਵਗੈਰਾ ਕੱਢਿਆ ਜਾਂਦਾ ਹੈ, ਹੋਰ ਖਰਚੇ ਬਿਜਲੀ ਦੇ ਬਿੱਲ ਵਗੈਰਾ ਕੱਢੇ ਜਾਂਦੇ ਨੇ, ਜਾਂ ਉਸ ਪ੍ਰਾਪਰਟੀ ਦੇ ਉੱਪਰ ਜੋ ਕੋਸਟ ਜੋ ਪ੍ਰਿੰਸੀਪਲ ਅਮਾਊਂਟ ਖਰਚ ਹੋਈ ਸੀਗੀ ਉਸ ਪ੍ਰਾਪਰਟੀ ਦੇ ਉੱਪਰ ਉਸ ਕੰਸਟਰਕਸ਼ਨ ਕਰਨ ਦੇ ਵਿੱਚ ਉਹ ਪ੍ਰਾਪਰਟੀ ਦੇ ਟੋਟਲ ਅਮਾਊਂਟ ਖਰਚ ਹੋਈ ਦਾ ਜਿਹੜਾ ਇੰਟਰਸਟ ਹੈ ਉਹ ਵੀ ਉਸ ਨੈਟ ਲੈਟਿੰਗ ਵੈਲਿਊ ਜੋ ਕੱਢਿਆ ਜਾਂਦਾ ਹੈ। ਇਹ ਸਾਰੇ ਖਰਚੇ ਕੱਢ ਕੇ ਜਿਹੜੀ ਪ੍ਰਾਪਰਟੀ ਜਿਹੜੀ ਕਿਰਾਏ ਦੀ ਬਾਕੀ ਰਾਸ਼ੀ ਬਚ ਜਾਂਦੀ ਹੈ ਉਸ ਨੂੰ ਅਸੀਂ ਨੈਟ ਲੈਟਿੰਗ ਵੈਲਿਊ ਕਹਿੰਦੇ ਹਾਂ। ਫਿਰ ਜੀ ਆ ਜਾਏ, स्पीकर बंद कर लो जी प्लीज। फिर ਅਸੀਂ ਆ ਜਾਂਦੇ ਕਿ ਇੰਪੋਰਟੈਂਟ ਕਲਾਸ ਹੈ ਸਾਡੇ ਇਸ ਲੈਂਡ ਰੈਵਨਿਊ ਐਕਟ ਦੇ ਸੈਕਸ਼ਨ 4। सेक्शन 4 स्पीकर चल रहा है जी, किसी का स्पीकर बंद कर लो प्लीज। ऑनलाइन च डिस्टर्बेंस आती है, फिर सारे दिक्कत आती है। सैक्शन 4 है जी लैंड रेवन्यू एक्ट का। सैक्शन 4 की है? सैक्शन 4 इज वेरी इंपॉर्टेंट की क्वेश्चन आ जाता है 5-7 2-3 नंबर का 4 नंबर का, ਜਾਂ ਇਹ ਸੈਕਸ਼ਨ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ, ਹੋਣੀ ਵੀ ਜ਼ਰੂਰੀ ਹੈ। ਉਹ ਲੈਂਡ ਜਿਹੜੀ ਲਾਲ ਲੋੜੇ ਦੇ ਅੰਦਰ ਹੁੰਦੀ ਹੈ, ਉਹ ਲੈਂਡ ਜਿਹੜੀ ਲਾਲ ਡੋਰੇ ਦੇ ਅੰਦਰ ਹੁੰਦੀ ਹੈ, ਲਾਲ ਕਿਲੇ ਦੇ ਅੰਦਰ, ਜਿਹਨੂੰ ਵਿਲੇਜ ਅਸਟੇਟ ਅਸੀਂ ਕਹਿ ਦਿੰਦੇ ਆ, ਵਿਲੇਜ ਸਾਈਟ ਵੀ ਕਹਿ ਦਿੰਦੇ ਆ। ਕਿਤੇ ਵਿਲੇਜ ਸਾਈਟ ਦਾ ਵਰਡ ਯੂਜ਼ ਕੀਤਾ ਜਾਂਦਾ ਹੈ, ਕਿਤੇ ਰੈੱਡ ਲਾਈਨ ਦੇ ਅੰਦਰ ਪ੍ਰੋਪਰਟੀ ਯੂਜ਼ ਕੀਤਾ ਜਾਂਦਾ ਹੈ।
ਜਿਹੜੀ ਵੀ ਇਹ ਪ੍ਰਾਪਰਟੀਆਂ ਲਾਲ ਲੋਰ ਦੇ ਅੰਦਰ ਹੁੰਦੀਆਂ ਨੇ ਉਹਨੂੰ ਅਸੀਂ ਵਿਲੇਜ ਸਾਈਟ ਕਹਿ ਦਿੰਦੇ ਆ। ਤੇ ਵਿਲੇਜ ਸਾਈਟ ਦੇ ਉੱਪਰ ਜਿਹੜਾ ਇਹ ਲੈਂਡ ਰੈਵਨਿਊ ਐਕਟ ਹੈ ਸਾਰਾ ਉਹ ਐਪਲੀਕੇਬਲ ਨਹੀਂ ਹੁੰਦਾ, ਇਹਦੀ ਲੈਂਡ ਦੀ ਅਸੈਸਮੈਂਟ ਵੀ ਨਹੀਂ ਹੁੰਦੀ। ਠੀਕ ਹੈ ਜੀ। ਅੱਗੇ ਆ ਜਾਂਦਾ ਇੰਪੋਰਟੈਂਟ ਸੈਕਸ਼ਨ ਸੀਗਾ ਕਲਾਸਿਸ ਆਫ ਦਾ ਰੈਵਨਿਊ ਆਫੀਸਰਸ। ਜਦੋਂ ਸਾਡੇ ਤੋਂ ਕਲਾਸਿਸ ਆਫ ਰੈਵਨਿਊ ਆਫੀਸਰ ਦੀ ਗੱਲ ਕਰੀਏ ਪੁੱਛਦੇ ਆ ਤਾਂ ਅਸੀਂ ਸਿੱਧੇ ਸਾਨੂੰ ਸੈਕਸ਼ਨ 6 7 8 9 10 ਤੇ ਪਹੁੰਚਣਾ ਚਾਹੀਦਾ ਹੈ। ਕਲਾਸਿਸ ਆਫ ਦਾ ਰੈਵਨਿਊ ਆਫੀਸਰਸ, ਕਲਾਸਿਸ ਆਫ ਦਾ ਰੈਵਨਿਊ ਆਫੀਸਰਸ ਕਿਹੜੀਆਂ ਹੁੰਦੀਆਂ ਨੇ ਜੀ? ਸੈਕਸ਼ਨ 6 ਦੇ ਵਿੱਚ ਜਿਵੇਂ ਪ੍ਰੋਵਾਈਡ ਕੀਤਾ ਗਿਆ ਸਭ ਤੋਂ ਨੀਚੇ ਅਸਿਸਟੈਂਟ ਕਲੈਕਟਰ ਸੈਕੰਡ ਗ੍ਰੇਡ, ਫਿਰ ਏਸੀ ਫਸਟ ਗ੍ਰੇਡ, ਫਿਰ ਕਲੈਕਟਰ, ਫਿਰ ਕਮਿਸ਼ਨਰ, ਫਿਰ ਫਾਈਨੈਂਸ਼ੀਅਲ ਕਮਿਸ਼ਨਰ। ਤੇ ਅੱਗੇ ਇਹਦੇ ਬਾਰੇ ਵਰਕਿੰਗ ਦੱਸੀ ਗਈ, ਆਪਾਂ ਜ਼ਿਆਦਾ ਡਿਟੇਲ ਚ ਨਹੀਂ ਪੜਾਂਗੇ। ਅੱਗੇ ਕਲਾਸ ਆਉਂਦੀ ਹੈ ਸਾਡੀ ਅਪੀਲ ਰਿਵਿਊ ਰਿਵੀਜ਼ਨ। ਮੇਨ ਇੰਪੋਰਟੈਂਟ ਸੈਕਸ਼ਨਸ ਹੈਗੇ ਜੀ ਅਪੀਲ ਰਿਵਿਊ ਰਿਵੀਜ਼ਨ। ਜੇ ਸਾਨੂੰ ਕੋਈ ਅਪੀਲ ਦੇ ਕੁਐਸਚਨ ਆਉਂਦਾ ਅਸੀਂ ਸਿੱਧੇ 13 ਸੈਕਸ਼ਨ ਚ ਪਹੁੰਚਣਾ ਹੈ। ਅਪੀਲ ਕਿਹਦੀ ਹੁੰਦੀ ਹੈ, ਕਦੋਂ ਹੁੰਦੀ ਹੈ, ਕਿਵੇਂ ਹੁੰਦੀ ਹੈ, ਕਿਹਦੀ ਅਪੀਲ ਹੋ ਸਕਦੀ ਹੈ, ਕਿਹੜੀ ਕੋਰਟ ਚ ਅਪੀਲ ਹੋ ਸਕਦੀ ਹੈ। ਜਿਵੇਂ ਕਿ ਓਰੀਜਨਲ ਆਰਡਰ ਦੀ ਜਿਹੜੀ ਅਪੀਲ ਹੈ ਏਸੀ ਫਸਟ ਦੀ ਤੇ ਏਸੀ ਸੈਕੰਡ ਦੀ, ਜਿਹੜੀ ਨੈਬਸੀਦਾਰ ਤੇ ਜਾਂ ਤਹਿਸੀਲਦਾਰ ਦੇ ਆਰਡਰ ਦੀ ਜਿਹੜੀ ਅਪੀਲ ਹੈ ਉਹ ਹੁੰਦੀ ਹੈ ਜੀ ਕਲੈਕਟਰ ਦੇ ਆਰਡਰ ਦੀ ਅਪੀਲ, ਕਮਿਸ਼ਨਰ ਦੇ ਆਰਡਰ ਦੀ ਅਪੀਲ ਜਿਹੜੀ ਹੁੰਦੀ ਹੈ ਐਫਸੀਆਰ ਦੇ ਹੁੰਦੀ ਹੈ। ਜੇਕਰ ਜ਼ਿਆਦਾ ਡਿਟੇਲ ਚ ਆਪਾਂ ਨਹੀਂ ਪੜਾਂਗੇ ਕਿਉਂਕਿ ਆਪਾਂ ਪੜ੍ਹ ਚੁੱਕੇ ਹਾਂ, ਜੇ ਕਿਸੇ ਨੂੰ ਕੋਈ ਦਿੱਕਤ ਨਹੀਂ ਤਾਂ ਕਿਸੇ ਵੇਲੇ ਵੀ ਪੁੱਛ ਸਕਦਾ ਹੈਗਾ। ਫਿਰ ਇਹਦਾ ਲਿਮਿਟੇਸ਼ਨ ਕਲਾਸ, ਜੇ ਸਾਡੇ ਤੋਂ ਕੋਈ ਪੁੱਛਦਾ ਹੈ ਕਿ ਕਿਸ ਆਰਡਰ ਦੀ ਅਪੀਲ ਦਾ ਸਮਾਂ ਕੀ ਹੈ, ਸਮਾਂ ਮਿਆਦ ਕੀ ਹੈ, ਤਾਂ ਅਸੀਂ ਸਿੱਧੇ ਡਾਇਰੈਕਟ ਜਾ ਕੇ 14 ਸੈਕਸ਼ਨ ਤੇ ਪਹੁੰਚਣਾ ਹੈ ਜੀ। 14 ਜੇ ਮੈਂ ਜਵਾਨੀ ਗੱਲ ਕਰ ਰਿਹਾ ਤੁਹਾਨੂੰ ਵੀ ਜਵਾਨੀ ਇਹ ਸੈਕਸ਼ਨ ਯਾਦ ਹੋਣੀ ਚਾਹੀਦੀਆਂ ਨੇ। 14 ਸੈਕਸ਼ਨ ਤੇ ਪਹੁੰਚਣਾ ਹੈ। ਇਹਦੇ ਵਿੱਚ ਇੱਕੋ ਯਾਦ ਰੱਖਣਾ 30 60 ਤੇ 90, 30 60 ਤੇ 90 ਯਾਦ ਰੱਖਣਾ ਜੀ। 30 60 90 ਏਸੀ ਫਸਟ ਏਸੀ ਸੈਕੰਡ ਦੀ ਜਿਹੜੀ ਅਪੀਲ ਹੈ, ਏਸੀ ਫਸਟ ਤੇ ਏਸੀ ਸੈਕੰਡ ਦੇ ਕੋਈ ਅਪੀਲ ਫਾਈਲ ਨਹੀਂ ਹੁੰਦੀ। ਏਸੀ ਫਸਟ ਤੇ ਏਸੀ ਸੈਕੰਡ ਦੇਖੋ ਧਿਆਨ ਵਾਲੀ ਗੱਲ ਹੈ ਥੋੜੀ ਜੀ। ਏਸੀ ਫਸਟ ਤੇ ਏਸੀ ਸੈਕੰਡ ਦੀ ਕੋਈ ਅਪੀਲ ਫਾਈਲ ਨਹੀਂ ਹੁੰਦੀ। ਏਸੀ ਫਸਟ ਤੇ ਏਸੀ ਸੈਕੰਡ ਓਰੀਜਨਲ ਆਰਡਰਸ ਪਾਸ ਕਰਦੇ ਨੇ। ਇਹਨਾਂ ਆਰਡਰਾਂ ਦੀ ਸਾਰੀ ਚੱਕਰੀ ਅੱਗੇ ਘੁੰਮਦੀ ਹੈ ਸਿਰੇ ਤੱਕ, ਐਫਸੀਆਰ ਤੱਕ। ਤੁਹਾਡੇ ਪਾਸ ਕੀਤੇ ਇਹ ਆਰਡਰ ਇਹੀ ਐਫਸੀਆਰ ਤੱਕ, ਕਮਿਸ਼ਨਰ ਤੱਕ, ਕਲੈਕਟਰ ਤੱਕ ਇਹੀ ਆਰਡਰ ਜਾਂਦੇ ਆ। ਤੁਹਾਡੇ ਆਰਡਰ ਦੀ ਜਿਹੜੀ ਅਪੀਲ ਹੈ ਫਸਟ ਅਪੀਲ ਦੀ ਜਿਹੜੀ ਮਿਆਦ ਹੈ 30 ਡੇਜ਼ ਹੈਗੀ ਹੈ। ਇਹ ਕਿੱਥੇ ਪੈਂਦੀ ਹੈ? ਕਲੈਕਟਰ ਦੇ। ਫਿਰ ਕਲੈਕਟਰ ਦੇ ਸੈਕੰਡ ਅਪੀਲੈਂਟ ਅਥਾਰਟੀ ਕੌਣ ਹੈ? ਕਮਿਸ਼ਨਰ। ਫਸਟ ਅਪੀਲੈਂਟ ਅਥਾਰਟੀ ਕਲੈਕਟਰ, ਸੈਕੰਡ ਅਪੀਲੈਂਟ ਅਥਾਰਟੀ ਕਮਿਸ਼ਨਰ। ਦੂਜੇ ਆਰਡਰ ਦੀ ਜਿਹੜੀ ਕਲੈਕਟਰ ਦੇ ਆਰਡਰ ਦੀ ਜਿਹੜੀ ਅਪੀਲ ਹੈ ਉਹ 60 ਡੇਜ਼ ਦੇ ਵਿੱਚ ਪੈਂਦੀ ਹੈ ਕਮਿਸ਼ਨਰ ਦੇ ਆਰਡਰ ਦੀ ਅਪੀਲ ਹੈ ਜੀ। ਮੈਂ ਦੱਸਦਾ ਤੁਹਾਨੂੰ ਪਹਿਲਾਂ ਬੇਸਿਕ ਲਾਅ, ਪਹਿਲਾਂ ਆਪਾਂ ਬੇਸਿਕ ਲਾਅ ਪੜ੍ਹ ਲਈਏ ਫਿਰ ਮੈਂ ਤੁਹਾਨੂੰ ਮੈਥਮੈਟਿਕਸ ਵੀ ਦੱਸਦਾ। ਪਹਿਲਾਂ ਬੇਸਿਕ ਲਾਅ ਦੀ ਗੱਲ ਕਰ ਰਹੇ ਹਾਂ। ਬੇਸਿਕ ਲਾਅ ਤੁਸੀਂ ਪਹਿਲਾਂ ਆਨਸਰ ਤੁਸੀਂ ਆਪਣਾ ਇਦਾਂ ਹੀ ਦੇਣਾ, ਪਹਿਲਾਂ ਬੇਸਿਕ ਲਾਅ ਦੇ ਵਿੱਚ ਦੇਣਾ, ਫਿਰ ਅਸੀਂ ਅੱਗੇ ਜਾ ਕੇ ਉਹਨੂੰ ਕਲੈਰੀਫਾਈ ਕਰਨਾ ਹੈਗਾ। ਡਾਇਰੈਕਟ ਅਮੈਂਡਮੈਂਟ ਨਹੀਂ ਪਹੁੰਚਣਾ ਆਪਾਂ ਨੇ, ਕਿਉਂਕਿ ਇਹ ਜਿਹੜੀਆਂ ਅਮੈਂਡਮੈਂਟਸ ਨੇ ਇਹ ਪਾਰਟਿਕੂਲਰ ਕਲਾਸ ਆਫ ਕੇਸਿਸ ਦੇ ਲਈ ਨੇ। ਜਿਵੇਂ ਕਿ ਇਹ ਜਿਹੜੀ ਅਮੈਂਡਮੈਂਟ ਹੈ ਬੇਸਿਕ ਲਾਅ ਦੇ ਵਿੱਚ ਇਹੀ ਰਹੇਗੀ, ਪਰ ਜਿਵੇਂ ਓਨਲੀ ਫॉर ਪਾਰਟੀਸ਼ਨ ਕੇਸਿਸ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਅਮੈਂਡਮੈਂਟਸ ਲਾਗੂ ਹੁੰਦੀਆਂ ਨੇ। ਹਰ ਕੇਸ 'ਚ ਲਾਗੂ ਨਹੀਂ ਹੁੰਦੀਆਂ ਇਹ ਅਮੈਂਡਮੈਂਟਸ। ਠੀਕ ਹੈ ਜੀ। ਆਪਾਂ ਗੱਲ ਕਰਦੇ ਸੀਗੇ ਓਰੀਜਨਲ ਆਰਡਰ ਦੇ ਖਿਲਾਫ ਜਿਹੜੀ ਪਹਿਲੀ ਅਪੀਲ ਹੈ ਉਹ 30 ਡੇਜ਼ 'ਚ ਹੁੰਦੀ ਹੈ, ਤੇ ਦੂਜੀ ਜਿਹੜੀ ਅਪੀਲ ਹੁੰਦੀ ਹੈ ਕਮਿਸ਼ਨਰ ਤੇ ਉਹ ਹੁੰਦੀ ਹੈ 60 ਡੇਜ਼ ਦੇ ਵਿੱਚ, ਤੇ ਜਿਹੜੀ ਤੀਜੀ ਅਪੀਲ ਹੁੰਦੀ ਹੈ ਉਹ ਹੁੰਦੀ ਹੈ ਐਫਸੀਆਰ ਤੇ ਉਹ ਹੁੰਦੀ ਹੈ 90 ਡੇਜ਼ ਦੇ ਵਿੱਚ। ਠੀਕ ਹੈ ਜੀ। ਇਨ ਦਾ ਕੇਸ ਆਫ ਪਾਰਟੀਸ਼ਨ, ਸਪੈਸ਼ਲੀ ਫॉर ਪਾਰਟੀਸ਼ਨ ਕੇਸਿਸ ਦੇ ਵਿੱਚ ਜਿਹੜੀ ਪਹਿਲੀ ਅਪੀਲ ਹੈ ਉਹਦਾ ਜਿਹੜਾ ਸਮਾਂ ਹੈਗਾ ਉਹ ਅੱਧਾ ਕਰ ਦਿੱਤਾ ਗਿਆ 30 ਡੇਜ਼ ਦੇ 15 ਡੇਜ਼ 15 ਦਿਨ ਕਰ ਦਿੱਤਾ ਗਿਆ ਹੈ, ਤੇ ਜਿਹੜੀ ਦੂਜੀ ਅਪੀਲ ਹੈ ਉਹਦਾ ਜਿਹੜਾ ਸਮਾਂ ਹੈਗਾ 60 ਦਿਨ ਤੋਂ ਘਟਾ ਕੇ 30 ਦਿਨ ਕਰ ਦਿੱਤਾ ਗਿਆ। ਠੀਕ ਹੈ ਜੀ। ਅੱਗੇ ਆਪਾਂ ਰਿਵਿਊ ਕਲਾਸ ਪੜ੍ਹਦੇ ਸੀ ਸੈਕਸ਼ਨ 15। ਜੇ ਤੁਹਾਡੇ ਤੋਂ ਰਿਵਿਊ ਦਾ ਕੁਐਸਚਨ ਕੋਈ ਪੁੱਛਿਆ ਜਾਂਦਾ ਹੈ ਤਾਂ ਆਪਾਂ ਸਿੱਧਾ 15 ਸੈਕਸ਼ਨ 'ਚ ਜਾਣਾ ਹੈਗਾ। ਰਿਵਿਊ ਕਿਤੇ ਕਿਵੇਂ ਕੌਣ ਰਿਵਿਊ ਕਰ ਸਕਦਾ ਹੈ, ਕਿਵੇਂ ਰਿਵਿਊ ਹੋ ਸਕਦੀ ਹੈ, ਕਿੰਨੇ ਦਿਨ ਦਾ ਇਹਦਾ ਪੀਰੀਅਡ ਹੈਗਾ, ਸਮਾਂ ਹੈਗਾ। ਜਿਵੇਂ ਰਿਵਿਊ ਰੈਵਨਿਊ ਆਫੀਸਰਸ ਔਨ ਹਿਸ ਓਨ ਮੋਸ਼ਨ ਔਰ ਔਨ ਦਾ ਐਪਲੀਕੇਸ਼ਨ ਆਫ ਐਨੀ ਅਗਰੀਡ ਪਾਰਟੀ ਵਿਦਿਨ 90 ਡੇਜ਼ ਕੈਨ ਰਿਵਿਊ ਦਾ ਆਰਡਰ ਵੈਦਰ, ਜੇ ਬੇਸ਼ੱਕ ਉਸਨੇ ਆਪ ਪਾਸ ਕੀਤਾ ਹੋਵੇ ਜਾਂ ਉਸਦੇ ਪ੍ਰੀਡਿਸੈਸਰ ਨੇ ਪਾਸ ਕੀਤਾ ਹੋਵੇ। ਪਰ ਜਦੋਂ ਕੋਈ ਆਰਡਰ ਰਿਵਿਊ ਕਰਨਾ ਹੈ ਤਾਂ ਜਿਹੜੀ ਹੈਗੀ ਉਸ ਆਰਡਰ ਦੇ ਆਪਣੇ ਇੱਕ ਸਟੈਪ ਉੱਪਰ ਸੀਨੀਅਰ ਆਫੀਸਰ ਤੋਂ, ਜਿਵੇਂ ਕਿ ਜੇ ਕੋਈ ਏਸੀ ਫਸਟ ਜਾਂ ਸੈਕੰਡ ਗ੍ਰੇਡ ਕੋਈ ਆਰਡਰ ਦੀ ਰਿਵਿਊ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਕਲੈਕਟਰ ਤੋਂ ਪਰਮਿਸ਼ਨ ਲੈਣੀ ਪਏਗੀ, ਸੈਂਕਸ਼ਨ ਲੈਣੀ ਪਏਗੀ। ਜੇ ਕਲੈਕਟਰ ਕੋਈ ਆਰਡਰ ਰਿਵਿਊ ਕਰਨਾ ਚਾਹੁੰਦਾ ਹੈ ਜਾਂ ਕਮਿਸ਼ਨਰ ਕੋਈ ਆਰਡਰ ਰਿਵਿਊ ਕਰਨਾ ਚਾਹੁੰਦਾ ਹੈ, ਜੇ ਉਹ ਆਰਡਰ ਉਸਨੇ ਖੁਦ ਪਾਸ ਕੀਤਾ ਹੈ ਹੋਵੇ ਤਾਂ ਤਦ ਉਸਨੂੰ ਸੈਕਸ਼ਨ ਲੈਣ ਦੀ ਲੋੜ ਨਹੀਂ। ਪਰ ਜੇਕਰ ਉਹਦੇ ਪ੍ਰੀਡਿਸੈਸਰ ਨੇ ਆਰਡਰ ਪਾਸ ਕੀਤਾ ਗਿਆ ਹੋਵੇ ਤਾਂ ਕਲੈਕਟਰ ਨੂੰ ਵੀ ਤੇ ਕਮਿਸ਼ਨਰ ਨੂੰ ਵੀ ਉਸ ਤੋਂ ਐਫਸੀਆਰ ਤੋਂ ਪਰਮਿਸ਼ਨ ਲੈਣੀ, ਕਲੈਕਟਰ ਨੂੰ ਪਰਮਿਸ਼ਨ ਲੈਣੀ ਪਏਗੀ ਐਫਸੀਆਰ ਤੋਂ, ਕਮਿਸ਼ਨਰ ਤੋਂ, ਤੇ ਕਮਿਸ਼ਨਰ ਨੂੰ ਐਫਸੀਆਰ ਦੀ ਪਰਮਿਸ਼ਨ ਲੈਣੀ ਪਏਗੀ ਐਫਸੀਆਰ ਤੋਂ। ਠੀਕ ਹੈ ਜੀ। ਇਹਦੇ ਵਿੱਚ ਜੇ ਅੱਗੇ ਫਰਦਰ ਮੋਟਾ ਜਿਹਾ ਕੁਐਸਚਨ ਇਹ ਹੈਗਾ ਵੀ ਜੇਕਰ ਰਿਵਿਊ ਦੀ ਪਰਮਿਸ਼ਨ ਮਿਲ ਗਈ, ਰਿਵਿਊ ਦੀ ਪਰਮਿਸ਼ਨ ਮਿਲਣ ਤੋਂ ਬਾਅਦ ਆਫੀਸਰ ਰੈਵਨਿਊ ਆਫੀਸਰ ਚਾਹੇ ਮੇਬੀ ਏਸੀ ਫਸਟ ਸੈਕੰਡ ਕਲੈਕਟਰ ਔਰ ਕਮਿਸ਼ਨਰ, ਰਿਵਿਊ ਦੀ ਪਰਮਿਸ਼ਨ ਮਿਲਣ ਤੋਂ ਬਾਅਦ ਜੇਕਰ ਉਸ ਆਰਡਰ ਨੂੰ ਕਨਫਰਮ ਕਰ ਦਿੰਦਾ ਹੈ ਤਾਂ ਕਿਸੇ ਨੂੰ ਬੁਲਾਉਣ ਦੀ ਕੋਈ ਲੋੜ ਨਹੀਂ ਹੈ ਵੀ ਆਰਡਰ ਦੇ ਵਿੱਚ ਕੋਈ ਚੇਂਜ ਨਹੀਂ ਹੁੰਦੀ,
ਤਾਂ ਕਿਸੇ ਆਫੀਸਰ ਨੂੰ ਬੁਲਾ, ਕਿਸੇ ਵੀ ਪਾਰਟੀ ਨੂੰ ਬੁਲਾਉਣ ਦੀ ਕੋਈ ਜ਼ਰੂਰਤ ਨਹੀਂ। ਪਰ ਜੇਕਰ ਰੈਵਨਿਊ ਆਫੀਸਰ ਚਾਹੁੰਦਾ ਹੈ ਵੀ ਮੈਂ ਇਹਦੇ 'ਚ ਮੋਡੀਫਿਕੇਸ਼ਨ ਕਰਨੀ ਹੈ ਜਾਂ ਇਹਦੇ ਵਿੱਚ ਇਸ ਆਰਡਰ ਨੂੰ ਰਿਵਰਸ ਕਰਨਾ ਹੈ, then there is a need to give the opportunity to the other party। ਤਾਂ ਦੂਜੀ ਪਾਰਟੀ ਨੂੰ ਸੁਣੇ ਬਗੈਰ ਤੁਸੀਂ ਉਹਦਾ ਕੋਈ ਫੈਸਲਾ ਨਹੀਂ ਕਰ ਸਕਦੇ। ਤਾਂ ਦੂਜੀ ਪਾਰਟੀ ਨੂੰ ਜਿਹਦੇ ਰਾਈਟਸ ਅਫੈਕਟ ਕਰਦੇ ਨੇ ਉਹਨੂੰ ਨੋਟਿਸ ਦੇਣਾ ਪਏਗਾ। ਨੋਟਿਸ ਦੇ ਕੇ ਉਸ ਨੂੰ ਸੁਣਨ ਤੋਂ ਬਾਅਦ ਤੁਸੀਂ ਆਪਣਾ ਫੈਸਲਾ ਕਰੋਗੇ। ਜਿਹੜਾ ਵੀ ਫੈਸਲਾ ਤੁਸੀਂ ਉਸ ਰਿਵਿਊ ਦੇ ਵਿੱਚ ਕਰ ਦਿੱਤਾ, ਉਸ ਰਿਵਿਊ ਦੇ ਆਰਡਰ ਦੇ ਅਗੇਂਸਟ ਫਿਰ ਕੋਈ ਅਪੀਲ ਫਾਈਲ ਨਹੀਂ ਹੋ ਸਕਦੀ। ਇਹਦੇ ਵਿੱਚ ਇੱਕ ਮੋਟਾ ਜਿਹਾ ਹੋਰ ਕੁਐਸਚਨ ਜਿਹਦੇ ਪਰ ਆਮ ਤੌਰ ਤੇ ਕੁਐਸਚਨ ਆ ਜਾਂਦਾ ਹੈ ਵੀ ਜੇਕਰ ਕਿਸੇ ਆਰਡਰ ਦੇ ਅਗੇਂਸਟ ਅਪੀਲ ਫਾਈਲ ਹੋ ਜਾਂਦੀ ਹੈ ਫਰਦਰ ਕੋਰਟ ਦੇ ਵਿੱਚ, ਮੰਨ ਲਓ ਤਹਿਸੀਲਦਾਰ ਨੇ ਕੋਈ ਤਕਸੀਮ ਦਾ ਫੈਸਲਾ ਕਰਤਾ ਜਾਂ ਕਿਸੇ ਇੰਤਕਾਲ ਦਾ ਫੈਸਲਾ ਕਰਤਾ, ਉਹਦੀ ਫਰਦਰ ਅਪੀਲ ਫਾਈਲ ਹੋ ਗਈ ਕਲੈਕਟਰ ਦੇ। ਜੇਕਰ ਅਪੀਲ ਕਲੈਕਟਰ ਦੀ ਫਾਈਲ ਹੋ ਗਈ ਤਾਂ ਉਹ ਆਰਡਰ ਨੂੰ ਰਿਵਿਊ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਆਰਡਰ ਰਿਵਿਊ ਦੇ ਵਿੱਚ ਫੈਸਲਾ ਹੋ ਗਿਆ, ਕਨਫਰਮ ਹੋ ਗਿਆ, ਤਾਂ ਉਹਦੀ ਅਪੀਲ ਫਾਈਲ ਨਹੀਂ ਹੋ ਸਕਦੀ। ਤਾਂ ਦੋਨੋਂ ਇੰਟਰਲਿੰਕਡ ਹੈਗੇ ਨੇ। ਅਪੀਲ ਫਾਈਲ ਹੋ ਗਈ, ਰਿਵਿਊ ਨਹੀਂ ਹੋ ਸਕਦੀ। ਰਿਵਿਊ ਚ ਕਨਫਰਮ ਹੋ ਗਿਆ ਤਾਂ ਉਹਦੀ ਅਪੀਲ ਫਾਈਲ ਨਹੀਂ ਹੋ ਸਕਦੀ। ਇਹ ਸੈਕਸ਼ਨ 15 ਸੀਗਾ। ਫਿਰ ਅਗਲਾ ਸੈਕਸ਼ਨ ਆ ਗਿਆ ਸੀ 16। ਜੇ ਆਪਣੇ ਤੋਂ ਰਿਵੀਜ਼ਨ ਦੀ ਗੱਲ ਕੋਈ ਕਰਦੇ ਹਾਂ ਵੀ ਚੱਲਦੇ ਰਿਵੀਜ਼ਨ ਤੇ ਰਿਵਿਊ ਚ ਮੈਂ ਦੱਸ ਰਿਹਾ ਦੁਬਾਰਾ ਡਿਫਰੈਂਸ ਕੀ ਹੈ। ਰਿਵੀਜ਼ਨ ਅਪੀਲ ਹੁੰਦੀ ਹੈ ਕੇਸ ਦਾ ਫਾਈਨਲ ਹੋ ਚੁੱਕਿਆ ਕੇਸ। ਰਿਵੀਜ਼ਨ ਕੀ ਹੁੰਦੀ ਹੈ? ਜਦੋਂ ਕੋਈ ਕੇਸ ਚੱਲ ਰਿਹਾ ਹੁੰਦਾ ਹੈ ਤੁਹਾਡੀ ਕੋਰਟ ਦੇ ਵਿੱਚ, ਕਿਸੇ ਵੀ ਅਦਾਲਤ ਵਿੱਚ, ਏਸੀ ਫਸਟ ਦੇ, ਸੈਕੰਡ ਦੇ, ਕਲੈਕਟਰ ਦੇ, ਕਮਿਸ਼ਨਰ ਦੇ, ਜਦੋਂ ਕੋਈ ਕੇਸ ਅੰਡਰ ਪ੍ਰੋਸੀਡਿੰਗ ਹੁੰਦਾ ਹੈ, ਪ੍ਰੋਸੀਡਿੰਗ ਦੇ ਵਿੱਚ ਦੌਰਾਨ ਚਾਹੇ ਕੋਈ ਇੰਟਰਮ ਆਰਡਰ ਪਾਸ ਕਰ ਦਿੱਤਾ ਗਿਆ ਹੋਵੇ, ਪ੍ਰੋਸੀਡਿੰਗ ਦੇ ਵਿੱਚ ਵੀ ਵਾਰ-ਵਾਰ ਅਸੀਂ ਆਰਡਰ ਪਾਸ ਕਰਦੇ ਹਾਂ, ਉਹ ਇੰਟਰਮ ਆਰਡਰ ਹੁੰਦੇ ਨੇ। ਫਾਈਨਲ ਆਰਡਰ ਦੇ ਖਿਲਾਫ ਹੀ ਅਪੀਲ ਫਾਈਲ ਹੋ ਸਕਦੀ ਹੈ। ਪਰ ਜਿਹੜੀ ਰਿਵੀਜ਼ਨ ਹੈਗੀ ਹੈ ਇਹ ਚੱਲਦੇ ਕੇਸ ਦੇ ਵਿੱਚ ਹੋ ਸਕਦੀ ਹੈ। ਕੋਈ ਵੀ ਉੱਚ ਅਧਿਕਾਰੀ ਐਫਸੀਆਰ ਕਮਿਸ਼ਨਰ ਜਾਂ ਕਲੈਕਟਰ ਆਪਣੇ ਸਬਆਰਡੀਨੇਟ ਦੀ ਕੋਰਟ ਦੇ ਵਿੱਚ ਚੱਲ ਰਹੇ ਕੇਸ ਨੂੰ, ਚਾਹੇ ਉਹਦੇ ਵਿੱਚ ਕੋਈ ਇੰਟਰਮ ਆਰਡਰ ਪਾਸ ਹੋਇਆ ਹੋਵੇ ਚਾਹੇ ਨਾ ਹੋਇਆ ਹੋਵੇ, ਉਹਨੂੰ ਸੂਮੋਟੋ ਜਾਂ ਫਿਰ ਔਨ ਦਾ ਐਪਲੀਕੇਸ਼ਨ ਆਫ ਦਾ ਐਨੀ ਅਗਰੀਵਡ ਪਾਰਟੀ ਉਸ ਕੇਸ ਨੂੰ ਮੰਗਵਾ ਕੇ ਉਹਦੇ ਤੇ ਕੋਈ ਡਿਸੀਜਨ ਲੈ ਸਕਦੀ ਹੈ। ਫਰਦਰ ਇਹਦੇ ਵਿੱਚ ਕਾਫੀ ਡਿਟੇਲ ਹੈਗੀ, ਆਪਾਂ ਪੜ੍ਹੀ ਸੀਗੀ, ਤੁਸੀਂ ਦੁਬਾਰਾ ਪੜ੍ਹ ਸਕਦੇ। ਮੈਂ ਤੁਹਾਨੂੰ ਮੋਟਾ ਦੱਸਿਆ ਤੇ ਅੱਗੇ ਆਇਆ ਸੀ ਸੈਕਸ਼ਨ ਮੇਨ ਹੈਗਾ ਸਰਵਿਸ ਆਫ ਸਮਨਿੰਗ ਸੈਕਸ਼ਨ 20। ਜੇ ਤੁਹਾਡੇ ਤੋਂ ਕੋਈ ਸਰਵਿਸ ਆਫ ਸਮਨ ਦੀ ਗੱਲ ਕਰਦੇ ਆ, ਸਮਨਿੰਗ ਕਿਵੇਂ ਹੁੰਦੀ ਹੈ, ਇਹ ਸੈਕਸ਼ਨ 20 ਦੇ ਡੀਲ ਕਰਦਾ ਹੈ। 20 ਸੈਕਸ਼ਨ ਦੇ ਜਿਹੜੇ ਕਲਾਜ਼ਸ ਹੈਗੇ, ਸਬ ਸੈਕਸ਼ਨਸ ਹੈਗੇ ਨੇ 1 ਤੋਂ ਲੈ ਕੇ 10 ਤੱਕ ਹੈਗੇ ਨੇ। ਮੇਨ ਜਿਹੜਾ ਹੈਗਾ ਵੀ ਸਬ ਸੈਕਸ਼ਨ 1 ਦੇ ਵਿੱਚ ਅਸੀਂ ਕੀ ਕਰਦੇ ਹਾਂ, ਪਰਸਨਲੀ ਤੌਰ ਤੇ ਬੰਦੇ ਨੂੰ ਸਰਵਿਸ ਕਰਾਈ ਜਾਂਦੀ ਹੈ। ਜੇ ਪਰਸਨਲੀ ਬੰਦਾ ਨਾ ਮਿਲੇ ਤਾਂ ਉਹਦੇ ਰਿਕੋਗਨਾਈਜ਼ ਏਜੰਟ ਨੂੰ ਕਰਾਈ ਜਾਂਦੀ ਹੈ। ਰਿਕੋਗਨਾਈਜ਼ ਏਜੰਟ ਨਾ ਮਿਲੇ ਤਾਂ ਉਹਦੇ ਜਿਹੜਾ ਫੈਮਿਲੀ ਦਾ ਮੇਜਰ ਅਡਲਟ ਮੈਂਬਰ, ਮੇਲ ਮੇ ਬੀ ਫੀਮੇਲ, ਠੀਕ ਹੈ ਜੀ। ਤੁਹਾਡੀ ਬੁੱਕਸ ਦੇ ਵਿੱਚ ਸ਼ਾਇਦ ਲਿਖਿਆ ਹੋਏਗਾ ਗੱਲਾਂ ਮੇਲ ਮੈਂਬਰ ਕੱਢ ਦੋ, ਇੱਥੇ ਮੇਲ ਮੈਂਬਰ ਵੀ ਹੋ ਸਕਦਾ, ਫੀਮੇਲ ਮੈਂਬਰ ਵੀ ਹੋ ਸਕਦਾ ਹੈ। ਦੋਨੋਂ ਨੂੰ ਸਰਵਿਸ ਕਰਾਈ ਜਾ ਸਕਦੀ ਹੈ। ਜੇਕਰ ਫਿਰ ਵੀ ਸਰਵਿਸ ਨਾ ਹੋਵੇ ਤਾਂ ਅਸੀਂ ਉਸਦੀ ਪੇਸਟਿੰਗ ਕਰ ਸਕਦੇ ਹਾਂ, ਉਹਦੇ ਦਰਵਾਜ਼ੇ ਤੇ ਪੇਸਟਿੰਗ ਕਰ ਸਕਦੇ ਹਾਂ, ਜਾਂ ਜ਼ਮੀਨ ਤੇ ਪੇਸਟਿੰਗ ਕਰ ਸਕਦੇ ਹਾਂ, ਜਾਂ ਸਾਂਝੇ ਥਾਂ ਤੇ ਪੇਸਟਿੰਗ ਕਰ ਸਕਦੇ ਹਾਂ। ਤਦ ਵੀ ਨਹੀਂ ਆਉਂਦੀ ਫਿਰ ਅਸੀਂ ਉਹਦੀ ਮੁਨਾਦੀ ਕਰਾ ਸਕਦੇ ਹਾਂ, ਠੀਕ ਹੈ ਜੀ। ਮੁਨਾਦੀ ਨਹੀਂ ਕਰਾ ਸਕਦੀ ਫਿਰ ਵੱਖਰੇ ਅੱਗੇ ਢੰਗ ਦੱਸੇ ਗਏ ਹੈਗੇ ਆ। ਉਹਨੂੰ ਮਾਡਰਨ ਜਿਹੜੇ ਸਿਸਟਮ ਆ ਗਏ ਆਪਣੇ, WhatsApp ਵੀ ਕੀਤਾ ਜਾ ਸਕਦਾ ਹੈ, SMS ਵੀ ਕੀਤਾ ਜਾ ਸਕਦਾ ਹੈ। ਬਟ ਉਹਦੀ ਵੈਬਸਾਈਟ ਤੇ ਵੀ ਜਿਹੜੀ ਸਰਕਾਰ ਵੱਲੋਂ ਕੋਈ ਨੋਟੀਫਾਈ ਕੀਤੀ ਹੀ ਹੋਵੇ, ਉਹ ਵੈਬਸਾਈਟ ਤੇ ਵੀ ਅਸੀਂ ਆਪਦਾ ਜਿਹੜਾ ਨੋਟਿਸ ਹੈ ਉਹ ਲੋਡ ਕਰ ਸਕਦੇ ਹਾਂ। ਇਸੇ ਤਰ੍ਹਾਂ ਉਹਨੂੰ ਮੇਲ ਵੀ ਕੀਤੀ ਜਾ ਸਕਦੀ ਹੈ। ਤੇ ਫਿਰ ਨਵੀਂ ਐਡੀਸ਼ਨ ਦੇ ਵਿੱਚ ਅਸੀਂ ਉਹਦੀ ਪਬਲੀਕੇਸ਼ਨ ਅਖਬਾਰ, ਪੰਜਾਬੀ ਦੇ ਅਖਬਾਰ ਦੇ ਵਿੱਚ ਜਿਹੜਾ ਉਸ ਇਲਾਕੇ 'ਚ ਜ਼ਿਆਦਾ ਚੱਲਦਾ ਹੋਵੇ, ਉਸ ਅਖਬਾਰ ਦੇ ਰਾਹੀਂ ਵੀ ਕਰਵਾ ਸਕਦੇ ਹਾਂ। ਜੇ ਕੋਈ ਬੰਦਾ ਜੇਲ੍ਹ ਵਿੱਚ ਬੈਠਾ ਹੋਵੇ ਤਾਂ ਉਸ ਜੇਲ੍ਹ ਦੇ ਸੁਪਰਡੈਂਟ ਨੂੰ ਅਸੀਂ ਬਾਈ ਮੇਲ, ਬਾਈ ਫੈਕਸ, ਬਾਈ ਨੋਟਿਸ ਭੇਜ ਕੇ ਵੀ ਮਤਲਬ ਕਿ ਨੋਟਿਸ ਕਰਵਾਇਆ ਜਾ ਸਕਦਾ ਹੈ ਜਿਹੜੀ ਪਾਰਟੀ ਕੰਸਰਨਡ ਹੈਗੀ ਹੈ, ਤਾਂ ਕਿ ਉਹ ਜਿਹੜਾ ਜੇਲ੍ਹ ਦਾ ਸੁਪਰਡੈਂਟ ਹੈ ਉਹ ਅੱਗੇ ਫਰਦਰ ਉਸਨੂੰ ਨੋਟਿਸ ਭੇਜੇਗਾ ਤੇ ਲਿਖ ਕੇ ਆਪਣੇ ਕੋਲੋਂ ਭੇਜੇਗਾ ਮੈਂ ਉਸ ਪਾਰਟੀ ਨੂੰ ਤੁਹਾਡਾ ਜਿਹੜਾ ਸਮਨ ਹੈ ਸਮਨਿੰਗ ਕਰਵਾ ਦਿੱਤੀ ਗਈ ਹੈ। ਜੇ ਕੋਈ ਬੰਦਾ ਫੋਰਨ ਕੰਟਰੀ 'ਚ ਬੈਠਾ ਹੈ ਤਾਂ ਮਿਨਿਸਟਰੀ ਆਫ ਫੋਰਨ ਅਫੇਅਰਸ ਦੇ ਰਾਹੀਂ ਅਸੀਂ ਆਪਦਾ ਸਮਨ ਭੇਜਾਂਗੇ। ਮਿਨਿਸਟਰੀ ਆਫ ਫੋਰਨ ਅਫੇਅਰਸ ਜਿਸ ਕੰਟਰੀ ਨਾਲ ਸਾਡੀ ਕੋਈ ਟ੍ਰੀਟੀ ਹੋਈ ਹੋਵੇ, ਸਾਡਾ ਕੋਈ ਸਮਝੌਤਾ ਹੋਇਆ ਹੋਵੇ, ਉਸ ਕੰਟਰੀ ਸਾਡੇ ਐਮਬੈਸਡਰ ਬੈਠੇ ਹੁੰਦੇ ਆ, ਉਸ ਐਮਬੈਸਡਰ ਦੇ ਕੋਲ ਸਾਡਾ ਸਮਨ ਜਾਏਗਾ। ਉਹ ਐਮਬੈਸਡਰ ਦਾ ਜਿਹੜਾ ਸਟਾਫ ਹੈਗਾ, ਐਮਬੈਸਡਰ, ਰਾਜਦੂਤ, ਇਨਵੋਏ ਵੀ ਕਹਿੰਦੇ ਨੇ, ਐਮਬੈਸਡਰਸ ਵੀ ਕਹਿੰਦੇ ਨੇ, ਰਾਜਦੂਤ ਵੀ ਕਹਿੰਦੇ ਨੇ, ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਜਿਹੜੇ ਵਰਡ ਯੂਜ਼ ਕੀਤੇ ਜਾਂਦੇ ਨੇ। ਤੇ ਉਸ ਐਮਬੈਸਡਰ ਦੇ ਰਾਹੀਂ, ਉਹਦੇ ਸਟਾਫ ਦੇ ਰਾਹੀਂ ਉਹਦੀ ਸਮਨਿੰਗ ਕਰਾਈ ਜਾਂਦੀ ਹੈ। ਫਿਰ ਉਸ ਸਟਾਫ ਵੱਲੋਂ ਜਾਂ ਉਸ ਐਮਬੈਸਡਰ ਵੱਲੋਂ ਲਿਖ ਕੇ ਭੇਜਿਆ ਜਾਂਦਾ ਵੀ ਉਹਦੀ ਪ੍ਰੋਪਰ ਸਮਨਿੰਗ ਹੋ ਚੁੱਕੀ ਹੈ। ਤਾਂ ਅਸੀਂ ਇਹ ਪ੍ਰਜ਼ੂਮ ਕਰ ਲੈਂਦੇ ਹਾਂ ਵੀ ਹਾਂ ਸਮਨਿੰਗ ਹੋ ਚੁੱਕੀ ਹੈ। ਇੱਕ ਮੈਂ ਭੁੱਲ ਗਿਆ ਵਿੱਚ ਇਹ ਮੈਥਡ ਵੀ ਸੀਗਾ ਸਰਵਿਸ ਦਾ, ਬਾਈ ਪੋਸਟ ਵੀ ਰਜਿਸਟਰਡ ਲੈਟਰ ਦੇ ਰਾਹੀਂ ਅਸੀਂ ਸਮਨਿੰਗ ਕਰਵਾ ਸਕਦੇ ਹਾਂ। ਜੇਕਰ ਨਵੀਂ ਅਮੈਂਡਮੈਂਟ ਦੇ ਮੁਤਾਬਕ ਜੇਕਰ 30 ਡੇਜ਼ ਦੇ ਵਿੱਚ ਪ੍ਰੋਪਰ ਅਸੀਂ ਰਜਿਸਟਰਡ ਲੈਟਰ ਭੇਜ ਦਿੱਤੀ, 30 ਦਿਨ ਦੇ ਅੰਦਰ ਸਾਡੀ ਜਿਹੜੀ ਲੈਟਰ ਹੈ ਵਾਪਸ ਮੁੜ ਕੇ ਨਹੀਂ ਆਉਂਦੀ, ਤਾਂ ਅਸੀਂ ਇਟ ਹੈਜ਼ ਟੂ ਬੀ ਪ੍ਰਜ਼ੂਮਡ ਸਮਨਿੰਗ ਪ੍ਰੋਪਰ ਹੋ ਚੁੱਕੀ ਹੈ। ਇਦਾਂ ਦੇ ਕਾਫੀ ਸਾਰੇ ਡਿਟੇਲ ਦੇ ਵਿੱਚ ਹੈਗੇ ਨੇ।
ਜਿਹੜੇ ਆਪਾਂ ਮੋਟੇ ਮੈਂ ਤੁਹਾਨੂੰ ਡਿਸਕਸ ਕੀਤੇ ਨੇ ਤਾਂ ਕਿ ਆਪਾਂ ਭੁੱਲ ਨਾ ਜਾਈਏ। ਤੇ ਕੱਲ ਆਪਾਂ ਪੜ੍ਹਿਆ ਸੀਗਾ ਕਾਨੂੰਗੋ ਰੂਲਸ, ਪਟਵਾਰੀ ਰੂਲਸ ਸੈਕਸ਼ਨ ਚੈਪਟਰ 3 ਪੜ੍ਹਿਆ ਸੀਗਾ, ਜਿਹਦੇ ਚ 28, 29 ਤੇ 30 ਤਿੰਨ ਸੈਕਸ਼ਨਸ ਹੈਗੀਆਂ ਨੇ। ਠੀਕ ਹੈ ਜੀ। 28, 29, 30 ਦੇ ਵਿੱਚ ਕੀ ਹੈਗਾ, ਕਾਨੂੰਗੋ ਰੂਲਸ ਬਣਾਏ ਜਾਂਦੇ ਆ ਗਵਰਨਮੈਂਟ ਵੱਲੋਂ, ਪਟਵਾਰੀ ਰੂਲਸ ਬਣਾਏ ਜਾਂਦੇ ਆ। ਕਾਨੂੰਗੋ ਰੂਲਸ 1984 ਬਣਾਏ ਗਏ ਆ, ਜਿਹਦੇ ਵਿੱਚ ਅਲੱਗ-ਅਲੱਗ ਸਾਰੀਆਂ ਆਪਣੀਆਂ ਅਪਾਇੰਟਮੈਂਟਸ ਕੀ ਨੇ, ਡਿਊਟੀਜ਼ ਕੀ ਨੇ, ਪਨਿਸ਼ਮੈਂਟਸ ਕੀ ਨੇ, ਉਹ ਸਾਰੀਆਂ ਦਰਸਾਈਆਂ ਗਈਆਂ ਨੇ। ਮਤਲਬ ਸਟੇਟ ਗਵਰਨਮੈਂਟ, ਮੈਂ ਪਹਿਲਾਂ ਵੀ ਕਿਹਾ ਸੀ ਵੀ ਐਕਟ ਗਵਰਨਮੈਂਟ ਬਣਾਉਂਦੀ ਹੈ, ਲੈਜਿਸਲੇਚਰ ਸਾਡੀ ਵਿਧਾਨ ਸਭਾ ਵੱਲੋਂ ਕਾਨੂੰਨ ਬਣਾਇਆ ਜਾਂਦਾ ਹੈ। ਉਸ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਜਿਹੜੇ ਰੂਲਸ ਨੇ ਉਹ ਸਰਕਾਰ ਵੱਲੋਂ ਬਣਾਏ ਜਾਂਦੇ ਨੇ। ਸਰਕਾਰ ਨੂੰ ਉੱਥੇ ਵਿਧਾਨ ਸਭਾ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੁੰਦੀ। ਤੇ ਸੈਕਸ਼ਨ 28 ਦੇ ਵਿੱਚ ਕਾਨੂੰਗੋ ਰੂਲਸ ਤੇ ਪਟਵਾਰੀ ਰੂਲਸ ਦੀ ਗੱਲ ਕੀਤੀ ਗਈ ਹੈ, ਸਰਕਾਰ ਵੱਲੋਂ ਬਣਾਏ ਜਾਂਦੇ ਨੇ। ਤੇ ਫਿਰ ਇਹ 29 ਸੈਕਸ਼ਨ ਵਿਲੇਜ ਆਫਿਸਰ ਸੈਸ ਦੀ ਗੱਲ ਕਰਦਾ ਹੈ। ਵਿਲੇਜ ਆਫਿਸਰ ਸੈਸ ਕੀ ਹੁੰਦੀ ਹੈ, ਪਿੰਡ ਦੇ ਸਾਂਝੇ ਖਰਚਿਆਂ ਲਈ। ਜਿੱਥੇ ਮੰਨ ਲਓ ਕਿਸੇ ਪਿੰਡ 'ਚ ਅਸੈਸਮੈਂਟ ਚੱਲ ਰਹੀ ਹੈ, ਉਸ ਅਸੈਸਮੈਂਟ ਨੂੰ ਕਰਨ ਦੀ ਖਾਤਰ ਛੋਟੇ ਮੋਟੇ ਖਰਚੇ ਹੁੰਦੇ ਨੇ। ਉਸ ਵੇਲੇ ਨੰਬਰਦਾਰ ਪਿੰਡ ਦੇ ਵਿੱਚ ਪਟਵਾਰੀ ਜਾਂਦੇ ਆ, ਕਾਨੂੰਗੋ ਜਾਂਦੇ ਆ, ਰੈਵਨਿਊ ਆਫਿਸਰ ਵੀ ਜਾਂਦੇ ਆ, ਅਸੈਸਮੈਂਟ ਆਫਿਸਰ ਵੀ ਜਾਂਦੇ ਆ। ਠੀਕ ਹੈ ਜੀ। ਤੇ ਉਹਨਾਂ ਖਰਚੇ ਦੀ ਪੂਰਤੀ ਦੇ ਲਈ ਤੇ ਗਵਰਨਮੈਂਟ ਵੱਲੋਂ ਉਸ ਪਿੰਡ ਦੇ ਜਿਹੜੇ ਮਾਲਕ ਹੁੰਦੇ ਨੇ, ਮਾਲਕਾਂ ਨੂੰ ਵਿਲੇਜ ਆਫਿਸ ਸੈਸ ਲਗਾ ਦਿੱਤੀ ਜਾਂਦੀ ਹੈ ਤਾਂ ਕਿ ਉਹ ਖਰਚੇ ਜਿਹੜੇ ਹੈਗੇ ਨੇ ਉੱਥੇ ਉਹਨਾਂ ਦੀ ਪੂਰਤੀ ਹੁੰਦੀ ਰਹੇ। ਤੇ ਫਿਰ ਹੈਗਾ ਸੀ ਸੈਕਸ਼ਨ 30। ਸੈਕਸ਼ਨ 30 ਕੀ ਕਹਿੰਦਾ ਜੀ, ਇਹ ਸੈਕਸ਼ਨ 30 ਇਹ ਕਹਿੰਦਾ ਇਹ ਤੁਹਾਨੂੰ ਇੱਕ ਪ੍ਰੋਟੈਕਟ ਕਰਦਾ ਹੈਗਾ ਪਟਵਾਰੀ ਨੂੰ, ਕਾਨੂੰਗੋਜ਼ ਨੂੰ ਪ੍ਰੋਟੈਕਟ ਕਰਦਾ। ਪ੍ਰੋਟੈਕਸ਼ਨ ਦਿੱਤੀ ਗਈ ਹੈ, ਇੱਥੇ ਰਿਸਟ੍ਰਿਕਸ਼ਨਸ ਕੀਤੀ ਗਈ ਹੈ ਸਿਵਲ ਕੋਰਟਾਂ ਨੂੰ, ਰੈਵਨਿਊ ਕੋਰਟਾਂ ਨੂੰ, ਵੀ ਜਿਹੜੀ ਕੋਈ ਸੈਲਰੀ ਪਟਵਾਰੀ ਨੂੰ ਜਾਂ ਕਾਨੂੰਗੋ ਨੂੰ ਮਿਲਦੀ ਹੈ, ਉਸ ਸੈਲਰੀ ਨੂੰ ਸਿਵਲ ਕੋਰਟਾਂ, ਰੈਵਨਿਊ ਕੋਰਟਾਂ ਇਸ ਸੈਕਸ਼ਨ ਦੇ ਤਹਿਤ ਜਿਹੜਾ ਇਹ ਸੈਕਸ਼ਨ 30 ਸੈਕਸ਼ਨ ਹੈਗਾ, ਉਹਦੀ ਸੈਲਰੀ ਅਟੈਚਮੈਂਟ ਨਹੀਂ ਕੀਤੀ ਜਾ ਸਕਦੀ। ਜਿਵੇਂ ਕਿ ਅਸੀਂ ਦੇਖਦੇ ਹਾਂ ਜਦੋਂ ਕੋਈ ਲੈਂਡਲੈਸ ਪਰਸਨ ਹੁੰਦਾ ਹੈ ਜਾਂ ਸੈਲਰੀਡ ਪਰਸਨ ਹੁੰਦਾ ਹੈ, ਆਮ ਤੌਰ ਤੇ ਅਸੀਂ ਜਿਹੜੀਆਂ ਪ੍ਰਾਪਰਟੀਆਂ ਹੁੰਦੀਆਂ ਨੇ, ਸਾਨੂੰ ਸਿਵਲ ਕੋਰਟਾਂ ਵੱਲੋਂ ਕਿਸੇ ਦੀ ਕੋਈ ਰਿਕਵਰੀ ਵਾਰੰਟ ਸਾਡੇ ਕੋਲ ਆ ਜਾਂਦਾ, ਅਸੀਂ ਰੈਵਨਿਊ ਰਿਕਾਰਡ ਦੇ ਵਿੱਚ ਰੋਜ਼ਾਨਾ ਰਿਪੋਰਟ ਦਰਜ ਕਰਕੇ ਉਸ ਜਮ੍ਹਾਂ ਹੁੰਦੀ ਉਸ ਖਾਨੇ ਦੇ ਵਿੱਚ ਕੰਸਰਨ ਪਰਸਨ ਦੀ ਖੇਵੜ ਦੀ ਖਾਨਾ ਕੈਫੇ ਦੇ ਵਿੱਚ ਅਸੀਂ ਨੋਟ ਦਿੰਦੇ ਹਾਂ ਵੀ ਇਸ ਬੰਦੇ ਵਾਲੇ ਇਤਨੇ ਪੈਸੇ ਬਕਾਇਆ ਨੇ, ਜਿਹੜੀ ਪ੍ਰਾਪਰਟੀ ਹੈ ਇੰਨੀ ਰਕਮ ਦੀ, ਲੱਖ ਰੁਪਏ 5 ਲੱਖ 10 ਲੱਖ ਦੇ ਵਿੱਚ ਅਟੈਚ ਹੋ ਚੁੱਕੀ ਹੈ। ਪਰ ਜਿੱਥੇ ਕਿਸੇ ਕੋਲ ਕੋਈ ਲੈਂਡ ਨਹੀਂ ਹੁੰਦੀ ਤਾਂ ਰੈਵਨਿਊ ਕੋਰਟਾਂ ਕੀ ਕਰਦੀਆਂ ਨੇ, ਉਸ ਪਰਸਨ ਦੀ ਜਿਹੜੀ ਸੈਲਰੀ ਹੈ ਉਹਨੂੰ ਅਟੈਚ ਕਰ ਦਿੰਦੀਆਂ ਨੇ। ਉਹ ਸੈਲਰੀ ਨੂੰ ਅਟੈਚ ਕਰਕੇ ਜਿਹੜਾ ਆਰਡਰ ਹੁੰਦਾ ਹੈ ਉਹ ਡੀਡੀਓ ਕੋਲੇ ਆ ਜਾਂਦਾ ਹੈ, ਤੇ ਡੀਡੀਓ ਉਸ ਜਿਹੜੀ ਪਰਸਨ ਦੀ ਜਿਹੜੀ ਸੈਲਰੀ ਹੈ ਉਹ ਕੱਟ ਕੇ ਜਿੰਨੀ ਅਟੈਚਮੈਂਟ ਹੋਈ ਹੁੰਦੀ ਹੈ ਉਹ ਕੱਟ ਕੇ ਬਾਕੀ ਪੇਮੈਂਟ ਉਹਨੂੰ ਕਰਦਾ ਹੈ। ਪਰ ਇਹਦੇ ਵਿੱਚ ਪ੍ਰੋਟੈਕਸ਼ਨ ਦਿੱਤੀ ਗਈ ਹੈ ਰੈਵਨਿਊ ਮਤਲਬ ਪਟਵਾਰੀ ਨੂੰ ਤੇ ਕਾਨੂੰਗੋ ਨੂੰ, ਵੀ ਤੁਹਾਡੀ ਜਿਹੜੀ ਸੈਲਰੀ ਅਟੈਚ ਨਹੀਂ ਕੀਤੀ ਜਾ ਸਕਦੀ। ਪਰ ਫਿਰ ਵੀ ਜੇਕਰ ਕੋਈ ਪਟਵਾਰੀ ਜਾਂ ਕਾਨੂੰਗੋ ਵੱਲੋਂ ਆਪਣੀ ਸੈਲਰੀ ਦੇ ਸੰਬੰਧ ਵਿੱਚ ਕਿਸੇ ਬੰਦੇ ਨਾਲ ਐਗਰੀਮੈਂਟ ਕਰ ਲਿਆ ਜਾਂਦਾ ਹੈ ਵੀ ਮੇਰੀ ਇਹ ਸੈਲਰੀ ਤੂੰ ਲਏਗਾ ਇੰਨੇ ਪੈਸੇ ਪਰ ਮੰਥ ਮਤਲਬ ਕਿ 60% ਜਾਂ 70% ਜਾਂ 80% ਸੈਲਰੀ ਦਾ ਐਗਰੀਮੈਂਟ ਕਰ ਲਿਆ ਜਾਂਦਾ ਆਪਣੀ ਦਾ ਵੀ ਮੈਂ ਤੁਹਾਨੂੰ ਦੇਣ ਦਾ ਜ਼ਿੰਮੇਵਾਰ ਹੋਵਾਂਗਾ। ਬੇਸ਼ੱਕ ਉਹ ਜ਼ਬਾਨੀ ਕੋਨੇ ਜੋ ਮਰਜ਼ੀ ਲਈ ਜਾਂਦੇ ਆ, ਪਰ ਕੋਰਟ ਦੇ ਵਿੱਚ ਉਹ ਜਿਹੜਾ ਆਰਡਰ ਹੈਗਾ ਉਹ ਐਗਰੀਮੈਂਟ ਹੈ, ਕੋਰਟ 'ਚ ਇਨਫੋਰਸੇਬਲ ਨਹੀਂ ਹੈਗਾ। ਉਸ ਕੋਰਟ ਦੇ ਵਿੱਚ ਤੁਸੀਂ ਕੋਈ ਵੀ ਵਿਅਕਤੀ ਜਿਹੜਾ ਉਸ ਆਰਡਰ ਜਿਹੜਾ ਉਹ ਐਗਰੀਮੈਂਟ ਜੇ ਕੋਰਟ 'ਚ ਲੈ ਕੇ ਜਾਂਦਾ ਹੈ ਵੀ ਮੇਰਾ ਇਹਦੇ ਨਾਲ ਐਗਰੀਮੈਂਟ ਹੋਇਆ ਸੀ, ਇਹਨੇ ਮੈਨੂੰ ਇਹਦੇ ਪੈਸੇ ਦੇਣੇ ਸੀ ਪਰ ਮੰਥ, ਪਰ ਇਹ ਨਹੀਂ ਦਿੰਦਾ ਹੈਗਾ, ਤਾਂ ਉਹ ਜਿਹੜਾ ਐਗਰੀਮੈਂਟ ਹੈ ਉਹ ਦੈਟ ਇਜ਼ ਇਨਵੈਲਿਡ, ਉਹ ਕੋਰਟ 'ਚ ਇਨਫੋਰਸੇਬਲ ਨਹੀਂ ਹੈਗਾ ਇਸ ਸੈਕਸ਼ਨ ਦੇ ਤਹਿਤ। ਅੱਗੇ ਆਪਾਂ ਸੈਕਸ਼ਨ ਚੈਪਟਰ 4 ਪੜ੍ਹਿਆ ਸੀਗਾ, ਰਿਕਾਰਡ ਆਫ ਰਾਈਟਸ ਐਂਡ ਡਾਕੂਮੈਂਟਸ ਇਨਕਲੂਡਡ ਦੇਅਰਿਨ। ਜਮ੍ਹਾਂਬੰਦੀ ਕੀ ਹੁੰਦੀ ਹੈ, ਜਮ੍ਹਾਂਬੰਦੀ ਵਿੱਚ ਕਿਹੜੇ ਡਾਕੂਮੈਂਟਸ ਹੁੰਦੇ ਨੇ। ਸੈਕਸ਼ਨ 31 ਸੀਗਾ, ਜੇ ਤੁਹਾਨੂੰ ਜਮ੍ਹਾਂਬੰਦੀ ਦੀ ਗੱਲ ਕਰਦੇ ਆ ਕੁਐਸਚਨ ਆ ਜਾਂਦਾ ਤਾਂ ਤੁਸੀਂ ਇੰਡੈਕਸ ਬੇਸ਼ੱਕ ਦੇਖਣਾ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸੈਕਸ਼ਨ 31 ਇਸ ਨੂੰ ਡੀਲ ਕਰਦਾ ਹੈਗਾ ਰਿਕਾਰਡ ਆਫ ਰਾਈਟਸ ਨੂੰ, ਜਿਵੇਂ ਜਮ੍ਹਾਂਬੰਦੀ ਨੂੰ ਸੈਕਸ਼ਨ 31 ਡੀਲ ਕਰਦਾ ਹੈ। ਜਮ੍ਹਾਂਬੰਦੀ ਆਪਾਂ ਸਾਰਿਆਂ ਨੂੰ ਭਲੀ ਭਾਂਤ ਜਾਣੂ ਹੈ ਵੀ ਆਪਾਂ ਸੈਕਸ਼ਨ 31 ਦੇ ਵਿੱਚ ਕੀ ਕੁਝ ਹੁੰਦਾ ਹੈਗਾ। ਮਾਲਕਾਂ ਦੇ ਨਾਮ ਹੁੰਦੇ ਨੇ, ਕਾਸ਼ਤਕਾਰਾਂ ਦੇ ਨਾਮ ਹੁੰਦੇ ਨੇ, ਗਹਿਣੇ ਵਾਲਿਆਂ ਦੇ ਨਾਮ ਹੁੰਦੇ ਨੇ, ਮੁਰਤਨ ਦੇ ਨਾਮ ਹੁੰਦੇ ਨੇ, ਤੇ ਮਾਮਲਾ ਵੀ ਐਡ ਕੀਤਾ ਹੈ ਹੁੰਦਾ, ਕੌਣ ਠੇਕੇਦਾਰ ਹੈ, ਕੌਣ ਕਿੰਨੀ ਕਾਸ਼ਤ ਕਿੰਨੇ ਪੈਸੇ ਕੋਈ ਉਸ ਜ਼ਮੀਨ ਨੂੰ ਕਾਸ਼ਤ ਕਰਨ ਦੇ ਬਦਲੇ ਵਿੱਚ ਮਾਲਕ ਨੂੰ ਅਦਾ ਕਰਦਾ ਹੈ, ਤੇ ਕਿੰਨੀ ਇਹ ਸਾਰੇ ਵੇਰਵੇ ਜਿਹੜੇ ਹੁੰਦੇ ਨੇ, ਕਿੰਨਾ ਕਿਸੇ ਨੇ ਲੋਨ ਲਿਆ, ਜੋ ਵੀ ਹੈਗਾ ਜਮ੍ਹਾਂਬੰਦੀ 'ਚ ਐਂਟਰੀਆਂ ਹੁੰਦੀਆਂ ਨੇ ਉਹ ਸਾਰੀਆਂ ਇੱਥੇ ਦੱਸੀਆਂ ਗਈਆਂ ਨੇ। ਪਿੰਡ ਦੇ ਰੀਤੀ ਰਿਵਾਜ ਕੀ ਨੇ, ਲਾਇਬਿਲਿਟੀਜ਼ ਕੀ ਨੇ, ਜਿਹੜਾ ਨਕਸ਼ਾ ਵਗੈਰਾ ਹੁੰਦਾ ਉਹ ਵੀ ਇਹਦਾ ਪਾਰਟ ਬਣ ਜਾਂਦਾ ਹੈ। ਇਹ ਸਾਰੇ ਸੈਕਸ਼ਨ 31 ਦੱਸੇ ਗਏ ਨੇ ਜਮ੍ਹਾਂਬੰਦੀ 'ਚ ਕੀ ਕਿਹੜੀਆਂ ਐਂਟਰੀਆਂ ਪੈਂਦੀਆਂ ਨੇ। ਸੈਕਸ਼ਨ 32 ਹੈਗਾ ਮੇਕਿੰਗ ਆਫ ਸਪੈਸ਼ਲ ਰਿਵੀਜ਼ਨ ਆਫ ਦਾ ਰਿਕਾਰਡ ਆਫ ਰਾਈਟਸ। ਕਮਿਸ਼ਨਰ ਜੇਕਰ ਕਿਸੇ ਪਿੰਡ ਦੀ ਜਮ੍ਹਾਂਬੰਦੀ ਪਰਚਾ ਕਿਸੇ ਕਾਰਨ ਗੁੰਮ ਹੋ ਜਾਵੇ ਤਾਂ ਕਮਿਸ਼ਨਰ ਕੋਲੇ ਪਾਵਰਸ ਨੇ ਉਸ ਪਿੰਡ ਦੀ ਜਮ੍ਹਾਂਬੰਦੀ ਨਵੀਂ ਬਣਾਉਣ ਦੀਆਂ, ਜਿਹੜੀਆਂ ਨੋਟੀਫਿਕੇਸ਼ਨ ਹੈ ਉਹ ਆਰਡਰਸ ਨੇ ਕਮਿਸ਼ਨਰ ਵੱਲੋਂ ਦਿੱਤੇ ਜਾਂਦੇ ਨੇ। ਜਾਂ ਤਾਂ ਨਵੇਂ ਸਿਰ ਤੋਂ ਜਮ੍ਹਾਂਬੰਦੀ ਬਣਾਉਣੀ ਹੋਵੇ
ਜਾਂ ਜਮਾਬੰਦੀ ਦੀ ਹਾਲਤ ਕੋਈ ਐਸੀ ਹੋ ਚੁੱਕੀ ਹੋਵੇ, ਖਸਤਾ ਹੋ ਚੁੱਕੀ ਹੋਵੇ, ਮੰਨ ਲਓ ਚੂਹੇ ਨੇ ਕੁਦਰਤ ਦਿੱਤੀ ਹੋਵੇ ਜਾਂ ਗਿੱਲੀ ਹੋਵੇ, ਭਿੱਜ ਗਈ ਹੋਵੇ, ਖਰਾਬ ਹੋ ਗਈ ਹੋਵੇ, ਕੋਈ ਵੀ ਕਿਸੇ ਵੀ ਤਸਦੀਕ ਦੇ ਕਾਰਨ ਕਿਤੇ ਨਹਿਰ 'ਚ ਗਿਰ ਗਈ ਹੋਵੇ, ਹੋਰ ਹੋ ਗਿਆ ਹੋਵੇ, ਤਾਂ ਜਿਹੜਾ ਕਮਿਸ਼ਨਰ ਕੋਲ ਪਾਵਰਸ ਹੈਗੀਆਂ ਨੇ ਵੀ ਉਸ ਜਮਾਬੰਦੀ ਨੂੰ ਨਵੇਂ ਸਿਰੇ ਤੋਂ ਜਾਂ ਰਿਵੀਜ਼ਨ ਜਾਂ ਇੰਨੇ ਇੰਤਕਾਲ ਹੋ ਚੁੱਕੇ ਹੋਣ ਕਿ ਆਪਾਂ 5 ਸਾਲਾਂ ਬਾਅਦ ਜਮਾਬੰਦੀ ਬਣਾਉਂਦੇ ਹਾਂ, 1 ਸਾਲ ਬਾਅਦ ਹੀ ਜਮਾਬੰਦੀ ਦਾ ਬੁਰਾ ਹਾਲ ਹੋ ਗਿਆ ਕਿ ਉਸ ਜਮਾਬੰਦੀ ਤੋਂ ਫਰਦਰ ਵਰਕਿੰਗ ਕਰਨੀ ਇੰਨੀ ਮੁਸ਼ਕਿਲ ਹੋ ਗਈ। ਸਾਲ ਬਾਅਦ ਜਾਂ 1.5 ਸਾਲ ਬਾਅਦ ਕੋਈ ਅਰਬਨ ਏਰੀਆ ਦੀ ਕੋਈ ਜਮਾਬੰਦੀ ਸੀਗੀ, ਉਹਦੇ ਵਿੱਚ ਜਿਹੜਾ ਕਮਿਸ਼ਨਰ ਹੈਗੇ ਆ ਉਹ ਉਸ ਜਮਾਬੰਦੀ ਨੂੰ ਸਾਲ ਬਾਅਦ ਵੀ, 2 ਸਾਲ ਵੀ, 3 ਸਾਲ ਬਾਅਦ ਵੀ ਜਦੋਂ ਵੀ ਮਤਲਬ ਕਿ ਮਹਿਸੂਸ ਹੋਵੇ ਜਾਂ ਆਪਣੀ ਫੀਲਡ ਸਟਾਫ ਦੀ ਜਿਹੜੀ ਰਿਪੋਰਟ ਹੈ, ਪਟਵਾਰੀ ਹਲਕਾ ਤੋਂ ਲੈ ਕੇ ਤਹਿਸੀਲਦਾਰ ਦੀ ਜਿਹੜੀ ਰਿਪੋਰਟ ਹੈ ਉਹ ਡੀਸੀ ਥਰੂ ਹੋ ਕੇ ਕਮਿਸ਼ਨਰ ਕੋਲ ਜਾਵੇ ਤਾਂ ਕਮਿਸ਼ਨਰ ਉਹਤੇ ਆਰਡਰ ਕਰ ਸਕਦਾ ਜਿਹੜੀ ਜਮਾਬੰਦੀ ਹੈ ਉਸਨੂੰ ਸਮੇਂ ਤੋਂ ਪਹਿਲਾਂ ਵੀ ਤਿਆਰ ਕਰਨ ਦੇ ਲਈ ਆਰਡਰ ਕੀਤੇ ਜਾ ਸਕਦੇ ਨੇ। ਇਸ ਤਰ੍ਹਾਂ ਜਿਹੜਾ ਐਨੂਅਲ ਰਿਕਾਰਡ ਹੁੰਦਾ ਹੈ ਜਮਾਬੰਦੀ ਦਾ ਜਿਹੜਾ ਪਾਰਟ ਹੈ, ਐਨੂਅਲ ਰਿਕਾਰਡ ਅਸੀਂ ਉਸਨੂੰ ਕਹਿੰਦੇ ਆ, ਜਿਹੜਾ ਵੀ ਜਮਾਬੰਦੀ ਬਣਨ ਤੋਂ ਬਾਅਦ ਜਿਹੜਾ ਅਸੀਂ ਰਿਕਾਰਡ ਡੇ ਟੂ ਡੇ ਅਪਡੇਟ ਕਰਦੇ ਆ, ਇੰਤਕਾਲ ਕਰਦੇ ਆ, ਰੋਜ਼ਨਾਮੇ ਤੇ ਦਰਜ ਕਰਦੇ ਆ, ਗਰਦਾਵਰੀਆਂ 'ਚ ਅਮਲ ਕਰਦੇ ਆ ਤੇ ਰੋਜ਼ਨਾਮੇ ਤੇ ਰਪਟ ਦਰਜ ਕਰਕੇ ਜਮਾਬੰਦੀ 'ਚ ਹਵਾਲੇ ਦਿੰਦੇ ਆ। ਇਹ ਸਾਰੇ ਜਿਹੜੇ ਰਿਕਾਰਡ ਹੈਗੇ ਸਾਡੇ ਫਰਦਰ ਇਸ ਤੋਂ ਇਲਾਵਾ ਜਮਾਬੰਦੀ ਤੋਂ ਇਲਾਵਾ ਇਹਨਾਂ ਨੂੰ ਅਸੀਂ ਐਨੂਅਲ ਰਿਕਾਰਡ ਕਹਿੰਦੇ ਆ, ਡੇਲੀ ਰਿਕਾਰਡ, ਦੈਟ ਇਜ਼ ਆਲਸੋ ਦਾ ਪਾਰਟ ਆਫ ਦਾ ਜਮਾਬੰਦੀ। ਇਹ ਜਮਾਬੰਦੀ ਦੇ ਪਾਰਟ ਹੀ ਦਿਖਾਉਂਦੇ ਆ ਤੇ ਮੇਕਿੰਗ ਹਾਂ ਸੈਕਸ਼ਨ 34 ਹੈ, ਸੈਕਸ਼ਨ 34 ਇਜ਼ ਵੈਰੀ ਇੰਪੋਰਟੈਂਟ ਹੈ। ਇਹਦੇ ਵਿੱਚ ਕੀ ਹੈਗਾ ਵੀ ਜਦੋਂ ਕਿਸੇ ਬੰਦੇ ਨੇ ਕੋਈ ਰਾਈਟਸ ਅਕਵਾਇਰ ਕੀਤੇ ਆ, ਮੰਨ ਲਓ ਕਿਸੇ ਨੇ ਕੋਈ ਕਿਸੇ ਨੇ ਕੋਈ ਆਪਣਾ ਐਗਰੀਮੈਂਟ ਬਣਾ ਲਿਆ ਪਾਰਟੀਸ਼ਨ ਦਾ ਜਾਂ ਤਬਾਦਲੇ ਦਾ ਐਗਰੀਮੈਂਟ ਬਣਾ ਲਿਆ, ਜਾਂ ਕਿਸੇ ਦੇ ਘਰ 'ਚ ਕੋਈ ਡੈਥ ਹੋ ਗਈ, ਵਿਰਾਸਤ ਹੋ ਗਈ, ਤਾਂ ਉਹ ਇਹ ਜਿਹੜੇ ਨਵੇਂ ਰਾਈਟਸ ਅਕਵਾਇਰ ਹੋਏ ਉਹ ਪਰਸਨ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਜਾ ਕੇ ਰੈਵਨਿਊ ਆਫਿਸਰ ਨੂੰ ਜਾਂ ਪਟਵਾਰੀ ਹਲਕਾ ਨੂੰ ਰਿਪੋਰਟ ਕਰੇ ਆਪਣੀ। ਜਿਵੇਂ ਉਹ ਰਿਪੋਰਟ ਕਰੇਗਾ ਸੈਕਸ਼ਨ 34 ਦੇ ਵਿੱਚ ਪਰਸਨ ਆ ਕੇ ਰਿਪੋਰਟ ਕਰੇਗਾ, ਜੇਕਰ ਉਹ ਬੰਦਾ ਖੁਦ ਨਹੀਂ ਆ ਸਕਦਾ ਜਾਂ ਉਹ ਬੰਦਾ ਜਿਹੜਾ ਮਾਲਕ ਹੈ ਉਹ ਮਾਈਨਰ ਹੈ ਤਾਂ ਜਿਹੜਾ ਉਹਦਾ ਗਾਰਡੀਅਨ ਹੈ ਜਾਂ ਉਹ ਜ਼ਮੀਨ ਦੀ ਜਿਹੜੀ ਸੁਪਰਵਿਜ਼ਨ ਕਰਦਾ ਹੈਗਾ ਤਾਂ ਉਹ ਵਿਅਕਤੀ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਉਸ ਨਵੇਂ ਰਾਈਟਸ ਜਿਹੜੇ ਅਕਵਾਇਰ ਕੀਤੇ ਨੇ ਕਿਸੇ ਪਰਸਨ ਨੇ ਆਪਣੀ ਜ਼ਮੀਨ ਦੇ ਪ੍ਰਤੀ, ਜਾਂ ਉਹ ਜ਼ਮੀਨ ਉਹਦੇ ਕਿਸੇ ਫਾਦਰ ਦੇ ਨਾਂ ਸੀ, ਦਾਦੇ ਦੇ ਨਾਂ ਤੇ ਸੀਗੀ, ਉਹਦੀ ਡੈਥ ਹੋ ਗਈ, ਠੀਕ ਹੈ ਜੀ, ਉਹ ਜ਼ਿੰਮੇਵਾਰੀ ਬਣਦੀ ਹੈ ਉਸ ਬੰਦੇ ਦੀ ਵੀ ਉਹ ਜਾ ਕੇ ਪਟਵਾਰੀ ਹਲਕਾ ਕੋਲੇ ਰਿਪੋਰਟ ਕਰੇ ਵੀ ਏਦਾਂ ਕਰਕੇ ਜਿਹੜਾ ਸਾਡਾ ਹੈਗਾ ਇਹ ਬੰਦੇ ਦੀ ਡੈਥ ਹੋ ਚੁੱਕੀ ਹੈ, ਜਾਂ ਸਾਨੇ ਆਹ ਵਿਰਾਸਤ ਦਰਜ ਕਰਵਾਉਣੀ ਹੈ, ਜਾਂ ਅਸੀਂ ਆਹ ਤਕਸੀਮ ਦਾ ਇੰਤਕਾਲ ਦਰਜ ਕਰਵਾਉਣਾ, ਅਸੀਂ ਐਗਰੀਮੈਂਟ ਹੋਇਆ ਸੀਗਾ, ਇਕਰਾਰਨਾਮਾ ਸਾਡਾ ਹੋਇਆ ਸੀ ਤਬਾਦਲੇ ਦਾ, ਅਸੀਂ ਉਹ ਦਰਜ ਕਰਵਾਉਣਾ ਹੈ, ਉਹਦੀ ਖੁਦ ਦੀ ਰਿਸਪੌਂਸਿਬਿਲਿਟੀ ਹੈ। ਇਹ ਨਹੀਂ ਹੈਗਾ ਵੀ ਪਟਵਾਰੀ ਹਲਕਾ ਹੀ ਜਾ ਕੇ ਉਹਦੇ ਘਰ ਜਾਵੇ, ਠੀਕ ਹੈ ਜੀ। ਤੇ ਫਿਰ ਉਹਦੀ ਰਿਪੋਰਟ ਦੇ ਮੁਤਾਬਕ ਪਟਵਾਰੀ ਹਲਕਾ ਵੱਲੋਂ ਰਿਕਾਰਡ ਦੇ ਵਿੱਚ ਐਂਟਰੀਆਂ ਕਰ ਦਿੱਤੀਆਂ ਜਾਂਦੀਆਂ ਨੇ ਤੇ ਫਰਦਰ ਐਂਟਰੀ ਜਦੋਂ ਇੱਕ ਵਾਰੀ ਇੰਤਕਾਲ ਦਰਜ ਹੋ ਗਿਆ, ਮੰਨ ਲਓ ਸਪੋਜ਼ ਕਰੋ ਇੰਤਕਾਲ ਦਰਜ ਹੋ ਗਿਆ, ਉਸ ਇੰਤਕਾਲ ਦੀ ਸਮੇਂ-ਸਮੇਂ ਤੇ ਜਿਹੜਾ ਰੈਵਨਿਊ ਆਫਿਸਰ ਹੈ ਉਹਦੀ ਇਨਕੁਆਇਰੀ ਕਰੇਗਾ, ਦੇਖੇਗਾ, ਦੇਖ ਕੇ ਉਹਦੇ ਤੇ ਜੋ ਵੀ ਹੈਗਾ ਉਹਨੂੰ ਠੀਕ ਸਮਝੇਗਾ, ਐਜ਼ ਹੀ ਥਿੰਕਸ ਫਿਟ ਉਹਦੇ ਤੇ ਆਰਡਰ ਪਾਸ ਕਰ ਦੇਗਾ, ਚਾਹੇ ਉਸ ਐਂਟਰੀ ਨੂੰ ਅਪਰੂਵ ਕਰ ਦੇ ਜਾਂ ਕੋਈ ਮੋਡੀਫਿਕੇਸ਼ਨ ਵੀ ਕਰ ਸਕਦਾ ਹੈ, ਜਾਂ ਕਿਸੇ ਐਂਟਰੀ ਨੂੰ ਜੋ ਉਹਨੂੰ ਲੱਗਦਾ ਵੀ ਗਲਤ ਨੇ ਤਾਂ ਉਹਨੂੰ ਕੈਂਸਲ ਵੀ ਕਰ ਸਕਦਾ ਹੈ। ਸੈਕਸ਼ਨ 35 ਤੇ ਸੈਕਸ਼ਨ 36 ਹੈ ਜਿਹੜਾ ਹੈ ਡਿਟਰਮੀਨੇਸ਼ਨ ਆਫ ਡਿਸਪਿਊਟਸ। ਮੰਨ ਲਓ ਕਿਸੇ ਐਂਟਰੀ ਨੂੰ ਲੈ ਕੇ ਕੋਈ ਡਿਸਪਿਊਟ ਕ੍ਰੀਏਟ ਹੋ ਜਾਂਦਾ ਹੈ, ਰੈਵਨਿਊ ਆਫਿਸਰਸ ਇਸ ਸਿੱਟੇ ਤੇ ਨਹੀਂ ਪਹੁੰਚ ਸਕਦਾ ਵੀ ਅਸਲ 'ਚ ਬੰਦਾ ਕਿਹੜਾ ਜਿਹਦਾ ਕਬਜ਼ਾ ਹੈਗਾ ਜ਼ਮੀਨ ਦੇ ਉੱਪਰ, ਤਾਂ ਕਬਜ਼ੇ ਦੇ ਆਧਾਰ ਤੇ ਮੰਨ ਲਓ ਕੋਈ ਉਸਨੇ ਫੈਸਲਾ ਕਰਨਾ ਸੀਗਾ ਤਾਂ ਪਹਿਲਾਂ ਅਸਰਟਨ ਕਰੇਗਾ ਰੈਵਨਿਊ ਆਫਿਸਰਸ ਵੀ ਮੌਕੇ ਤੇ ਕਬਜ਼ਾ ਕਿਹੜੀ ਪਾਰਟੀ ਦਾ ਹੈਗਾ, ਜਾਂ ਉਸਨੂੰ ਲੱਗੇ ਵੀ ਇਹ ਪਾਰਟੀ ਮੌਕੇ ਤੇ ਕਬਜ਼ ਹੋਣੀ ਚਾਹੀਦੀ ਹੈ, ਦੂਜੀ ਪਾਰਟੀ ਕੋ ਮੌਕੇ ਤੇ ਕਬਜ਼ ਹੈਗੀ ਆ, ਅਸਲੀ ਪਰਸਨ ਇਹ ਹੈਗਾ, ਤਾਂ ਆਰਡਰ ਕਰੇਗਾ ਰੈਵਨਿਊ ਆਫਿਸਰਸ ਵੀ ਹੀ ਹੈਜ਼ ਟੂ ਪੁੱਟ ਇਨ ਦਾ ਪੋਜੀਸ਼ਨ। ਉਹ ਜਿਹੜਾ ਆਰਡਰ ਹੋ ਗਿਆ ਰੈਵਨਿਊ ਆਫਿਸਰ ਦਾ ਉਹੀ ਉਹਦੀ ਐਂਟਰੀ ਦੇ ਵਿੱਚ ਪਏਗੀ ਰੈਵਨਿਊ ਰਿਕਾਰਡ ਤੇ, ਜੋ ਪਟਵਾਰੀ ਹਲਕਾ ਨੂੰ ਦਰਜ ਕੀਤਾ ਗਿਆ ਹੈ, ਠੀਕ ਹੈ ਜੀ। ਨੈਕਸਟ ਸੈਕਸ਼ਨ 37 ਆ ਜਾਂਦਾ ਹੈ, ਰਿਸਟ੍ਰਿਕਸ਼ਨਸ ਔਨ ਦਾ ਵੇਰੀਏਸ਼ਨਸ। ਰਿਸਟ੍ਰਿਕਸ਼ਨਸ ਕੀ ਨੇ ਸੈਕਸ਼ਨ 37 ਦੇ ਵਿੱਚ ਵੀ ਜੋ ਪੁਰਾਣਾ ਰਿਕਾਰਡ ਤੁਹਾਡਾ ਬਣਿਆ ਹੋਇਆ, ਪੁਰਾਣੀ ਜਮਾਬੰਦੀ ਬਣੀ ਹੋਈ ਹੈ, ਉਹਦੇ ਵਿੱਚ ਬਗੈਰ ਮਤਲਬ ਤੋਂ ਕੋਈ ਲੋੜੀਂਦੀ ਚੇਂਜ ਨਹੀਂ ਆਣੀ ਚਾਹੀਦੀ। ਜੇ ਕੋਈ ਚੇਂਜ ਆਉਂਦੀ ਹੈ ਤਾਂ ਉਹਦਾ ਕੋਈ ਬੇਸ ਹੋਣਾ ਚਾਹੀਦਾ ਹੈ, ਕੋਈ ਆਰਡਰ ਹੋਣਾ ਚਾਹੀਦਾ, ਕੋਈ ਇੰਤਕਾਲ ਹੋਣਾ ਚਾਹੀਦਾ, ਕੋਈ ਰਪਟ ਰੋਜ਼ਾਨਾ ਤੇ ਦਰਜ ਹੋਈ ਹੋਣੀ ਚਾਹੀਦੀ ਹੈ। ਜਮਾਬੰਦੀ ਦੇ ਵਿੱਚ ਬਗੈਰ ਕਿਸੇ ਵੀ ਫਰਦਰ ਕਿਸੇ ਵੀ ਆਰਡਰ ਤੋਂ, ਕਿਸੇ ਪ੍ਰੋਸੀਡਿੰਗ ਤੋਂ ਬਿਨਾ ਜਮਾਬੰਦੀ ਦਾ ਜਿਹੜਾ ਖੇਵਟ ਹੈ, ਕੋਈ ਵੀ ਖੇਵਟ ਹੈ, ਚਾਹੇ ਉਹ ਐਜ਼ ਇਟ ਇਜ਼ ਹੋਣੀ ਚਾਹੀਦੀ ਹੈ, ਉਹਦੇ 'ਚ ਕੋਈ ਚੇਂਜ ਨਹੀਂ ਆਣੀ ਚਾਹੀਦੀ। ਇਹ ਰਿਸਟ੍ਰਿਕਸ਼ਨ ਦਿੱਤੀ ਗਈ ਹੈ ਸੈਕਸ਼ਨ 37 ਦੇ ਵਿੱਚ। ਜੇ ਉਹ ਹੈਗਾ ਤਾਂ ਉਹਦਾ ਕੋਈ ਪ੍ਰੂਫ ਹੋਣਾ ਚਾਹੀਦਾ ਵੀ ਅਸੀਂ ਇਹ ਜਿਹੜੀ ਚੇਂਜ ਕੀਤੀ ਹੈ ਤਾਂ ਕਿਉਂ ਕੀਤੀ ਹੈ, ਦਾ ਕੀ ਕਾਰਨ ਹੈਗਾ। ਅੱਗੇ ਸੈਕਸ਼ਨ 39 ਹੈ ਪੈਨਲਟੀ। ਜੇ ਕੋਈ ਵਿਅਕਤੀ ਮੰਨ ਲਓ ਉਸਨੇ ਕੋਈ ਰਾਈਟ ਅਕਵਾਇਰ ਕੀਤਾ ਹੈ ਕਿਸੇ ਕਾਰਨ, ਕੋਈ ਵਿਰਾਸਤ ਹੈ ਹੋਈ ਜਾਂ ਕੁਝ ਵੀ ਕਿਸੇ
ਕੋਈ ਕਿਸੇ ਲੈਣ ਦੇ ਪ੍ਰਤੀ ਉਸਨੇ ਕੋਈ ਰਾਈਟਸ ਅਕਵਾਇਰ ਕੀਤੇ ਨੇ ਤੇ ਉਹ ਪਟਵਾਰੀ ਹਲਕਾ ਕੋਲੇ ਜਾ ਕੇ ਰਿਪੋਰਟ ਨਹੀਂ ਕਰਦਾ ਜਾਂ ਰੈਵਨਿਊ ਆਫਿਸਰ ਕੋਲੇ ਜਾ ਕੇ ਰਿਪੋਰਟ ਨਹੀਂ ਕਰਦਾ 3 ਮਹੀਨੇ ਦੇ ਅੰਦਰ ਅੰਦਰ, ਠੀਕ ਹੈ ਜੀ। 3 ਮਹੀਨੇ ਦੇ ਅੰਦਰ ਉਹਦੀ ਜ਼ਿੰਮੇਵਾਰੀ ਬਣਦੀ ਹੈ ਆਪਦੇ ਜਾ ਕੇ ਨਵੇਂ ਰਾਈਟ, ਕਿਉਂਕਿ ਜਿਹੜਾ ਰਿਕਾਰਡ ਹੈਗਾ ਪਟਵਾਰੀ ਹਲਕਾ ਵੱਲੋਂ ਮੇਨਟੇਨ ਹੁੰਦਾ ਹੈ, ਰਿਵਾਈਜ਼ ਕੀਤਾ ਜਾਂਦਾ ਹੈ। ਜੇਕਰ ਸਾਡਾ ਰਿਕਾਰਡ ਅਪ ਟੂ ਡੇਟ ਰਿਵਾਈਜ਼ ਹੋਏਗਾ ਤਦੀ ਜਿਹੜੇ ਹੈਗੇ ਫਰਦਰ ਡਿਸਪਿਊਟਸ ਕ੍ਰੀਏਟ ਨਹੀਂ ਹੋਣਗੇ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਤਾਂ ਕਿ ਰਿਕਾਰਡ ਟਾਈਮ ਤੇ ਅਪਡੇਟ ਹੁੰਦਾ ਰਹੇ ਤੇ ਫਰਦਰ ਡਿਸਪਿਊਟ ਕ੍ਰੀਏਟ ਨਾ ਹੋਣ, ਇਸ ਕਰਕੇ ਇਹ ਐਕਟ ਦੇ ਵਿੱਚ 39 ਦੇ ਵਿੱਚ ਪ੍ਰੋਵੀਜ਼ਨ ਦਿੱਤੀ ਗਈ ਹੈ ਵੀ ਉਹ ਪਰਸਨ ਦੀ ਜੋ ਰਿਸਪੌਂਸਿਬਿਲਿਟੀ ਹੈ, ਜ਼ਿੰਮੇਵਾਰੀ ਹੈ, ਹੀ ਇਜ਼ ਬਾਉਂਡ ਵੀ 3 ਮਹੀਨੇ ਦੇ ਅੰਦਰ ਜਾ ਕੇ ਰਿਪੋਰਟਿੰਗ ਕਰੇ, ਤਹਿਸੀਲਦਾਰ ਨੂੰ ਕਰੇ, ਕੰਸਰਨਡ ਰੈਵਨਿਊ ਆਫਿਸਰ ਨੂੰ ਕਰੇ ਜਾਂ ਪਟਵਾਰੀ ਹਲਕਾ ਨੂੰ ਕਰੇ। ਜੇਕਰ ਉਹ ਰਿਪੋਰਟ ਨਹੀਂ ਕਰਦਾ ਤਾਂ ਇੱਥੇ ਪ੍ਰੋਵੀਜ਼ਨ ਹੈ ਸੈਕਸ਼ਨ 39 ਦੇ ਵਿੱਚ ਕਲੈਕਟਰਸ ਨੂੰ 5 ਟਾਈਮਸ ਤੱਕ ਦੀ ਵੀ ਪੈਨਲਟੀ, ਜਿੰਨੀ ਕਿ ਉਸ ਕੰਮ ਦੀ ਜਿਹੜੀ ਸਰਕਾਰੀ ਫੀਸ ਬਣਦੀ ਹੈ, ਜਿਵੇਂ ਇੰਤਕਾਲ ਹੈ, ਇੰਤਕਾਲ ਦੀ ਫੀਸ ਅੱਜ ਕੱਲ੍ਹ ਮੇਰਾ 600 ਰੁਪਏ ਹੈ, ਠੀਕ ਹੈ ਜੀ, ਤਾਂ ਉਸ ਨੂੰ 5 ਟਾਈਮ ਤੱਕ 3000 ਰੁਪਏ ਤੱਕ ਵੀ ਫਾਈਨ ਕੀਤਾ ਜਾ ਸਕਦਾ ਹੈ ਇਸ ਸੈਕਸ਼ਨ 39 ਦੇ ਅੰਦਰ ਜੇ ਉਹ ਜਾ ਕੇ ਪ੍ਰੋਪਰ ਰਿਪੋਰਟਿੰਗ ਨਹੀਂ ਕਰਦਾ। ਇਸੇ ਤਰ੍ਹਾਂ ਜਿਹੜਾ ਪਰਸਨ ਹੈ ਉਹ ਬਾਉਂਡ ਹੈਗਾ ਸੈਕਸ਼ਨ 40 ਦੇ ਵਿੱਚ, ਪਰਸਨ ਬਾਉਂਡ ਹੈ ਜੋ ਵੀ ਡਾਕੂਮੈਂਟ ਚਾਹੀਦੇ ਹੈ ਪਟਵਾਰੀ ਹਲਕਾ ਨੂੰ ਉਹ ਪ੍ਰੋਡਿਊਸ ਕਰੇਗਾ। ਸੈਕਸ਼ਨ 40 ਸੀਗਾ। ਅੱਗੇ ਸੈਕਸ਼ਨ 41 ਚ ਕੀ ਸੀਗਾ? ਹਾਂ, ਸੈਕਸ਼ਨ 41 ਸੀਗਾ ਗਵਰਨਮੈਂਟ ਨਾਲ ਸੰਬੰਧਿਤ ਸੀਗਾ ਜੀ ਕਿ ਸੈਕਸ਼ਨ 41 ਗਵਰਨਮੈਂਟ ਨਾਲ ਜਿਹਨੇ ਕੋਈ ਪਿੰਡ ਦੇ ਕਿਸੇ ਦੀ ਜ਼ਮੀਨ ਦੇ ਵਿੱਚ ਕੋਈ ਮਾਈਨਿੰਗ ਨਿਕਲ ਆਉਂਦੀ ਹੈ, ਕੋਈ ਕੋਲੇ ਦੀ ਖਾਨ ਨਿਕਲ ਆਉਂਦੀ ਹੈ, ਕੋਈ ਤੇਲ ਦਾ ਕੂਆ ਨਿਕਲ ਆਉਂਦਾ ਹੈ, ਕੋਈ ਗੋਲਡ ਦੀ ਮਾਈਨਿੰਗ ਨਿਕਲ ਆਉਂਦੀ ਹੈ, ਤਾਂ ਉਹ ਜਿਹੜੀ ਪ੍ਰਾਪਰਟੀ ਹੈ ਉਹ ਸੂਮੋਟੋ ਇਸ ਸੈਕਸ਼ਨ ਦੇ ਤਹਿਤ ਸਰਕਾਰ ਦੀ ਬਣ ਜਾਂਦੀ ਹੈ। ਸਰਕਾਰ ਦਾ ਅਧਿਕਾਰ ਉਸ ਪ੍ਰਾਪਰਟੀ ਤੇ ਹੋ ਜਾਂਦਾ ਹੈ। ਸਰਕਾਰ ਉਸ ਦੀ ਜੋ ਵੀ ਉੱਥੇ ਲੋੜ ਦੀ ਜ਼ਰੂਰਤ ਹੁੰਦੀ ਹੈ, ਸਰਕਾਰ ਉਸ ਪ੍ਰਾਪਰਟੀ ਨੂੰ ਕਬਜ਼ੇ 'ਚ ਲੈ ਕੇ ਉਹਦੇ ਤੇ ਜੋ ਵੀ ਆਪਦੀ ਕਾਰਵਾਈ ਕਰਨੀ ਹੈ ਉਹ ਸਰਕਾਰ ਕਰ ਸਕਦੀ ਹੈ। ਇਹ ਸੈਕਸ਼ਨ 41 ਚ ਪ੍ਰੋਵਾਈਡ ਕੀਤਾ ਗਿਆ ਜੀ। ਇਸੇ ਤਰ੍ਹਾਂ ਪ੍ਰਜੰਪਸ਼ਨ ਐਸ ਟੂ ਓਨਰਸ਼ਿਪ ਸੈਕਸ਼ਨ 42 ਸੀਗਾ, ਜਿਹੜੀ ਪ੍ਰਾਪਰਟੀ 18/11/1971 ਤੋਂ ਪਹਿਲਾਂ ਜਿਹਨਾਂ ਰਿਕਾਰਡ ਦੇ ਵਿੱਚ ਐਂਟਰੀ ਪਾਈ ਹੋਈਆਂ ਨੇ ਉਹ ਸਰਕਾਰ ਦੀਆਂ ਮੰਨੀਆਂ ਜਾਂਦੀਆਂ ਨੇ। 18/11/1971 ਤੋਂ ਬਾਅਦ ਜੇ ਕੋਈ ਰਿਕਾਰਡ ਦੇ ਵਿੱਚ ਕੋਈ ਮਤਲਬ ਕਿ ਖਤਾਨ ਨੇ ਜਾਂ ਵੇਸਟ ਲੈਂਡ ਪਈ ਹੈ ਜਾਂ ਜੰਗਲਾਤ ਨੇ, 18/11/71 ਤੋਂ ਬਾਅਦ ਜੇਕਰ ਕੋਈ ਰਿਕਾਰਡ ਦੇ ਵਿੱਚ ਐਂਟਰੀ ਪਈ ਹੈ ਤਾਂ ਓਨਰਸ਼ਿਪ ਮਾਲਕਾਂ ਦੀ ਮੰਨੀ ਜਾਏਗੀ। ਪਰ ਇਹਦੇ ਵਿੱਚ ਕੋਈ ਅੱਗੇ ਫਰਦਰ ਡਿਟੇਲ ਦਿੱਤੀ ਗਈ, ਆਪਾਂ ਕੱਲ ਡਿਸਕਸ ਕੀਤਾ ਸੀਗਾ। ਤੇ 43 ਦੇ ਵਿੱਚ ਇਹ ਕਿਹਾ ਗਿਆ ਵੀ ਜਿਹੜੀਆਂ ਵੀ ਪ੍ਰਾਪਰਟੀਆਂ ਤੇ ਸਰਕਾਰ ਕਬਜ਼ਾ ਕਰ ਲੈਂਦੀ ਹੈ ਇਸ ਕਰਕੇ ਵੀ ਉੱਥੇ ਕੋਈ ਮਾਈਨਿੰਗ ਨਿਕਲੇ ਗੋਲਡ ਦੀ, ਕੋਲੇ ਦੀ, ਹੋਰ ਦੀ, ਤਾਂ ਉਹ ਸਰਕਾਰ ਪ੍ਰਾਪਰਟੀ ਤੇ ਕਬਜ਼ਾ ਕਰ ਲੈਂਦੀ ਹੈ, ਸਰਕਾਰ ਤੇ ਖੁਦਾਈ ਕਰਵਾਉਂਦੀ ਹੈ। ਇਹਦਾ ਜਿਹੜਾ ਲਾਸ ਹੁੰਦਾ ਹੈ ਉਸ ਮਾਲਕ ਨੂੰ ਸਰਕਾਰ ਵੱਲੋਂ ਪੇ ਕੀਤਾ ਜਾਂਦਾ ਹੈ। ਸੈਕਸ਼ਨ 43 ਕਹਿੰਦੀ ਹੈ। ਇੱਥੇ ਤੱਕ ਕੱਲ ਆਪਾਂ ਪੜ੍ਹਿਆ ਸੀਗਾ ਜੀ। ਅੱਜ ਆਪਾਂ ਸੈਕਸ਼ਨ 44 ਤੋਂ ਸ਼ੁਰੂ ਕਰਾਂਗੇ। Section 44 presumption in favor of the entries in the record of rights and annual records। ਇਹ ਬਹੁਤ ਇੰਪੋਰਟੈਂਟ ਹੈ ਜੀ। ਜਿਹੜਾ ਰਿਕਾਰਡ ਆਫ ਰਾਈਟਸ ਹੈ ਤੁਹਾਡਾ, ਇਟ ਇਜ਼ ਪ੍ਰਜ਼ਿਊਮ ਟੂ ਬੀ ਟਰੁਥ, ਪ੍ਰਜੰਪਸ਼ਨ ਆਫ ਟਰੁਥ ਦੇ ਨਾਂ ਤੇ ਇਹ ਜਾਣਿਆ ਜਾਂਦਾ ਹੈ। ਪ੍ਰਜੰਪਸ਼ਨ ਆਫ ਟਰੁਥ ਦੇ ਨਾਂ ਤੇ ਜਾਣਿਆ ਜਾਂਦਾ ਹੈ ਜਮਾਬੰਦੀ। ਪ੍ਰਜੰਪਸ਼ਨ ਆਫ ਟਰੁਥ ਦਾ ਮਤਲਬ ਕੀ ਹੈ ਵੀ ਜਦੋਂ ਤੱਕ ਕੋਈ ਵਿਅਕਤੀ ਇਸ ਮੰਨ ਲਓ ਕਿਸੇ ਇੱਕ ਬੰਦੇ ਨੇ ਕੋਈ ਜਮਾਬੰਦੀ ਪੇਸ਼ ਕਰਤੀ ਕੋਰਟ ਦੇ ਵਿੱਚ, he has no necessity ਜਾਂ ਉਹ ਬਾਉਂਡ ਨਹੀਂ ਹੈਗਾ ਵੀ ਉਹ ਜਮਾਬੰਦੀ ਜਾ ਕੇ ਪ੍ਰੂਵ ਕਰੇ। ਉਹਨੇ ਜਮਾਬੰਦੀ ਪੇਸ਼ ਕਰ ਦਿੱਤੀ ਤਾਂ ਤੁਹਾਡੀ ਜਿਹੜੀ ਜਮਾਬੰਦੀ ਹੈ ਪ੍ਰਜੰਪਸ਼ਨ ਆਫ ਟਰੁਥ ਹੈ, ਇਹਨੂੰ ਕੋਰਟ ਵੱਲੋਂ ਸੱਚ ਮੰਨਿਆ ਜਾਵੇਗਾ ਜਦੋਂ ਤੱਕ ਜੇ ਕੋਈ ਦੂਜੀ ਪਾਰਟੀ ਕਹਿੰਦੀ ਜਮਾਬੰਦੀ ਗਲਤ ਹੈ ਤਾਂ ਬਰਡਨ ਆਫ ਪ੍ਰੂਫ ਕਿਹਦੇ ਪੈਂਦਾ ਹੈ? ਉਸ ਦੂਜੀ ਪਾਰਟੀ ਤੇ ਪੈਂਦਾ ਜਿਹੜੀ ਗਲਤ ਕਹਿੰਦੀ ਹੈ। ਮੰਨ ਲਓ ਇਹਨੇ ਕੋਈ ਜਮਾਬੰਦੀ ਪ੍ਰੋਡਿਊਸ ਕੀਤੀ, ਇਹਨੇ ਕੋਈ ਜਮਾਬੰਦੀ ਕਿਸੇ ਕੋਰਟ ਦੇ ਵਿੱਚ, ਸਿਵਲ ਕੋਰਟ ਦੇ ਵਿੱਚ ਜਾਂ ਰੈਵਨਿਊ ਕੋਰਟ ਦੇ ਵਿੱਚ ਪੇਸ਼ ਕੀਤੀ ਹੈ, ਤਾਂ ਇਹ ਜ਼ਿੰਮੇਵਾਰ ਨਹੀਂ ਹੈਗਾ ਵੀ ਉਹ ਸਾਬਤ ਕਰਨ ਦਾ ਵੀ ਇਹ ਜਮਾਬੰਦੀ ਸਹੀ ਹੈ ਜਾਂ ਗਲਤ ਹੈ। ਜੇ ਬੀ ਪਾਰਟੀ ਕਹਿੰਦੀ ਇਹ ਜਮਾਬੰਦੀ ਗਲਤ ਹੈ ਤਾਂ ਬਰਡਨ ਆਫ ਪ੍ਰੂਫ ਲਾਈਜ਼ ਔਨ ਦਾ ਬੀ ਟੂ ਪ੍ਰੂਵ ਦਾ ਰੌਂਗ। ਵੀ ਇਹ ਜਮਾਬੰਦੀ ਗਲਤ ਹੈ ਤਾਂ ਬਰਡਨ ਆਫ ਪ੍ਰੂਫ ਉਹਦੇ ਤੇ ਹੈ, ਉਹ ਸਾਬਤ ਕਰੇ ਵੀ ਇਹ ਜਮਾਬੰਦੀ ਗਲਤ ਕਿਉਂ ਹੈਗੀ ਹੈ। ਠੀਕ ਹੈ ਜੀ। ਇਸ ਕਰਕੇ ਜਿਹੜੀ ਜਮਾਬੰਦੀ ਤੁਹਾਡੀ ਸੁਪਰੀਮ ਕੋਰਟ ਤੱਕ ਵੀ ਇਸ ਨੂੰ ਪ੍ਰਜੰਪਸ਼ਨ ਆਫ ਟਰੁਥ ਦੇ ਨਾਂ ਤੇ ਜਾਣਿਆ ਜਾਂਦਾ ਹੈ। ਇਹ ਸੈਕਸ਼ਨ 44 ਹੈ ਜੀ। ਸੈਕਸ਼ਨ 45 ਦੇ ਵਿੱਚ ਕੀ ਹੈਗਾ? ਸੂਟ ਫਾਰ ਡਿਕਲੇਰੇਟਰੀ ਡਿਗਰੀ। ਜੇਕਰ ਜਮਾਬੰਦੀ ਦੇ ਵਿੱਚ ਐਂਟਰੀਜ਼ ਹੋ ਗਈਆਂ, ਕੋਈ ਵਿਅਕਤੀ ਇਹਨਾਂ ਐਂਟਰੀ ਤੋਂ ਸੈਟੀਸਫਾਈ ਨਹੀਂ ਹੈਗਾ, ਅਸੀਂ ਐਜ਼ ਪਰ ਰੂਲਸ ਐਜ਼ ਪਰ ਲਾਅ ਅਸੀਂ ਐਂਟਰੀਜ਼ ਸਾਰੀਆਂ ਜਮਾਬੰਦੀ ਤਿਆਰ ਹੋ ਚੁੱਕੀ ਹੈ, ਸਾਰੀਆਂ ਪੜਤਾਲਾਂ ਵਗੈਰਾ ਹੋ ਚੁੱਕੀਆਂ ਨੇ ਜਾਂ ਸਾਡਾ ਰੈਵਨਿਊ ਰਿਕਾਰਡ ਕੋਈ ਵੀ ਬਣ ਚੁੱਕਿਆ ਹੈ। ਜੇ ਕੋਈ ਵਿਅਕਤੀ ਇਹਨਾਂ ਐਂਟਰੀਜ਼ ਤੋਂ ਸੈਟੀਸਫਾਈ ਨਹੀਂ ਹੈਗਾ ਤਾਂ ਉਸੇ ਡਿਕਲੇਰੇਟਰੀ ਸੂਟ। ਡਿਕਲੇਰੇਟਰੀ ਸੂਟ ਕੀ ਹੁੰਦਾ ਜੀ? ਸੂਟ ਫਾਰ ਡਿਕਲੇਰੇਸ਼ਨ ਸਪੈਸੀਫਿਕ ਰਿਲੀਫ ਐਕਟ ਹੈਗਾ 1877, ਸਪੈਸੀਫਿਕ ਰਿਲੀਫ ਐਕਟ 1877
ਉਹਦੇ ਤਹਿਤ ਕੋਈ ਵੀ ਵਿਅਕਤੀ ਕਿਸੇ ਵੀ ਆਪਣੇ ਜੋ ਜਿਸ ਗੱਲ ਤੇ ਉਹ ਦਾਅਵਾ ਕਰਦਾ ਹੈ ਵੀ ਇਹ ਪ੍ਰਾਪਰਟੀ ਮੇਰੀ ਹੈ, ਮੈਂ ਇਹਦਾ ਮਾਲਕ ਹਾਂ, ਦਰਜ ਕੀਤੀ ਗਈ ਹੈ ਇਹਦੇ ਨਾਂ ਤੇ, ਮੈਂ 20% ਹਾਂ, ਇਹ ਪ੍ਰਾਪਰਟੀ ਮੇਰੀ ਹੈ, ਤਾਂ ਉਹ ਸਪੈਸੀਫਿਕ ਰਿਲੀਫ ਐਕਟ 877 ਦੇ ਤਹਿਤ ਕੋਰਟ ਦੇ ਵਿੱਚ ਸੂਟ ਫਾਰ ਡੈਕਲੇਰੇਸ਼ਨ ਫਾਈਲ ਕਰ ਸਕਦਾ ਹੈ। ਸੂਟ ਫਾਰ ਡੈਕਲੇਰੇਸ਼ਨ ਫਾਈਲ ਕਰਕੇ ਆਪਣੀ ਕੇਸ ਜਿਹੜੀ ਹੈਗਾ ਉਹ ਕੇਸ ਨੂੰ ਕੰਟੈਸਟ ਕਰ ਸਕਦਾ ਹੈ। ਦੋਨੇ ਪਾਰਟੀਆਂ ਆਪਣੀਆਂ ਕੰਟੈਸਟ ਕਰ ਸਕਦੀਆਂ ਨੇ। ਮਤਲਬ ਕਿ ਇਹ ਕਿਹਾ ਗਿਆ ਵੀ ਜਮਾਬੰਦੀ ਦੇ ਖਿਲਾਫ ਤੁਸੀਂ ਸਿਵਲ ਕੋਰਟ 'ਚ ਵੀ ਜਾ ਸਕਦੇ ਹੋ ਸੂਟ ਫਾਰ ਡੈਕਲੇਰੇਸ਼ਨ ਦੇ ਰਾਹੀਂ। ਇਹ ਨਹੀਂ ਹੈਗਾ ਵੀ ਤੁਸੀਂ ਬਾਉਂਡ ਹੋ ਗਏ, ਤੁਹਾਡੇ ਕੋਲ ਕੋਈ ਰਿਲੀਫ ਨਹੀਂ ਹੈਗੀ। ਮੈਂ ਵੀ ਅਸੀਂ ਕਹਿੰਦੇ ਵੀ ਸਾਡਾ ਦਾ ਕੋਰਟ ਬਿਲਕੁਲ ਗਲਤ ਹੈ ਇੱਥੇ ਕਿ ਅਸੀਂ ਪਾਰਟੀ ਨੂੰ ਬਾਉਂਡ ਨਹੀਂ ਕਰ ਸਕਦੇ ਵੀ ਤੁਸੀਂ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਹੈਗਾ ਵੀ ਤੁਸੀਂ ਇਸ ਨੂੰ ਜਾ ਕੇ ਚੈਲੰਜ ਨਹੀਂ ਕਰ ਸਕਦੇ। ਪਾਰਟੀ ਚੈਲੰਜ ਕਰ ਸਕਦੀਆਂ ਨੇ ਸੂਟ ਫਾਰ ਡੈਕਲੇਰੇਸ਼ਨ ਦੇ ਰੂਪ ਦੇ ਵਿੱਚ ਐਜ਼ ਏ ਅੰਡਰ ਸਪੈਸੀਫਿਕ ਰਿਲੀਫ ਐਕਟ 877। ਸਰ ਕੁਐਸਚਨ ਪੁੱਛ ਸਰ? ਹਾਂਜੀ। ਇੱਕ ਜਿਸਲੇ ਮੈਰਿਜ ਹੋ ਜਾਂਦੀ ਹੈ ਕਿਸੇ ਯਾਰ ਫੀਮੇਲ ਦੀ, ਉਹ ਹਾਂਜੀ ਹਾਂਜੀ ਇਹ ਵਿਸ਼ਾ ਨਹੀਂ ਨਾ ਫਿਰ ਮੇਰੇ ਦਾ ਲਾਉਣਾ ਆਪਣੇ ਕੋਲੇ। ਹੈਲੋ, ਇਸੇ ਵਿਸ਼ੇ ਤੇ ਕੋਈ ਕੁਐਸਚਨ? ਨਹੀਂ ਸਰ ਇਸੇ ਕੁਐਸਚਨ ਹੈ ਵੀ ਉਹ ਕਈ ਵਾਰ ਕਹਿੰਦੇ ਸਾਡਾ ਅਲਿਆਸ ਕਰਕੇ ਜਮਾਬੰਦੀ ਚ ਨਾਮ ਲਿਖੋ, ਜਿੱਦਾਂ ਤੁਸੀਂ ਕਹਿੰਦੇ ਨਾ ਵੀ ਅਮੈਂਡਮੈਂਟ ਕਰਾ ਸਕਦਾ ਕੋਈ ਬੰਦੇ ਨੂੰ ਇਹਦੇ ਵਿੱਚ ਨਹੀਂ ਹੈਗਾ, ਜੇ ਡੈਕਲੇਰੇਟਰੀ ਸੂਟ ਨਹੀਂ ਕਰਦਾ, ਕੀ ਰੈਵਨਿਊ ਆਫੀਸਰ ਨੂੰ ਇਹ ਪਾਵਰ ਹੈਗੀ ਹੈ ਕਿ ਆਪਣਾ ਅਲਿਆਸ ਕਰਕੇ ਹਾਂ ਸਰਕਾਰ ਦੀਆਂ ਸੁਣੋ, ਸਰਕਾਰ ਦੀਆਂ ਨਵੀਆਂ ਇਨਸਟਰਕਸ਼ਨਸ ਹੈਗੀਆਂ ਨੇ ਜਿਹਦੇ ਵਿੱਚ ਪ੍ਰੋਵੀਜ਼ਨ ਦਿੱਤੀ ਗਈ ਹੈ ਵੀ ਜੇਕਰ ਕੋਈ ਬੰਦਾ ਆਪਣੇ ਨਾਮ ਨੂੰ ਚੇਂਜ ਵੀ ਕਰਵਾਉਣਾ ਚਾਹੁੰਦਾ ਹੈ, ਕਿਸੇ ਵਿਅਕਤੀ ਦਾ ਕੋਈ ਨਾਮ ਹੈ A ਹੈ, ਉਹ ਆਪਣੇ ਨਾਮ ਨੂੰ B ਕਰਾਉਣਾ ਚਾਹੁੰਦਾ ਹੈ, C ਕਰਾਉਣਾ ਚਾਹੁੰਦਾ ਹੈ, D ਕਰਾਉਣਾ ਚਾਹੁੰਦਾ ਹੈ, ਜਾਂ ਉਹਦੇ ਨਾਮ ਦੇ ਵਿੱਚ ਕੋਈ ਕਰੈਕਸ਼ਨ ਕਰਾਉਣਾ ਚਾਹੁੰਦਾ ਹੈ, ਜੇ ਤਾਂ ਸਾਡਾ ਬੇਸਿਕ ਰਿਕਾਰਡ ਸਹੀ ਹੈ ਫਿਰ ਤਾਂ ਦੇਖੋ ਸਾਡੇ ਕੋਲ ਪ੍ਰੋਵੀਜ਼ਨ ਹੈਗੀ ਹੈ ਉਹਦੀ ਫਰਜ਼ ਬਦਲਣ ਦੀ। ਜੇਕਰ ਸਾਡਾ ਉਹਦਾ ਰਿਕਾਰਡ ਜਿਹੜਾ ਨਾਮ ਹੈ ਉਹ ਪਹਿਲਾਂ ਤੋਂ ਕੁਝ ਹੋਰ ਹੈ ਤੇ ਹੁਣ ਉਹ ਆਪਣਾ ਨਾਮ ਚੇਂਜ ਕਰਕੇ ਕੁਝ ਹੋਰ ਕਰਵਾਉਣਾ ਚਾਹੁੰਦਾ ਹੈ, ਤਾਂ ਉਹਦੇ ਵਿੱਚ ਸਰਕਾਰ ਦੀਆਂ ਗਵਰਨਮੈਂਟ ਦੀਆਂ ਇੰਸਟਰਕਸ਼ਨਸ ਹੈਗੀਆਂ ਨੇ। ਉਹ ਸਾਡੇ ਕੋਲੇ ਰੈਵਨਿਊ ਆਫਿਸਰ ਦੀ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕਰ ਸਕਦਾ ਹੈ। ਰੈਵਨਿਊ ਆਫਿਸਰਸ ਉਸ ਜਿਹੜੀ ਰਿਪੋਰਟ ਹੈਗੀ ਹੈ ਉਹਨੂੰ ਪਿੰਡ ਦੇ ਪੱਧਰ ਤੇ ਪਟਵਾਰੀ ਹਲਕਾ ਦੇ ਰਾਹੀਂ ਉਹਦੀ ਇਨਕੁਆਇਰੀ ਕਰਵਾਏਗਾ ਤੇ ਜਿਹੜੀ 2 ਅਖਬਾਰਾਂ 'ਚ ਪਬਲੀਕੇਸ਼ਨ ਵੀ ਕਰਵਾਏਗਾ। ਪਿੰਡ ਦੇ ਜਿਹੜੇ 5-10 ਬੰਦੇ ਉੱਥੇ ਹੈਗੇ ਮੌਜੂਦ ਬੰਦੇ, ਉਹਦੇ ਨਾਂ ਤੇ ਉੱਥੋਂ ਇਨਕੁਆਇਰੀ ਹੋਏਗੀ ਤੇ ਉਹ ਆਪਣੇ ਡਾਕੂਮੈਂਟ ਵੀ ਪੇਸ਼ ਕਰੇਗਾ। 2 ਅਖਬਾਰਾਂ ਦੇ ਵਿੱਚ ਉਹਦੀ ਜਿਹੜੀ ਨੋਟੀਫਿਕੇਸ਼ਨ ਹੈ, ਪਬਲੀਕੇਸ਼ਨ ਹੈ, ਉਹ ਵੀ ਕਰਵਾਈ ਜਾਏਗੀ। ਇਹ ਕਰਵਾ ਕੇ ਸਾਰਾ ਪ੍ਰੋਸੈਸ ਇਹਦੇ ਵਿੱਚ ਹੈਗਾ, ਜਿਹੜੀ ਲੈਟਰ ਗਵਰਨਮੈਂਟ ਦੀ ਜਾਰੀ ਕੀਤੀ ਗਈ ਹੈ। ਜੇਕਰ ਤੁਹਾਡੇ ਕੋਲ ਨਹੀਂ, ਮੈਂ ਕਿਸੇ ਵੇਲੇ ਉਹਨੂੰ ਇਹਦੇ ਵਿੱਚ ਪਾ ਦਾਂਗਾ ਆਨਲਾਈਨ ਗਰੁੱਪ ਦੇ ਵਿੱਚ। ਉਹ ਪ੍ਰੋਸੈਸ ਅਡਾਪਟ ਕਰਕੇ ਕਿਸੇ ਦਾ ਅਸੀਂ ਨਾਮ ਚੇਂਜ ਵੀ ਕਰ ਸਕਦੇ ਹਾਂ। WhatsApp ਗਰੁੱਪ ਲੈ ਲਓ ਸਾਰੇ ਅੱਗੇ ਹੈ ਜੀ। ਇਹਦੇ ਨਾਲ ਰਿਲੇਟਡ ਹੋਰ ਕੁਐਸਚਨ ਹੈ ਸਰ, ਜਦੋਂ ਰਜਿਸਟਰੀ ਆ ਜਾਂਦੀ ਹੈ ਸਰ ਤੋਂ ਜੀ, ਰਜਿਸਟਰੀ ਦੇ ਕੋਲ ਬਕਾਇਦਾ ਮੈਂ ਚਾਹਾਂਗਾ ਵੀ ਆਪਾਂ ਜਿਹੜੀ ਕੁਐਸਚਨ ਆਨਸਰ ਬਾਅਦ ਚ ਕਰ ਲਈਏ, ਕਿਉਂਕਿ ਪਹਿਲਾਂ ਆਪਾਂ ਰੈਗੂਲਰ ਕਲਾਸ ਲਗਾ ਲਈਏ। ਮੈਂ ਤੁਹਾਨੂੰ 10 ਮਿੰਟ ਬਾਅਦ ਚ ਦੇਵਾਂਗਾ, ਤੁਸੀਂ ਫਿਰ ਕੁਐਸਚਨ ਆਨਸਰ ਉਸ ਵੇਲੇ ਕਰਿਓ ਕਿਉਂਕਿ ਫਿਰ ਆਪਣੇ ਸਾਰੇ ਬੰਦੇ ਡਿਸਟਰਬ ਹੋਣਗੇ ਇਹਦੇ ਵਿੱਚ। ਠੀਕ ਹੈ ਜੀ। ਹਾਂ। Power to make rules respecting records and other matters connected therewith। ਸਾਡਾ ਇਹ ਐਕਟ ਹੈਗਾ, ਇਸ ਨੂੰ ਐਕਟ ਨੂੰ ਲਾਗੂ ਕਰਨ ਦੀ ਖਾਤਰ, ਲੈਂਡ ਰੈਵਨਿਊ ਐਕਟ ਨੂੰ ਲਾਗੂ ਕਰਨ ਦੀ ਖਾਤਰ FCR ਵੱਲੋਂ ਰੂਲਸ ਬਣਾਏ ਜਾਂਦੇ ਹਨ। ਲਾਗੂ ਕਰਨ ਦੀ ਖਾਤਰ ਕੀ FCR ਵੱਲੋਂ ਰੂਲਸ ਬਣਾਏ ਜਾਂਦੇ ਹਨ, ਕਾਹਦੇ ਦੇ ਸੰਬੰਧ ਵਿੱਚ? ਜਿਵੇਂ ਕਿ ਜਮਾਬੰਦੀ ਹੈ, ਇਹਦੀ ਲੈਂਗੁਏਜ ਕੀ ਹੋਏਗੀ? ਪੰਜਾਬ ਦੇ ਵਿੱਚ ਪੰਜਾਬੀ ਲੈਂਗੁਏਜ ਹੋਏਗੀ। ਠੀਕ ਹੈ ਜੀ। ਰਿਕਾਰਡ ਦੇ ਜਿਹੜੇ ਪਰਫਾਰਮੇ ਨੇ ਉਹ ਕਿਹੋ ਜਿਹੇ ਹੋਣਗੇ? ਰਿਕਾਰਡ ਕਿਵੇਂ ਤਿਆਰ ਹੋਏਗਾ? ਕਿਵੇਂ ਉਹ ਰਿਕਾਰਡ ਸਾਈਨ ਹੋਏਗਾ? ਕਿਵੇਂ ਟੈਸਟ ਹੋਏਗਾ? ਸੈਕਸ਼ਨ B 'ਚ ਕਿਹਾ ਗਿਆ। ਸੈਕਸ਼ਨ C 'ਚ ਕਿਹਾ ਗਿਆ ਸਰਵੇ, ਵੀ ਜੇਕਰ ਰਿਕਾਰਡ ਤਿਆਰ ਕਰਦੇ ਕਰਦੇ ਸਾਨੂੰ ਕਿਤੇ ਲੋੜ ਪੈਂਦੀ ਹੈ ਸਰਵੇ ਕਰਨ ਦੀ ਤਾਂ ਅਸੀਂ ਸਰਵੇ ਕੀਤਾ ਜਾ ਸਕਦਾ ਹੈ। ਰੈਵਨਿਊ ਆਫਿਸਰ ਵੱਲੋਂ ਕਿਸੇ ਸਮੇਂ ਤੇ ਕਿਸੇ ਪਾਰਟਿਕੂਲਰ ਕੇਸ ਦੇ ਵਿੱਚ ਇਨਕੁਆਇਰੀ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਹੀ ਜਿਹੜੀਆਂ FCR ਵੱਲੋਂ ਜਨਰਲ ਗਾਈਡੈਂਸ ਜਾਰੀ ਕੀਤੀਆਂ ਜਾਂਦੀਆਂ ਨੇ ਆਪਣੇ ਰੈਵਨਿਊ ਡਿਪਾਰਟਮੈਂਟ ਨੂੰ, ਪਟਵਾਰੀ ਹਲਕਾ ਨੂੰ, ਕਾਨੂੰਗੋ ਨੂੰ, ਤਹਿਸੀਲਦਾਰ ਨੂੰ, ਨਾਇਬ ਤਹਿਸੀਲਦਾਰ ਨੂੰ, ਜਾਂ ਜਿੰਨੇ ਵੀ ਰੈਵਨਿਊ ਆਫਿਸਰ ਆਉਂਦੇ ਨੇ ਉਹਦੀ ਗਾਈਡਲਾਈਨਸ ਜਿਹੜੀਆਂ ਹੈਗੀਆਂ ਨੇ, ਉਹ ਜਿਹੜੇ ਰੂਲਸ ਬਣਾਏ ਜਾਂਦੇ ਨੇ ਸਮੇਂ ਤੇ ਗਾਈਡਲਾਈਨਸ ਆਪਾਂ ਕੰਮ ਕਰਦੇ ਆਪਣੇ ਕੋਲ ਦੇਖੋ ਰੋਜ਼ ਹੀ ਕੋਈ ਨਾ ਕੋਈ ਚਿੱਠੀ ਨਵੀਂ ਸਰਕਾਰ ਦੀ ਆ ਜਾਂਦੀ ਹੈ, ਇੱਦਾਂ ਨਹੀਂ ਇੱਦਾਂ ਕਰੋ, ਇੱਦਾਂ ਨਹੀਂ ਇੱਦਾਂ ਕਰੋ। ਉਹ ਜਿਹੜੇ ਰੂਲਸ ਬਣਾਏ ਜਾਂਦੇ ਆ ਸਮੇਂ ਤੇ FCR ਵੱਲੋਂ, ਉਹ ਸੈਕਸ਼ਨ 46 ਦੇ ਤਹਿਤ ਬਣਾਏ ਜਾਂਦੇ ਆ। ਕਿਉਂਕਿ ਅਦਰਵਾਈਜ਼ ਐਕਟ ਨੂੰ ਅਮੈਂਡ ਕਰਨ ਦੀ ਜਿਹੜੀ ਪਾਵਰ ਹੈ ਉਹ ਹੈਗੀ ਹੈ ਲੈਜਿਸਲੇਚਰ ਕੋਲੇ। ਮੈਂ ਇੱਥੇ ਬਾਰ-ਬਾਰ ਦੇਖੋ ਇਹੀ ਗੱਲ ਕਰਦੇ ਆ ਵੀ ਲੈਜਿਸਲੇਚਰ ਕੋਲੇ ਪਾਵਰ ਹੈਗੀ ਹੈ ਐਕਟ ਨੂੰ ਚੇਂਜ ਕਰਨ ਦੀ। ਐਕਟ ਨੂੰ ਚੇਂਜ ਜਿਹੜੀ ਹੈਗੀ ਹੈ ਸਰਕਾਰ ਜਾਂ FCR ਨਹੀਂ ਕਰ ਸਕਦੇ। ਇਸ ਕਰਕੇ ਰੂਲਸ ਦੀ ਪ੍ਰੋਵੀਜ਼ਨ ਦਿੱਤੀ ਗਈ ਹੈ
ਤਾਂ ਕਿ ਡਿਪਾਰਟਮੈਂਟ ਨੂੰ ਕੰਮ ਕਰਨ 'ਚ ਕੋਈ ਪ੍ਰੋਬਲਮ ਨਾ ਆਵੇ, ਕੋਈ ਔਕੜ ਨਾ ਆਵੇ। ਬੇਸਿਕ ਲਾਅ ਤਾਂ ਉਹੀ ਰਹੇਗਾ, ਪਰ ਜੇਕਰ ਅਸੀਂ ਕੰਟਰਾਡਿਕਟਰੀ ਰੂਲ ਬਣਾਵਾਂਗੇ ਉਹ ਵੀ ਗਲਤ ਹੈ। ਕੰਟਰਾਡਿਕਟਰੀ ਐਕਟ ਤੋਂ ਜਿਹੜਾ ਰੂਲ ਹੈ ਐਕਟ ਦੇ ਅਕੋਰਡਿੰਗ ਹੋਣਾ ਚਾਹੀਦਾ ਹੈ। ਐਕਟ ਦੇ ਸੈਕਸ਼ਨਸ ਨੂੰ ਲਾਗੂ ਕਰਨ ਦੇ 'ਚ ਉਹਦੀ ਮਦਦ ਉਹਦੇ ਵੱਲੋਂ ਮਦਦ ਕੀਤੀ ਜਾ ਸਕਦੀ ਹੈ ਜਿਹੜਾ ਰੂਲ ਬਣਾਇਆ ਗਿਆ, ਪਰ ਐਕਟ ਦੇ ਕੰਟਰਾਡਿਕਟਰੀ ਨਹੀਂ ਹੋਣਾ ਚਾਹੀਦਾ। ਸਰਕਾਰ ਨੇ, ਵਿਧਾਨ ਸਭਾ ਨੇ ਇਹ ਕਹਿ ਰਹੀ ਸੀ ਸੈਕਸ਼ਨ 46 ਦੇ ਵਿੱਚ ਸਰਕਾਰ ਨੂੰ ਇਹ ਪਾਵਰਾਂ ਦਿੱਤੀਆਂ ਗਈਆਂ ਨੇ ਵੀ ਸਮੇਂ-ਸਮੇਂ ਤੇ ਤੁਸੀਂ ਆਪਣੇ ਜਿਹੜੇ ਇਹ ਵਰਕਿੰਗ ਹੈਗੀ ਹੈ ਤੁਸੀਂ ਰਿਕਾਰਡ ਤਿਆਰ ਕਰਨਾ ਹੈ, ਕਿਵੇਂ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਉਹਦੀ ਜੇ ਤੁਹਾਨੂੰ ਜ਼ਰੂਰਤ ਕਿਤੇ ਪੈਂਦੀ ਹੈ ਤਾਂ ਤੁਸੀਂ ਗਾਈਡਲਾਈਨਸ ਜਾਰੀ ਕਰਨੀਆਂ ਹੈ ਗਵਰਨਮੈਂਟ ਨੇ, ਤਾਂ ਇਸ ਸੈਕਸ਼ਨ ਦੇ ਤਹਿਤ ਸਰਕਾਰ ਗਾਈਡਲਾਈਨਸ ਜਾਰੀ ਕਰ ਸਕਦੀ ਹੈ, ਸੈਕਸ਼ਨ 46 ਦੇ ਤਹਿਤ। ਅੱਛਾ, ਇੱਕ ਨਵਾਂ ਸੈਕਸ਼ਨ ਹੈ, ਤੁਸੀਂ ਇਹ ਮੇਰੇ ਖਿਆਲ ਸ਼ਾਇਦ ਨਹੀਂ ਕਿਸੇ ਨੂੰ ਪਤਾ ਹੋਏਗਾ ਜਾਂ ਕਦੇ ਪੜ੍ਹਿਆ ਨਹੀਂ ਹੋਏਗਾ। ਰਿਕਾਰਡ ਆਫ ਰਾਈਟਸ ਐਂਡ ਐਨੂਅਲ ਰਿਕਾਰਡਸ ਆਫ ਦ ਗਰੁੱਪ ਆਫ ਸਟੇਟਸ। ਆਪਾਂ ਪੜ੍ਹਦੇ ਆ ਰਹੇ ਹਾਂ ਵੀ ਇੱਕ ਪਿੰਡ ਦੀ ਇੱਕ ਜਮ੍ਹਾਂਬੰਦੀ ਹੋਏਗੀ, ਹਰ ਪਿੰਡ ਦੀ ਜਮ੍ਹਾਂਬੰਦੀ ਹੋਏਗੀ, ਚਾਹੇ ਉਹ ਪਿੰਡ ਮੌਜੂਦਾ ਬੇਚਰਾਗ ਹੈ, ਚਾਹੇ ਉਹ ਉੱਥੇ ਆਬਾਦੀ ਹੈਗੀ ਹੈ ਚਾਹੇ ਨਹੀਂ ਹੈਗੀ, ਚਾਹੇ ਉਹ ਫੋਰੈਸਟ ਲੈਂਡ ਹੈ, ਫੋਰੈਸਟ ਲੈਂਡ ਦੀ ਵੱਖਰੀ ਜਮ੍ਹਾਂਬੰਦੀ ਹੋ ਸਕਦੀ ਹੈ, ਬੇਚਰਾਗ ਮੌਜੇ ਦੀ ਜਮ੍ਹਾਂਬੰਦੀ ਵੱਖਰੀ ਹੋ ਸਕਦੀ ਹੈ, ਆਬਾਦੀ ਵਾਲੇ ਪਿੰਡ ਦੀ ਤਾਂ ਜਮ੍ਹਾਂਬੰਦੀ ਹੁੰਦੀ ਹੈ। ਪਰ ਇੱਥੇ ਜਿਹੜਾ ਸੈਕਸ਼ਨ 47 ਹੈ ਇਹਦੇ ਵਿੱਚ ਇੱਕ ਪ੍ਰੋਵੀਜ਼ਨ ਨਵੀਂ ਦਿੱਤੀ ਗਈ ਹੈ ਵੀ ਸਰਕਾਰ ਕਮਿਸ਼ਨਰ ਡਾਇਰੈਕਸ਼ਨ ਦੇ ਸਕਦਾ ਹੈ ਗਰੁੱਪ ਆਫ ਸਟੇਟਸ 2, 3, 4 ਜਿਵੇਂ ਸੁਵਿਧਾ ਲੱਗਦੀ ਹੈ। ਮੰਨ ਲਓ 2 ਜੰਗਲਾਤ ਦੇ ਜਮ੍ਹਾਂਬੰਦੀਆਂ ਅਲੱਗ-ਅਲੱਗ ਬਣੀਆਂ ਹੋਈਆਂ ਨੇ, ਫੋਰੈਸਟ ਲੈਂਡ ਦੀਆਂ 2 ਜਮ੍ਹਾਂਬੰਦੀਆਂ ਅਲੱਗ-ਅਲੱਗ ਬਣੀਆਂ ਹੋਈਆਂ ਨੇ, ਤਿੰਨ ਜਮ੍ਹਾਂਬੰਦੀਆਂ ਅਲੱਗ-ਅਲੱਗ ਬਣੀਆਂ ਹੋਈਆਂ, ਬੇਚਰਾਗ ਮੌਜੇ ਹੈਗੇ 1, 2, ਉਹਦੇ ਨਾਲ ਹੀ ਫੋਰੈਸਟ ਲੈਂਡ ਵੀ ਪੈਂਦੀ ਹੈ, ਫੋਰੈਸਟ ਲੈਂਡ ਦੀ ਜਮ੍ਹਾਂਬੰਦੀ ਵੱਖਰੀ ਬਣੀ ਵੀ ਹੈ। ਗਰੁੱਪ ਆਫ ਸਟੇਟਸ ਦੀਆਂ ਜਮ੍ਹਾਂਬੰਦੀਆਂ ਨੂੰ ਇੱਕ ਜਮ੍ਹਾਂਬੰਦੀ ਬਣਾਈ ਜਾ ਸਕਦੀ ਹੈ। ਮੰਨ ਲਓ 3 ਜਮ੍ਹਾਂਬੰਦੀਆਂ ਬਣੀਆਂ ਹੋਈਆਂ ਨੇ ਤੁਹਾਡੇ ਕੋਲੇ, ਉੱਥੇ ਸਰਕਾਰ ਨੂੰ ਲੱਗਦਾ ਹੈ, FCR ਨੂੰ ਲੱਗਦਾ ਹੈ, ਜਾਂ ਆਪਣੇ ਫੀਲਡ ਸਟਾਫ ਨੂੰ ਲੱਗਦਾ ਹੈ, ਪਟਵਾਰੀ ਹਲਕੇ ਨੂੰ ਲੱਗਦਾ ਹੈ, ਕਾਨੂੰਗੋ ਹਲਕੇ ਨੂੰ ਲੱਗਦਾ ਹੈ, ਜਾਂ ਤਹਿਸੀਲਦਾਰ ਨੂੰ ਲੱਗਦਾ ਵੀ ਇਹ 3 ਥਾਵਾਂ ਦੀ ਲੋੜ ਕੀ ਸੀਗੀ, ਇਹ 'ਚ ਕੋਈ ਅਮੈਂਡਮੈਂਟ ਤਾਂ ਕਦੇ ਹੁੰਦੀ ਨਹੀਂ ਹੈਗੀ, ਹਾਂਜੀ, ਚੇਂਜਸ ਕੋਈ ਹੋ ਨਹੀਂ ਰਹੀਆਂ। 3 ਅਲੱਗ-ਅਲੱਗ ਜਮ੍ਹਾਂਬੰਦੀਆਂ ਅਸੀਂ ਬਣਾ ਰੱਖੀਆਂ ਨੇ, ਕਿਉਂ ਬਣਾ ਰੱਖੀਆਂ ਨੇ, 4 ਬਣਾ ਰੱਖੀਆਂ ਨੇ ਵੀ ਜੇਕਰ ਕਮਿਸ਼ਨਰ ਚਾਹੇ ਆਪਣੀ ਰਿਪੋਰਟਿੰਗ ਦੇ ਆਧਾਰ ਦੇ ਉੱਤੇ ਜੇ ਕੋਈ ਜਸਟੀਫਾਈ ਹੁੰਦਾ ਹੋਵੇ 3 ਪਿੰਡਾਂ ਦੀਆਂ, 4 ਪਿੰਡਾਂ ਦੀਆਂ, 5 ਪਿੰਡਾਂ ਦੀਆਂ ਜਮ੍ਹਾਂਬੰਦੀਆਂ ਨੂੰ ਵੀ ਇੱਕ ਜਮ੍ਹਾਂਬੰਦੀ ਦੇ ਰੂਪ ਦੇ ਵਿੱਚ ਗਰੁੱਪ ਆਫ ਬਣਾਇਆ ਜਾ ਸਕਦਾ ਹੈ। ਜਿਹੜਾ ਫਿਰ ਉਹਦਾ ਨੈਕਸਟ ਦਾ ਜਿਹੜਾ B ਪਾਰਟ ਹੈ, ਜਿਹੜਾ ਉਹਦਾ ਐਨੂਅਲ ਰਿਕਾਰਡ ਹੋਏਗਾ, ਉਹ ਸਾਰੇ ਜਮ੍ਹਾਂਬੰਦੀਆਂ ਜਿਹੜੀ ਇੱਕੋ ਜਮ੍ਹਾਂਬੰਦੀ ਉੱਪਰ ਫਿਰ ਲਾਗੂ ਹੋਏਗਾ। ਉਹਦਾ ਫਿਰ ਇਹਦੇ ਹੀ ਮੋਟੇਸ਼ਨ ਰਜਿਸਟਰ ਵੀ ਇੱਕ ਲੱਗੇਗਾ, ਗਿਰਦਾਵਰੀ ਵੀ ਇੱਕ ਲੱਗੇਗੀ, ਐਨੂਅਲ ਰਿਕਾਰਡ ਵੀ ਉਹਦਾ ਇੱਕ ਬਣੇਗਾ, ਉਹ ਸਾਰਿਆਂ ਦੇ ਉੱਪਰ ਐਪਲੀਕੇਬਲ ਹੋਏਗਾ, ਜਮ੍ਹਾਂਬੰਦੀ ਇੱਕ ਬਣ ਜਾਏਗੀ। ਠੀਕ ਹੈ ਜੀ, ਕਦੀ ਸੁਣਿਆ ਪਹਿਲਾਂ? ਇਹ ਨਹੀਂ ਸੁਣਿਆ ਹੋਏਗਾ ਸ਼ਾਇਦ, ਨਹੀਂ ਨਾ ਧਿਆਨ 'ਚ। ਇਹ 47 ਕਲੀਅਰ ਕੱਟ ਹੈ ਜੀ, ਇਹ ਬਿਲਕੁਲ ਗਰੁੱਪ ਆਫ ਸਟੇਟਸ ਦੀ ਜਮ੍ਹਾਂਬੰਦੀ ਬਣਾਈ ਜਾ ਸਕਦੀ ਹੈ, ਪਰ ਇਹਦੀ ਪਾਵਰ ਹੈ ਜਿਹੜੀ ਉਹ ਕਮਿਸ਼ਨਰ ਕੋਲੇ ਹੈਗੀ ਹੈ ਜਮ੍ਹਾਂਬੰਦੀ ਬਣਾਉਣ ਦੀ। ਇਹਦੇ ਨਾਲ ਜਿਹੜਾ ਸਾਡਾ ਚੈਪਟਰ ਨੰਬਰ 4 ਹੈ ਇਹ ਇੱਥੇ ਖਤਮ ਹੋ ਜਾਂਦਾ ਜੀ। ਹੁਣ ਇਹ ਚੈਪਟਰ ਅਗਲਾ ਹੈਗਾ ਅਸੈਸਮੈਂਟ ਦਾ, ਚੈਪਟਰ 5 ਅਸੈਸਮੈਂਟ, ਜਿਹੜਾ ਕਿ ਅੱਜ ਕੱਲ੍ਹ ਲਾਗੂ ਆਪਣੇ ਕੋਲੇ ਇਨ ਪ੍ਰੈਕਟਿਸ 'ਚ ਅਸੀਂ ਕਦੇ ਯੂਜ਼ ਨਹੀਂ ਕੀਤਾ, ਕਿਉਂਕਿ 40 ਸਾਲ 50 ਸਾਲਾਂ ਬਾਅਦ ਜਾ ਕੇ ਅਸੈਸਮੈਂਟ ਕਦੇ ਹੁੰਦੀ ਹੈ। ਮੇਰੇ ਖਿਆਲ ਆਪਣੇ ਸਮੇਂ ਦੇ ਵਿੱਚ ਦੌਰਾਨ ਤਾਂ ਇਹ ਨਾ ਹੋਈ ਹੈ ਤੇ ਨਾ ਹੀ ਸ਼ਾਇਦ ਹੋਣੀ ਹੈ ਅਸੈਸਮੈਂਟ, ਹੈ ਜੀ। ਇਹ ਆਪਣੇ ਪ੍ਰੈਕਟਿਸ ਨਹੀਂ ਹੋਏਗਾ, ਇਸ ਕਰਕੇ ਇਹਦੇ ਬਾਰੇ ਜਾਣਕਾਰੀ ਵੀ ਆਪਣੇ ਸਟਾਫ ਨੂੰ ਮੇਰੇ ਖਿਆਲ ਘੱਟ ਹੁੰਦੀ ਹੈ, ਕਿਉਂਕਿ ਅਸੈਸਮੈਂਟ ਕਿਸੇ ਨੇ ਕੀਤੀ ਨਹੀਂ ਹੁੰਦੀ। ਮੈਂ ਨਹੀਂ ਕਦੇ ਕੀਤੀ ਆਪਣੀ ਲਾਈਫ ਵਿੱਚ ਅਸੈਸਮੈਂਟ, ਇਹ ਨਾ ਹੀ ਸਾਨੂੰ ਲੱਗਦਾ ਵੀ ਕਦੇ ਹੋਏਗੀ। ਇਹਦਾ ਰਿਟਾਇਰਮੈਂਟ ਹੋ ਗਈ, ਅਸੀਂ ਤਾਂ ਨਹੀਂ ਹੁੰਦਾ ਕੀਤੀ ਮੈਂ ਇਹਨੀ ਜੌਬ ਕਰਨ ਤੋਂ ਬਾਅਦ ਵੀ। ਤੇ ਇਹਦੇ ਬਾਰੇ ਚਲੋ ਆਪਾਂ ਡਿਟੇਲ 'ਚ ਪੜ੍ਹ ਲੈਣੇ, ਕੁਐਸਚਨ ਤਾਂ ਆ ਹੀ ਸਕਦਾ ਇਹਦੇ ਬਾਰੇ, ਠੀਕ ਹੈ ਜੀ। ਪਿਛਲੇ ਜਿਹੜੇ ਮੇਰੇ ਸਾਥੀ ਹੋਣੇ ਉਹਨਾਂ ਨੇ, ਮੈਂ ਇਸ ਵਾਰੀ ਦਾ ਕੁਐਸਚਨ ਪੇਪਰ ਨਹੀਂ ਦੇਖਿਆ, ਮੈਂ ਤਾਂ ਡਿਟੇਲ ਪੜ੍ਹਾਉਣਾ ਤੇ ਉਹਦੇ ਵਿੱਚ ਕੁਐਸਚਨ ਜਿੱਥੋਂ ਮਰਜ਼ੀ ਆ ਜਾਏ, ਜਿਹੋ ਜਿਹਾ ਮਰਜ਼ੀ ਆ ਜਾਏ। ਪਾਰਟੀਕੂਲਰ ਕੁਐਸਚਨ ਨੂੰ ਲੈ ਕੇ ਜੇ ਅਸੀਂ ਪੜ੍ਹਾਉਂਦੇ ਹਾਂ ਤਾਂ ਕਈ ਵਾਰੀ ਉਹ ਫਿਰ ਜਿਵੇਂ ਕਹਿੰਦੇ ਕੁਦਰਤੀ ਗੱਲ ਹੁੰਦੀ ਹੈ ਕਿ ਕਦੇ ਕੁਐਸਚਨ ਆ ਗਿਆ ਜਾਂ ਨਾ ਆ ਗਿਆ, ਅਟੈਂਡ ਕਰ ਪਾਏ ਜਾਂ ਨਾ ਪਾਏ। ਪਰ ਜੇ ਅਸੀਂ ਥੋਰੋਲੀ ਸਟੱਡੀ ਕੀਤੀ ਹੁੰਦੀ ਹੈ ਤਾਂ ਸਾਨੂੰ ਐਂ ਲੱਗਦਾ ਵੀ ਕੁਐਸਚਨ ਜਿੱਥੋਂ ਮਰਜ਼ੀ ਆ ਜਾਵੇ ਅਸੀਂ ਜਾ ਕੇ ਲਿਖ ਦੇਣਾ ਹੈ। ਇਸ ਕਰਕੇ ਅੱਜ ਅਸੀਂ ਡਿਸਕਸ ਕਰਾਂਗੇ ਚੈਪਟਰ ਨੰਬਰ 5 ਅਸੈਸਮੈਂਟ ਸੈਕਸ਼ਨ 48 ਅਸੈਸਮੈਂਟ ਆਫ ਲੈਂਡ ਰੈਵਨਿਊ। ਅਸੈਸਮੈਂਟ ਕੀ ਹੁੰਦੀ ਹੈ ਜੀ? ਪਹਿਲਾਂ ਤਾਂ ਆਪਾਂ ਇਹ ਡਿਸਕਸ ਕਰਦੀ ਵੀ ਅਸੈਸਮੈਂਟ ਹੁੰਦੀ ਕੀ ਹੈ। ਅਸੈਸਮੈਂਟ ਇਹ ਹੁੰਦੀ ਹੈ ਵੀ ਜਿਹੜਾ ਲੈਂਡ ਰੈਵਨਿਊ ਸਾਡਾ ਲੱਗਿਆ ਹੁੰਦਾ ਹੈ ਉਹ ਸਮਾਂ ਪਾ ਕੇ, ਜਿਵੇਂ ਹੁਣ ਤਾਂ ਦੇਖੋ ਲੈਂਡ ਰੈਵਨਿਊ ਐਗਜ਼ੈਂਪਟ ਹੈਗਾ, ਬੇਸਿਕ ਐਗਜ਼ੈਂਪਟ ਹੈਗਾ, ਪਰ ਲੈਂਡ ਰੈਵਨਿਊ ਤਾਂ ਰਿਕਾਰਡ ਦੇ ਉੱਪਰ ਲੱਗਿਆ ਹੋਇਆ ਹੈ ਨਾ ਜੀ। ਇਹ ਲੈਂਡ ਰੈਵਨਿਊ ਇਕੱਲਾ ਰਿਕਵਰੀ ਲਈ ਨਹੀਂ ਯੂਜ਼ ਹੁੰਦਾ, ਲੈਂਡ ਰੈਵਨਿਊ ਹੋਰ ਬਹੁਤ ਜਗ੍ਹਾ ਤੇ ਯੂਜ਼ ਹੁੰਦਾ ਹੈ। ਕਿਸੇ ਨੂੰ ਕੋਈ ਜ਼ਮੀਨ ਅਲਾਟ ਕਰਨੀ ਹੈ, ਟੈਨੈਂਸੀ ਐਕਟ ਕਿਸੇ ਨੂੰ ਕੋਈ ਜ਼ਮੀਨ ਅਲਾਟ ਕਰਨੀ ਹੈ, ਉਹਦਾ ਲੈਂਡ ਰੈਵਨਿਊ ਕਿੰਨਾ, ਉਹਦੀ ਕਿਸ਼ਤ ਕਿੰਨੀ ਬਣੇਗੀ, ਉਹਦੀ ਪੇਮੈਂਟ ਕਿੰਨੀ ਬਣੇਗੀ, ਦੈਟਸ ਬੇਸਡ ਔਨ ਦਾ ਲੈਂਡ ਰੈਵਨਿਊ। ਬੇਸ਼ੱਕ ਐਗਜ਼ੈਂਪਸ਼ਨ ਹੋਵੇ ਨਾ ਹੋਵੇ,
ठीक है जी, कईयों ਨੂੰ ਲੈਂਡ ਨੂੰ ਅਸਾਈਨ ਕੀਤਾ ਜਾਂਦਾ ਹੈ ਤੇ ਇਸ ਕਰਕੇ ਜਿਹੜਾ ਇਹ ਅਸੈਸਮੈਂਟ ਹੁੰਦੀ ਹੈ, ਅਸੀਂ ਜਦੋਂ ਕੋਈ ਸਮਾਂ ਪਾ ਕੇ ਜਿਹੜਾ ਲੈਂਡ ਨੂੰ ਦੀ ਵੈਲਿਊ ਹੈ ਖਤਮ ਹੋ ਜਾਂਦੀ ਹੈ, ਜਿਵੇਂ ਕਿ ਹੁਣ ਹੋ ਚੁੱਕੀ ਹੈ। ਲੈਂਡ ਨੂੰ ਦੀ ਵੈਲਿਊ ਅੱਜ ਦੀ ਡੇਟ 'ਚ ਕੀ ਹੈ? ਕੁਝ ਵੀ ਨਹੀਂ ਹੈ। 10-10 ਕਿੱਲਿਆਂ ਤੇ 20-20 ਕਿੱਲਿਆਂ ਪਰ 5-5 10-10 ਰੁਪਏ ਲੈਂਡ ਰੈਵਨਿਊ ਹੈਗਾ। ਮਤਲਬ ਇਹ ਕਹਿ ਲਈ ਵੀ ਲੈਂਡ ਰੈਵਨਿਊ ਦੀ ਵੈਲਿਊ ਖਤਮ ਹੋ ਚੁੱਕੀ ਹੈ। ਜਦੋਂ ਕਿਤੇ ਜਾ ਕੇ ਸਮਾਂ ਪਾ ਕੇ ਲੈਂਡ ਰੈਵਨਿਊ ਦੀ ਵੈਲਿਊ ਖਤਮ ਹੋ ਚੁੱਕੀ ਹੁੰਦੀ ਹੈ ਤਾਂ ਸਰਕਾਰ ਉਸ ਵੇਲੇ ਇਹਦੀ ਨਵੀਂ ਅਸੈਸਮੈਂਟ ਉਸ ਲੈਂਡ ਦੀ ਕਰਦੀ ਹੈ ਵੀ ਹੁਣ ਪਰ ਏਕੜ ਦੇ ਉੱਪਰ ਅਸੀਂ ਕਿੰਨਾ ਸਾਨੂੰ ਲੈਂਡ ਰੈਵਨਿਊ ਸਰਕਾਰ ਨੂੰ ਲੈਣਾ ਚਾਹੀਦਾ ਕਿ ਸਰਕਾਰ ਨੂੰ ਕੋਈ ਬੈਨੀਫਿਟ ਹੋਵੇ। ਤੇ ਪਰ ਹੁਣ ਸਿਸਟਮ ਚੱਲਦਾ ਹੁੰਦਾ ਸਰਕਾਰ ਵੱਲੋਂ ਬੈਨੀਫਿਟ ਦੀ ਗੱਲ ਖਤਮ ਹੋ ਚੁੱਕੀ ਹੈ, ਕਿਉਂਕਿ ਜਦੋਂ ਸਰਕਾਰ ਵੱਲੋਂ ਲੈਂਡ ਰੈਵਨਿਊ ਦੀ ਐਗਜ਼ੈਂਪਸ਼ਨ ਹੈ, ਇਹਦੇ ਵਿੱਚ ਇਹਨਾਂ ਨੇ ਬੇਸਿਕ ਸਾਰਾ ਸਮਝਾਇਆ ਹੈਗਾ ਵੀ ਲੈਂਡ ਰੈਵਨਿਊ ਅਸੈਸਮੈਂਟ ਕਿਵੇਂ ਹੁੰਦੀ ਹੈ। ਇਹ ਕਹਿੰਦੇ ਵੀ ਲੈਂਡ ਰੈਵਨਿਊ ਲੱਗੇਗਾ ਸਾਰੀ ਜ਼ਮੀਨ ਨੂੰ, whatever purpose applied, ਉਹ ਜਿਹੜੀ ਜ਼ਮੀਨ ਹੈ ਚਾਹੇ ਕਿਸ ਮਕਸਦ ਲਈ ਯੂਜ਼ ਕੀਤੀ ਜਾ ਰਹੀ ਹੋਵੇ, ਚਾਹੇ ਸੈਚੂਏਟ wherever ਸੈਚੂਏਟ, ਚਾਹੇ ਜਿੱਥੇ ਵੀ ਉਹ ਜ਼ਮੀਨ ਪਈ ਹੋਵੇ ਕਿਤੇ ਵੀ ਹੋਵੇ ਤਾਂ ਉਹ ਸਾਰੀ ਜ਼ਮੀਨ ਤੇ ਜਿਹੜਾ ਲੈਂਡ ਰੈਵਨਿਊ ਸਰਕਾਰ ਵੱਲੋਂ ਲਗਾਇਆ ਜਾਂਦਾ ਹੈ। ਪਰ ਇੱਥੇ ਇੱਕ ਐਗਜ਼ੈਂਪਸ਼ਨ ਦਿੱਤੀ ਗਈ ਹੈ, ਉਹ ਜ਼ਮੀਨਾਂ ਜਿੱਥੇ ਸਰਕਾਰ ਨੇ ਕੋਈ ਸਮਝੌਤਾ ਕੀਤਾ ਹੋਵੇ, ਐਗਰੀਮੈਂਟ ਕੀਤਾ ਹੋਵੇ ਵੀ ਤੁਹਾਨੂੰ ਮਾਮਲਾ ਮਾਫ ਹੋਏਗਾ, ਜਿਵੇਂ ਕਿ ਡੇਰਿਆਂ ਦੀਆਂ ਜ਼ਮੀਨਾਂ, ਸਰਕਾਰੀ ਜ਼ਮੀਨਾਂ, ਵਿਲੇਜ ਸਾਈਟ ਦੀ ਗੱਲ ਵੀ ਕੀਤੀ ਹੈ ਇੱਥੇ। ਵਿਲੇਜ ਸਾਈਟ ਉਹੀ ਸੈਕਸ਼ਨ 4 ਦੇ ਪਹੁੰਚੋ, ਵਿਲੇਜ ਸਾਈਟ ਪਿੰਡ ਦੇ ਲਾਲਕੀ ਦੇ ਅੰਦਰ ਦੀ ਜਿਹੜੀ ਜ਼ਮੀਨ ਹੈ ਉਹਦੇ ਤੇ ਲੈਂਡ ਰੈਵਨਿਊ ਅਸੈਸਮੈਂਟ ਨਹੀਂ ਹੁੰਦੀ, ਠੀਕ ਹੈ ਜੀ। ਜਾਂ ਪਾਕਿਸਤਾਨ ਦਾ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ 16 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਜਿਹੜੀ ਅਸੈਸਮੈਂਟ ਹੈ ਬੇਸ਼ੱਕ ਅਸੀਂ ਕਰਦੇ ਹਾਂ ਪਰ ਉਹਦੇ ਪਰ ਲੈਂਡ ਰੈਵਨਿਊ ਨਹੀਂ ਲੱਗਦਾ। ਪਾਕਿਸਤਾਨ ਦੇ ਬਾਰਡਰ ਦੇ 16 ਕਿਲੋਮੀਟਰ ਦੇ ਦਾਇਰੇ ਅੰਦਰ ਜਿਹੜਾ ਲੈਂਡ ਰੈਵਨਿਊ ਮਤਲਬ ਕਿ ਅਸੈਸਮੈਂਟ ਕਰਕੇ ਲੈਂਡ ਰੈਵਨਿਊ ਨਹੀਂ ਲੱਗ ਸਕਦਾ। ਇਹ ਐਗਜ਼ੈਂਪਸ਼ਨਸ ਨੇ। ਇਹਦੀ ਅੱਗੇ ਜਾ ਕੇ ਦੇਖੋ ਆਪਾਂ ਤੁਹਾਨੂੰ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ ਵੀ ਸੈਕਸ਼ਨ ਕੀ ਹੈ, ਸਬ ਸੈਕਸ਼ਨ ਕੀ ਹੈ, ਕਿਤੇ ਜਾ ਕੇ ਐਕਸਪਲੇਨੇਸ਼ਨ ਆ ਜਾਂਦੀ ਹੈ, ਕਿਤੇ ਕਲਾਜ਼ ਆ ਜਾਂਦੀ ਹੈ। ਇੱਥੇ ਆਪਾਂ ਕਨਫਿਊਜ਼ ਨਹੀਂ ਹੋਣਾ, ਮੈਂ ਤੁਹਾਨੂੰ ਇਸ ਸੈਕਸ਼ਨ ਦੇ ਵਿੱਚ ਸਾਰਾ ਕੁਝ ਹੀ ਆ ਗਿਆ। ਇਹ 48 ਦੇ ਵਿੱਚ ਸੈਕਸ਼ਨਸ ਵੀ ਆ ਗਏ, ਸਬ ਸੈਕਸ਼ਨਸ ਵੀ ਆ ਗਈਆਂ, ਕਲੌਜ਼ਸ ਵੀ ਆ ਗਈਆਂ, ਐਕਸਪਲੇਨੇਸ਼ਨਸ ਵੀ ਆ ਗਈਆਂ। ਆਪਾਂ ਇਹਨੂੰ ਡਿਟੇਲ ਨਾਲ ਡਿਸਕਸ ਕਰਾਂਗੇ। ਸੈਕਸ਼ਨ 48 ਇੰਪੋਰਟੈਂਟ ਸੈਕਸ਼ਨ ਹੈ। ਇਹਦੀ ਅੱਗੇ ਐਕਸਪਲੇਨੇਸ਼ਨ ਦਿੱਤੀ ਗਈ ਹੈ ਬੁੱਕ ਨਾਲ ਦਾ, ਤੁਸੀਂ ਦੇਖ ਰਹੇ ਹੋ ਜੀ ਆਪਣੀ ਬੁੱਕ ਨਾਲ ਦਾ। ਵਿਲੇਜ ਸਾਈਟ ਦੀ ਗੱਲ ਕੀਤੀ ਹੈ ਐਕਸਪਲੇਨੇਸ਼ਨ ਦੇ ਵਿੱਚ, ਮਤਲਬ ਕਿ ਸੈਕਸ਼ਨ 48 ਦੇ ਜਿਹੜਾ ਸੈਕਸ਼ਨ ਸਬ ਸੈਕਸ਼ਨ 1 ਸੀਗਾ ਉਹਦੇ ਵਿੱਚ ਇਹਨੇ ਵਿਲੇਜ ਸਾਈਟ ਦੀ ਗੱਲ ਕੀਤੀ ਸੀਗੀ ਵੀ ਵਿਲੇਜ ਸਾਈਟ ਦੇ ਉੱਪਰ ਜਿਹੜਾ ਲੈਂਡ ਰੈਵਨਿਊ ਸੈਸ ਨਹੀਂ ਹੋਏਗਾ। ਅੱਗੇ ਇਹਨੇ ਵਿਲੇਜ ਸਾਈਟ ਨੂੰ ਐਕਸਪਲੇਨ ਕੀਤਾ ਹੈ। ਜਿੱਥੇ ਐਕਸਪਲੇਨੇਸ਼ਨ ਦੀ ਗੱਲ ਆ ਜਾਂਦੀ ਹੈ ਉਹਦਾ ਮਤਲਬ ਇਹ ਹੁੰਦਾ ਜੋ ਪਹਿਲਾਂ ਕਹੀ ਜਿਹੀ ਗੱਲ ਹੁੰਦੀ ਹੈ ਉਸ ਗੱਲ ਨੂੰ ਉਹ ਆਪਣੇ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਜਾਂਦਾ ਹੈ। ਇੱਥੇ ਸੈਕਸ਼ਨ 48 ਦੀ ਇੱਕ ਸਬ ਸੈਕਸ਼ਨ 1 ਦੇ ਵਿੱਚ ਵਿਲੇਜ ਸਾਈਟ ਤੇ ਕਿਹਾ ਸੀ ਵੀ ਮਾਮਲਾ ਨਹੀਂ ਲੱਗੇਗਾ। ਉਹਨਾਂ ਨੇ ਵਿਲੇਜ ਸਾਈਟ ਨੂੰ ਕਿਹਾ ਕਿ ਐਕਸਪਲੇਨ ਕਰਤਾ ਵੀ ਵਿਲੇਜ ਸਾਈਟ ਕੀ ਹੁੰਦੀ ਹੈ। ਵਿਲੇਜ ਸਾਈਟ ਆਪਾਂ ਪੜ੍ਹ ਚੁੱਕੇ ਹਾਂ ਸੈਕਸ਼ਨ 4, ਇਹਦੇ ਵਿੱਚ ਵੀ ਵੇਰਵਾ ਦਿੱਤਾ ਹੋਇਆ ਦੇਖੋ, ਸਾਈਟ ਆਫ ਅ ਵਿਲੇਜ ਇਨ ਸੈਕਸ਼ਨ 4, ਠੀਕ ਹੈ। ਇਹਦਾ ਬਸ ਇੰਨਾ ਹੀ ਮਤਲਬ ਹੈ, ਹੋਰ ਕੋਈ ਜ਼ਿਆਦਾ ਮਤਲਬ ਨਹੀਂ ਹੈਗਾ। ਤੁਹਾਨੂੰ ਦੱਸਿਆ ਗਿਆ ਵੀ ਵਿਲੇਜ ਸਾਈਟ ਦੀ ਕੀ ਕੌਣ ਹੁੰਦੀ ਹੈ। ਅੱਗੇ ਆ ਗਿਆ ਜੀ ਸੈਕਸ਼ਨ 1A, ਸਬ ਸੈਕਸ਼ਨ 1A 40 ਦਾ 1A, ਇਹ ਵੀ ਸਬ ਸੈਕਸ਼ਨ 1A ਕਹਾਂਗੇ ਇਸ ਨੂੰ। ਇਹ ਸਬ ਸੈਕਸ਼ਨ 1A ਹੈ, ਇਹ ਨਵਾਂ ਇਨਸਰਟ ਹੋਇਆ ਹੈ ਇਹਦੇ ਵਿੱਚ। ਇਹ ਕੀ ਕਿਹਾ ਹੈ ਜੀ, ਕਹੇ ਚਾਹੇ ਕੋਈ ਇੰਡੀਵਿਜੂਅਲ ਲੈਂਡ ਓਨਰ ਹੈ, ਚਾਹੇ ਕੋਈ ਕੋ ਸ਼ੇਅਰਰ ਹੈ, ਮਤਲਬ ਖੁਦ ਮਾਲਕ ਹੈ, ਇਕੱਲਾ ਮਾਲਕ ਹੈ, ਚਾਹੇ ਉਹ ਹਿੱਸੇਦਾਰ ਹੈ, ਤਾਂ ਉਹਨਾਂ ਨੂੰ ਕੁਝ ਵਿਅਕਤੀਆਂ ਨੂੰ ਕਿਸ ਹੱਦ ਤੱਕ ਜਿਹੜਾ ਹੈਗਾ ਮਾਮਲਾ ਹੈਗਾ ਉਹ ਮਾਫ ਕੀਤਾ ਗਿਆ, ਐਗਜ਼ਾਮਡ ਕੀਤਾ ਗਿਆ ਹੈ। ਕਿਹੜੀਆਂ ਕੰਡੀਸ਼ਨਾਂ ਨੇ ਉਹ ਅੱਗੇ ਜਾ ਕੇ ਇਹਨਾਂ ਨੇ ਕਲੌਜ਼ ਦਿੱਤੀਆਂ ਗਈਆਂ ਨੇ, 1 2 3 4 5 ਇਹ ਕਲੌਜ਼ ਦਿੱਤੀਆਂ ਗਈਆਂ ਨੇ ਵੀ ਕਿਹੜੇ ਕਿਹੜੇ ਹਾਲਾਤ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਲੈਂਡ ਰੈਵਨਿਊ ਨਹੀਂ ਲੱਗੇਗਾ ਉਸ ਵਿਅਕਤੀ ਨੂੰ। ਇੱਕ ਏਜ ਤਾਂ ਇਹ ਕਿਹਾ ਵੀ ਮਾਲਕ ਹੋਵੇ ਜਾਂ ਸ਼ੇਅਰ ਹੋਲਡਰ ਹੋਵੇ, ਖੇਪਟ 1 ਹੋਵੇ ਜਾਂ ਖੇਪਟਾਂ 2 ਹੋਣ ਜਾਂ ਜ਼ਿਆਦਾ ਹੋਣ, ਠੀਕ ਹੈ ਜੀ। ਰੈਵਨਿਊ ਸਟੇਟ ਦੇ ਵਿੱਚ ਉਸ ਵਿਅਕਤੀ ਨੂੰ ਮਾਮਲਾ ਨਹੀਂ ਲੱਗੇਗਾ ਜਿਹੜਾ ਆਹ 5 ਕੰਡੀਸ਼ਨਾਂ ਦੇ ਵਿੱਚੋਂ ਜਿਹਦੇ ਉੱਤੇ ਲਾਗੂ ਹੁੰਦੀ ਹੋਵੇ। ਨੰਬਰ 1 ਦੇ ਵਿੱਚ ਕਲੌਜ਼ 1 ਕੀ ਹੈ,
ਕਲੌਜ਼ 1 ਚ ਕਿਹਾ ਵੀ ਉਹਦੇ ਕੋਲ 5 ਸਟੈਂਡਰਡ ਏਕੜ ਤੋਂ ਰਕਬਾ ਜ਼ਿਆਦਾ ਨਾ ਹੋਵੇ। ਦੇਖੋ ਜੀ, ਜਿਹਦੇ ਕੋਲੇ ਕਲੌਜ਼ 1 ਦੇ ਵਿੱਚ ਸਬਸੈਕਸ਼ਨ 1A ਦੀ ਕਲੌਜ਼ 1 ਦੇ ਵਿੱਚ ਇਹ ਕਿਹਾ ਗਿਆ ਵੀ ਜਿਹੜਾ ਵਿਅਕਤੀ ਦੇ ਕੋਲੇ 1 ਖੇਵੜ ਚ ਜਾਂ 2 ਖੇਵੜਾਂ ਚ ਐਜ ਏ ਸ਼ੇਅਰ ਹੋਲਡਰ ਜਾਂ ਐਜ ਏ ਯੂਜ਼ਰ 5 ਸਟੈਂਡਰਡ ਏਕੜ ਤੋਂ ਵੱਧ ਰਕਬਾ ਨਾ ਹੋਵੇ, ਉਹਨੂੰ ਲੈਣ ਦੇਣ ਨੂੰ ਐਗਜ਼ਾਮਪਲ ਕੀਤਾ ਗਿਆ ਹੈ। ਦੂਸਰਾ ਆ ਗਿਆ ਜੀ ਦੂਜੀ ਕਲਾਸ। ਇਹਦੇ ਵਿੱਚ ਕੀ ਹੋਏਗਾ, ਜੇ ਉਹ ਵਿਅਕਤੀ ਕਹਿੰਦਾ ਹੈ ਵੀ ਮੇਰੇ ਕੋਲੇ ਜ਼ਮੀਨ 5 ਏਕੜ ਤੋਂ ਘੱਟ ਹੈ ਤਾਂ ਉਹਨੂੰ ਰਿਟਰਨ ਭਰ ਕੇ ਦੇਣੀ ਪਏਗੀ ਆਪਣੀ। ਜਿਵੇਂ ਲੈਂਡ ਰਿਫਾਰਮਸ ਐਕਟ ਦੇ ਵਿੱਚ ਕੋਈ ਵਿਅਕਤੀ ਰਿਟਰਨ ਭਰ ਕੇ ਦਿੰਦਾ ਵੀ ਮੇਰੀ ਜ਼ਮੀਨ ਸੀਲਿੰਗ ਦੇ ਵਿੱਚ ਨਹੀਂ ਆਉਂਦੀ, ਤਾਂ ਇੱਥੇ ਵੀ ਉਸ ਵਿਅਕਤੀ ਨੂੰ ਆਪਦੀ ਰਿਟਰਨ ਭਰ ਕੇ ਦੇਣੀ ਪਏਗੀ। ਸਬਸੈਕਸ਼ਨ 2 ਇਹ ਕਹਿੰਦੀ ਹੈ ਪੂਰੇ ਪੰਜਾਬ ਦੇ ਵਿੱਚ, ਠੀਕ ਹੈ ਜੀ, ਰਿਟਰਨ ਭਰ ਕੇ ਦੇਣੀ ਪਏਗੀ। such person furnishes such particulars of the land held by him in the state of Punjab in such form manner, ਜੋ ਵੀ ਰੂਲਸ ਹੈਗੇ ਨੇ, ਜਿਵੇਂ ਵੀ ਰੂਲਸ ਸਾਡੇ ਕਹੇ ਗਏ ਨੇ, ਜਿਹੜਾ ਵੀ ਫਾਰਮ ਹੈਗਾ ਉਹ ਫਾਰਮ ਐਜ਼ ਪਰ ਰੂਲਸ ਉਹ ਫਾਰਮ ਭਰ ਕੇ ਦੇਣਾ ਹੋਏਗਾ ਉਸ ਵਿਅਕਤੀ ਨੂੰ ਜਿਹੜਾ ਕਹਿੰਦਾ ਮੇਰੀ 5 ਏਕੜ ਤੋਂ ਜ਼ਮੀਨ ਘੱਟ ਹੈਗੀ ਹੈ ਪੂਰੇ ਪੰਜਾਬ ਦੇ ਵਿੱਚ। ਇਹਦੇ ਵਿੱਚ ਫਿਰ ਇਸਨੇ ਇੱਕ ਐਕਸਪਲੇਨੇਸ਼ਨ ਫਿਰ ਦਿੱਤੀ ਹੈ। ਇਹ ਐਕਸਪਲੇਨੇਸ਼ਨ ਕਿਹਦੀ ਹੈ? ਇਹ ਕਲੌਜ਼ 2 ਦੀ ਐਕਸਪਲੇਨੇਸ਼ਨ ਹੈ। ਕਲੌਜ਼ 2 ਦੀ ਐਕਸਪਲੇਨੇਸ਼ਨ ਹੈ। ਇੱਥੇ ਕੀ ਕਿਹਾ ਹੈ ਇਸਨੇ? ਇੱਥੇ ਹਿੰਦੂ ਅਨਡਿਵਾਈਡਡ ਫੈਮਿਲੀ ਦੀ ਗੱਲ ਕੀਤੀ ਹੈ। ਜਦੋਂ ਮਾਲਕ ਹੈ ਉਹ ਰਿਟਰਨ ਭਰ ਕੇ ਦੇ ਰਿਹਾ ਹੈ, ਉਹਨਾਂ ਦੀ ਕੋਈ ਪ੍ਰਾਪਰਟੀ ਹੈ ਜੇ ਅਨਡਿਵਾਈਡਡ ਫੈਮਿਲੀ ਦੀ ਹਿੰਦੂ HUF ਵੀ ਹੋ ਸਕਦੀ ਹੈ, ਉਹਦੀ ਮਾਲਕੀ ਇਕੱਲੇ ਦੀ ਵੀ ਹੋ ਸਕਦੀ ਹੈ, ਉਹਦੀ ਮਾਲਕੀ ਹੈ ਜੇ ਪਾਰਟਨਰ ਵੀ ਹੋ ਸਕਦੀ ਹੈ, ਉਹਦੀ ਮਾਲਕੀ ਹੈ ਜੇ HUF ਵੀ ਹੋ ਸਕਦੀ ਹੈ। HUF ਦੇ ਵਿੱਚ ਕੀ ਹੁੰਦਾ ਹੈ? HUF ਚ ਅਸੀਂ ਦੇਖ ਰਹੇ ਵੀ ਹਰ ਬੰਦੇ ਸਾਰੀ ਫੈਮਿਲੀ ਦੇ ਸ਼ੇਅਰ ਹੁੰਦੇ ਨੇ, ਪਿੰਡ ਦੇ ਉਸ ਫੈਮਿਲੀ ਦੇ ਜਿੰਨੇ ਮੈਂਬਰ ਨੇ ਸਾਰੇ ਉਸ ਪ੍ਰਾਪਰਟੀ ਦੇ ਸ਼ੇਅਰ ਹੋਲਡਰ ਹੁੰਦੇ ਨੇ। ਪਰ ਇੱਥੇ ਜਿਹੜੀ ਪ੍ਰੋਵੀਜ਼ਨ ਹੈ ਥੋੜੀ ਚੇਂਜ ਕੀਤੀ ਹੈ। ਇਹਦੇ ਚ ਉਹ ਕਿਹਾ ਗਿਆ ਵੀ ਜਿਸ ਬੰਦੇ ਦੇ ਨਾਮ ਤੇ ਉਹ ਪ੍ਰਾਪਰਟੀ ਦਰਜ ਹੋਏਗੀ ਰੈਵਨਿਊ ਰਿਕਾਰਡ ਦੇ ਵਿੱਚ ਉਹ ਉਹਦੀ ਮੰਨੀ ਜਾਏਗੀ। ਇਹ ਐਕਸਪਲੇਨ ਕਰਕੇ ਉਸ ਨੂੰ ਐਕਸਪਲੇਨੇਸ਼ਨ ਦਿੱਤੀ ਹੈ ਇਸ ਕਰਕੇ ਵੀ ਤਾਂ ਕਿ ਜਦੋਂ ਉਸਨੇ ਰਿਟਰਨ ਭਰਨੀ ਹੈ ਜਿਸ ਵਿਅਕਤੀ ਦੇ ਨਾਮ ਤੇ ਰਿਕਾਰਡ ਵਿੱਚ ਦਰਜ ਹੈਗੀ ਆ ਉਹ ਉੱਥੇ ਇਹ ਨਹੀਂ ਦੇਖਣਾ ਉਸਨੇ ਵੀ HUF ਦੇ ਫੈਮਿਲੀ ਮੈਂਬਰ ਕਿੰਨੇ ਨੇ ਵੀ ਉਹਦਾ ਹਿੱਸਾ ਕੱਢਣਾ ਹੈ ਜੀ ਅਸੀਂ ਨਹੀਂ, ਉਹਦਾ ਜਿਸ ਦੇ ਨਾਮ ਤੇ ਦਰਜ ਹੈ ਉਹ ਉਹਦੀ ਪ੍ਰਾਪਰਟੀ ਮੰਨੀ ਜਾਏਗੀ। ਠੀਕ ਹੈ ਜੀ। ਐਕਸਪਲੇਨੇਸ਼ਨ ਕੇ ਫਿਰ 2 ਦਿੱਤੀ ਹੈ। ਸਟੈਂਡਰਡ ਏਕੜ ਦੀ ਗੱਲ ਕੀਤੀ ਹੈ। ਐਕਸਪਲੇਨੇਸ਼ਨ 1 ਦੇ ਸਬ ਕਲਾਸ 1 ਦੇ ਵਿੱਚ ਦੱਸਿਆ ਸੀਗਾ ਨੇ ਸਟੈਂਡਰਡ ਏਕੜ 5 ਸਟੈਂਡਰਡ ਏਕੜ ਦੀ ਗੱਲ ਕਰੀ ਸੀਗੀ। ਦੇਖੋ ਇਹ ਇੰਟਰਕਨੈਕਟਡ ਨੇ ਸਾਰੇ ਦੇ ਸਾਰੇ ਵਰਡ ਔਰ ਕਲੌਜ਼ਸ। ਸੈਕਸ਼ਨ 1 ਸਬਸੈਕਸ਼ਨ 1 ਇਹਦੀ ਜਿਹੜੀ ਕਲੌਜ਼ 1 ਸੀਗੀ ਉਹ ਜਿਹਨੇ ਕਿਹਾ ਸੀਗਾ ਵੀ ਕੋਈ ਵਿਅਕਤੀ ਇੰਡੀਵਿਜੂਅਲੀ ਤੌਰ ਤੇ ਜਾਂ ਸ਼ੇਅਰ ਹੋਲਡਰ 5 ਸਟੈਂਡਰਡ ਏਕੜ ਤੋਂ ਵੱਧ ਰਕਬਾ ਪੂਰੇ ਪੰਜਾਬ ਦਾ ਨਹੀਂ ਹੋਣਾ ਚਾਹੀਦਾ। ਹੁਣ ਇੱਥੇ ਆ ਕੇ ਇਹ ਐਕਸਪਲੇਨ ਕਰ ਰਿਹਾ ਐਕਸਪਲੇਨੇਸ਼ਨ ਨੰਬਰ 2 ਦੇ ਵਿੱਚ ਵੀ ਸਟੈਂਡਰਡ ਏਕੜ ਕਿਹਨੂੰ ਕਿਹਾ ਜਾਂਦਾ ਹੈ, ਸਟੈਂਡਰਡ ਏਕੜ ਦੀ ਕੀ ਡੈਫੀਨੇਸ਼ਨ ਹੋਏਗੀ। ਇੱਥੇ ਆ ਕੇ ਨੇ ਦੋ ਐਕਟਾਂ ਦੀ ਗੱਲ ਕਰਤੀ। ਇੱਕ ਤਾਂ ਜਦੋਂ ਆਪਣਾ ਆਜ਼ਾਦੀ ਤੋਂ ਬਾਅਦ 1947 ਤੋਂ ਬਾਅਦ ਜਦੋਂ ਸਾਰਾ ਐਕਟ ਬਣਿਆ, ਜਦੋਂ ਸੀਲਿੰਗ ਦਾ ਐਕਟ ਬਣਿਆ ਉਹਨੂੰ ਅਸੀਂ ਪੰਜਾਬ ਐਕਟ 1953 ਕਹਿੰਦੇ ਆ। ਪੰਜਾਬ ਸਿਕਿਉਰਿਟੀ ਆਫ ਲੈਂਡ ਰਿਨਿਊਅਲ ਐਕਟ ਬਣਿਆ ਸੀਗਾ 53 ਦੇ ਵਿੱਚ। ਇੱਕ ਤਾਂ ਇਹਨੇ ਕਿਹਾ ਵੀ ਸਟੈਂਡਰਡ ਏਕੜ ਦੀ ਪਰਿਭਾਸ਼ਾ ਉੱਥੋਂ ਦੇਖੋ, ਠੀਕ ਹੈ ਜੀ, ਉਹ ਤਾਂ ਹੋਈ ਸੀ ਪੰਜਾਬ ਦੇ ਉੱਪਰ ਲਾਗੂ। ਕੁਝ ਜਿਹੜੇ ਸਾਡੇ ਇਲਾਕੇ ਸੀ ਉਹ ਸੀ ਪੈਪਸੂ ਦੀਆਂ ਜਿਵੇਂ ਪਟਿਆਲਾ ਰਿਆਸਤ, ਨਾਭਾ ਰਿਆਸਤ, ਜੀਂਦ ਰਿਆਸਤ, ਠੀਕ ਹੈ ਜੀ, ਮਲੇਰਕੋਟਲਾ, ਕਪੂਰਥਲਾ, ਇਹ ਜਿਹੜੇ ਰਿਆਸਤੀ ਇਲਾਕੇ ਸੀਗੇ ਉਹਨਾਂ ਇਲਾਕਿਆਂ ਦੇ ਜਿਹੜਾ ਐਕਟ ਲਾਗੂ ਹੁੰਦਾ ਸੀ ਉਹ ਹੁੰਦਾ ਸੀ ਪੈਪਸੂ ਐਕਟ। ਪੈਪਸੂ ਐਕਟ ਕਦੋਂ ਬਣਿਆ? ਪੰਜਾਬ ਐਕਟ ਤੋਂ 2 ਸਾਲਾਂ ਬਾਅਦ ਪੰਜਾਬ ਐਕਟ ਬਣਿਆ ਸੀਗਾ। ਜਿਹੜਾ ਲੈਂਡ ਸੀਲਿੰਗ ਐਕਟ 50 ਤੁਸੀਂ ਸਾਰੇ ਆਪਾਂ ਸੁਣਦੇ ਹੋਵੋਗੇ, ਤੁਸੀਂ ਆਮ ਜੱਟਾਂ ਤੋਂ ਆਪਣੇ ਆਮ ਪੁਰਾਣੇ ਬਜ਼ੁਰਗਾਂ ਤੋਂ ਪੁੱਛਦੇ ਸੁਣਦੇ ਦੇਖਦੇ ਕਦੇ ਬੋਲਦੇ ਸੁਣਦੇ ਹੋਵੋਗੇ ਵੀ 30 ਏਕੜ ਤੱਕ ਜਿਹੜੀ ਜ਼ਮੀਨ ਹੈ ਸਟੈਂਡਰਡ ਏਕੜ ਤੱਕ ਜਿਹੜੀ ਹੈਗੀ ਸੀਲਿੰਗ ਨਹੀਂ ਹੁੰਦੀ ਹੈਗੀ, 30 ਸਟੈਂਡਰਡ ਏਕੜ ਤੱਕ ਸੁਣਦੇ ਹੋਵੋਗੇ, ਠੀਕ ਹੈ ਜੀ। ਇਹ 30 ਏਕੜ ਦੀ ਜਿਹੜੀ ਗੱਲ ਸੀਗੀ ਇਹ ਇਹਨਾਂ ਐਕਟਾਂ 'ਚ ਕਹੀ ਗਈ ਸੀਗੀ ਜਿਹੜੇ 50C ਦੇ ਐਕਟ ਨੇ ਜਾਂ 55 ਦੇ ਐਕਟ ਨੇ। ਫਿਰ 55 ਦਾ ਐਕਟ ਬਣਿਆ, ਉਹਨੂੰ ਪੈਪਸੂ ਐਕਟ ਕਹਿਣ ਲੱਗੇ, ਜਿਹੜਾ ਇਹ ਰਿਆਸਤਾਂ ਤੇ ਲਾਗੂ ਹੁੰਦਾ ਸੀਗਾ। ਇਹਨੇ ਸਟੈਂਡਰਡ ਏਕੜ ਦੀ ਗੱਲ ਕਹੀ ਹੈ ਵੀ ਤੁਸੀਂ ਉਹਨਾਂ ਐਕਟ ਨੂੰ ਦੇਖੋ, ਸਟੈਂਡਰਡ ਏਕੜ ਦੀ ਜਿਹੜੀ ਪਰਿਭਾਸ਼ਾ ਹੈ ਉਹ ਪੈਪਸੂ ਐਕਟ ਦੇਖੋ ਤੇ ਜਾਂ ਪੰਜਾਬ ਐਕਟ 1953 ਉਹ ਦੇਖੋ, ਜੇ ਪੈਪਸੂ ਐਕਟ 1955 ਇੱਥੇ ਐਕਸਪਲੇਨੇਸ਼ਨ ਦਿੱਤੀ ਗਈ ਹੈ ਇਸ ਗੱਲ ਦੀ। ਨੈਕਸਟ ਆ ਜਾਂਦੀ ਸੈਕਸ਼ਨ 1B। ਦੇਖੋ ਇਹ ਇੱਥੇ ਮਤਲਬ ਬੜਾ ਇਹ ਕਿਉਂ ਬਾਰ-ਬਾਰ ਬਣ ਰਹੇ ਨੇ, ਕਿਉਂਕਿ ਸਮੇਂ-ਸਮੇਂ ਤੇ ਅਮੈਂਡਮੈਂਟਸ ਹੁੰਦੀਆਂ ਗਈਆਂ ਨੇ, ਨਵੇਂ ਸੈਕਸ਼ਨ ਇਨਸਰਟ ਹੁੰਦੇ ਗਏ। ਸੈਕਸ਼ਨ 48 ਦਾ ਸਬਸੈਕਸ਼ਨ 1B ਦੇ ਵਿੱਚ ਕੀ ਕਿਹਾ ਗਿਆ ਜੀ ਵੀ ਜਦੋਂ ਕੋਈ ਵਿਅਕਤੀ ਆਪਣੀ ਰਿਟਰਨ ਭਰ ਕੇ ਦੇਗਾ
ਇੱਕ ਏ ਦੇ ਕਲੌਜ਼ 2 ਦੇ ਅਧੀਨ ਕੋਈ ਵਿਅਕਤੀ ਆਪਣੀ ਰਿਟਰਨ ਭਰ ਕੇ ਦੇਗਾ ਵੀ ਮੇਰੇ ਕੋਲ ਪੂਰੇ ਪੰਜਾਬ 'ਚ ਇੰਨੀ ਪ੍ਰਾਪਰਟੀ ਹੈ। ਜੇਕਰ ਉਹ ਆਪਣੀ ਰਿਟਰਨ ਭਰ ਕੇ ਗਲਤ ਭਰ ਕੇ ਦਿੰਦਾ ਹੈ ਤਾਂ ਇਸ ਇੱਕ ਬੀ ਦੇ ਵਿੱਚ ਤਾਂ ਪੈਨਲਟੀ ਦੀ ਪ੍ਰੋਵੀਜ਼ਨ ਬਣਾਈ ਗਈ ਹੈ ਵੀ ਜੇਕਰ ਉਹਦੀ ਜਿਹੜੀ ਰਿਟਰਨ ਭਰੀ ਗਈ ਹੈ ਗਲਤ ਸਾਬਤ ਹੋ ਜਾਂਦੀ ਹੈ ਤਾਂ ਉਸਨੂੰ ਇਸ ਜਿਹੜਾ ਇੱਕ ਬੀ ਹੈ ਇਸ ਸੈਕਸ਼ਨ ਦੇ ਤਹਿਤ ਉਸਨੂੰ 20 ਟਾਈਮਸ ਆਫ ਦਾ ਲੈਂਡ ਰੈਵਨਿਊ ਤੱਕ ਪੈਨਲਟੀ ਲਗਾਈ ਜਾ ਸਕਦੀ ਹੈ ਕਲੈਕਟਰ। ਠੀਕ ਹੈ ਜੀ। ਅੱਗੇ ਸੈਕਸ਼ਨ 2 ਸਬ ਸੈਕਸ਼ਨ 2 ਆਇਆ ਜੀ। ਹੁਣ ਤੱਕ ਦੇਖੋ ਸਬ ਸੈਕਸ਼ਨ 1 ਚੱਲ ਰਿਹਾ ਸੀਗਾ, ਜਾਂ 1A ਚੱਲ ਰਿਹਾ ਸੀਗਾ, ਉਹਦੀਆਂ ਕਲਾਸਿਸ ਚੱਲ ਰਹੀਆਂ ਸੀਗੀਆਂ, ਉਹਦੀਆਂ ਐਕਸਪਲੇਨੇਸ਼ਨ ਚੱਲ ਰਹੀਆਂ ਸੀਗੀਆਂ। ਅੱਗੇ ਸਬ ਸੈਕਸ਼ਨ 2 ਆਇਆ, ਲੈਂਡ ਰੈਵਨਿਊ ਸ਼ੈਲ ਬੀ ਅਸੈਸਡ ਇਨ ਕੈਸ਼। ਜਦੋਂ ਅਸੈਸਮੈਂਟ ਹੋਈ ਹੈ ਤਾਂ ਜਿਹੜੀ ਕਾਇੰਡ ਦੀ ਗੱਲ ਹੈ, ਕਾਇੰਡ ਵੀ ਫਸਲ ਵਿੱਚੋਂ ਹਿੱਸਾ, ਜੀਰੀ ਵੀ ਕਣਕ ਬੀਜੇ ਕਣਕ ਚੋਂ ਹਿੱਸਾ, ਸਰੋਂ ਬੀਜੇ ਸਰੋਂ ਚੋਂ ਹਿੱਸਾ, ਛੋਲੇ ਬੀਜੇ ਛੋਲੇ ਚੋਂ ਹਿੱਸਾ, ਉਹਦੀ ਗੱਲ ਖਤਮ ਕਰਕੇ ਇੱਥੇ ਅੱਗੇ ਅਸੈਸਮੈਂਟ ਆ ਗਿਆ ਵੀ ਜਿਹੜੀ ਇਹ ਕੈਸ਼ 'ਚ ਹੋਏਗੀ, ਜਿਹੜੀ ਪੇਮੈਂਟ ਹੈ ਲੈਂਡ ਰੈਵਨਿਊ ਦੀ ਕੈਸ਼ 'ਚ ਹੋਏਗੀ। ਠੀਕ ਹੈ ਜੀ। ਫਿਰ ਸਬ ਸੈਕਸ਼ਨ 3 'ਚ ਕੀ ਹੈਗਾ ਵੀ ਜਿਹੜਾ ਲੈਂਡ ਰੈਵਨਿਊ ਹੈ ਬੇਸ਼ੱਕ ਮਾਫ ਕੀਤਾ ਗਿਆ ਹੋਵੇ ਕਿਸੇ ਵੀ ਵਿਅਕਤੀ ਨੂੰ, ਕਿਸੇ ਵੀ ਸਟੇਜ ਦੇ ਕਿਸੇ ਵੀ ਕਾਰਨ, ਜਿਹੜੀਆਂ ਉੱਪਰ ਸ਼ਰਤਾਂ ਲਿਖੀਆਂ ਗਈਆਂ ਨੇ, ਕਿਸੇ ਵੀ ਸ਼ਰਤ ਦੇ ਅਧੀਨ ਕਿਸੇ ਨੂੰ ਮਾਫ ਕੀਤਾ ਗਿਆ ਹੋਵੇ ਮਾਮਲਾ, ਪਰ ਲੈਂਡ ਰੈਵਨਿਊ ਜਿਹੜਾ ਰਿਕਾਰਡ ਦੇ ਉੱਪਰ ਹੈ ਉਹ ਅਸੈਸਮੈਂਟ ਹੋਏਗੀ ਔਰ ਉਹ ਉਹਦੀਆਂ ਕਿਸ਼ਤਾਂ ਉਹ ਲਮਸਮ ਕੀ ਹੋ ਸਕਦਾ ਹੈ ਤਾਂ ਜਾਂ ਉਹਦੀਆਂ 2 ਕਿਸ਼ਤਾਂ ਵੀ ਹੋ ਸਕਦੀਆਂ ਨੇ, ਸੋਣੀ ਤੇ ਹਾੜੀ। ਠੀਕ ਹੈ ਜੀ। ਲੈਂਡ ਰੈਵਨਿਊ ਮੇ ਬੀ ਅਸੈਸਡ। ਅੱਗੇ ਸੈਕਸ਼ਨ 4 ਹੈ, ਸਬ ਸੈਕਸ਼ਨ 4 ਹੈ, ਲੈਂਡ ਰੈਵਨਿਊ ਮੇ ਬੀ ਅਸੈਸਡ ਏ ਪਾਰਟ ਫਿਕਸਡ ਐਨੂਅਲ ਚਾਰਜ ਜਾਂ ਇੰਸਟਾਲਮੈਂਟ ਲਮਸਮ ਜਾਂ ਫਿਰ ਕਿਸ਼ਤਾਂ ਦੇ ਵਿੱਚ। ਨੈਕਸਟ ਅੱਗੇ ਆਇਆ ਜੀ ਇਹਦੀ ਕਲੌਜ਼ B ਵੀ ਲੈਂਡ ਰੈਵਨਿਊ ਕਿੰਨਾ ਹੋਏਗਾ, ਇਹ ਪਰ ਏਕੜ ਦੇ ਹਿਸਾਬ ਨਾਲ ਹੋਏਗਾ। ਠੀਕ ਹੈ ਜੀ। ਪਰ ਏਕੜ ਕਿੰਨੀ ਜ਼ਮੀਨ ਤੇ ਕਿੰਨਾ ਜਿਹੜਾ ਮਾਮਲਾ ਲੱਗਣਾ ਹੈ ਉਹ ਦੇਖਿਆ ਜਾਂਦਾ ਵੀ ਉਸ ਪਾਰਟੀਕੂਲਰ ਇਲਾਕੇ 'ਚ ਕਿਹੜੀ ਫਸਲ ਬੀਜੀ ਜਾਂਦੀ ਹੈ, ਉਹਦੀ ਪੈਦਾਵਾਰ ਕਿੰਨੀ ਹੁੰਦੀ ਹੈ, ਉਹ ਪੈਦਾਵਾਰ ਦੇ ਅਕੋਰਡਿੰਗ ਉਹਦਾ ਜਿਹੜਾ ਮਾਰਕੀਟ ਰੇਟ ਕੀ ਹੁੰਦਾ ਹੈ, ਮਾਰਕੀਟ ਰੇਟ ਨੂੰ ਅਸੈਸ ਕਰਕੇ ਤੇ ਲੋਕਾਂ ਦੀ ਮਦਦ ਦੇ ਨਾਲ ਵੀ ਕਿੰਨੇ ਪੈਸੇ ਵੱਟ ਜਾਂਦੇ ਨੇ ਜ਼ਮੀਨ ਦੀ ਫਸਲ ਦੇ, ਉਹਦੇ ਅਕੋਰਡਿੰਗ ਜਿਹੜਾ ਲੈਂਡ ਰੈਵਨਿਊ ਅਸੈਸ ਕੀਤਾ ਜਾਂਦਾ ਹੈ। ਫਿਰ ਅੱਗੇ ਦੇਖਿਆ ਵੀ ਜਿਹੜਾ ਲੈਂਡ ਰੈਵਨਿਊ ਹੈ ਅਸੈਸਮੈਂਟ ਤਾਂ ਹੋ ਰਹੀ ਹੈ, ਇਹਦਾ ਬੇਸ ਕੀ ਹੁੰਦਾ ਹੈ, ਲੈਂਡ ਰੈਵਨਿਊ ਕਿੰਨਾ ਲਗਾਉਣਾ ਹੈ, ਕਿਸੇ ਕਿੱਲੇ ਨੂੰ 20 ਰੁਪਏ, ਕਿਸੇ ਕਿੱਲੇ ਨੂੰ 5 ਰੁਪਏ ਲਗਾਉਣੇ ਨੇ, 10 ਰੁਪਏ ਲਗਾਉਣੇ ਨੇ, 15 ਰੁਪਏ ਲਗਾਉਣੇ ਨੇ, 8 ਰੁਪਏ ਲਗਾਉਣੇ ਨੇ, 20 ਰੁਪਏ ਲਗਾਉਣੇ ਨੇ, ਕਿੰਨੇ ਲਗਾਉਣੇ, ਇਹਦਾ ਬੇਸ ਕੀ ਹੈ, ਇਹਦਾ ਕੋਈ ਫੰਡਾ ਤਾਂ ਹੋਏਗਾ ਨਾ ਜੀ ਲੈਂਡ ਰੈਵਨਿਊ ਲਗਾਉਣ ਦਾ ਵੀ ਕਿਸ ਵਿਅਕਤੀ ਤੋਂ ਕਿੰਨੇ ਪੈਸੇ ਲੈਣੇ, ਨਾਲ ਦੇ ਖੇਤ ਤੋਂ ਅਸੀਂ ਵੱਧ ਲਈਏ ਨਾ ਤੇ ਦੂਜੇ ਤੋਂ ਵੱਧ ਲਈਏ, ਕਿਸ ਤੋਂ ਘੱਟ ਲਈਏ, ਇਹਦਾ ਕੀ ਬੇਸਿਕ ਫੰਡਾ ਕੀ ਹੈ, ਲੈਂਡ ਰੈਵਨਿਊ ਅਸੈਸ ਕਿਵੇਂ ਕੀਤਾ ਜਾਂਦਾ ਹੈ। ਉਹ 'ਚ ਕੀ ਹੈ ਜੀ ਸੈਕਸ਼ਨ 48A basis of the assessment land revenue shall be based on an estimate। ਇਹ ਐਸਟੀਮੇਟ ਹੁੰਦਾ ਜੀ, ਪੂਰਾ ਫੰਡਾ ਪ੍ਰੋਪਰ ਨਹੀਂ ਹੁੰਦਾ ਪਰ ਹੁੰਦਾ ਇਹ ਫੰਡਾ ਐਸਟੀਮੇਟ ਹੀ ਹੈ। ਇਹ 'ਚ ਕਿਹਾ ਗਿਆ ਵੀ ਐਵਰੇਜ ਮਨੀ ਵੈਲਿਊ ਆਫ ਦਾ ਨੈਟ ਅਸੈਟਸ। ਦੇਖੋ ਆਪਾਂ ਨੈਟ ਅਸੈਟਸ ਪਹਿਲਾਂ ਪੜਿਆ ਸੀਗਾ ਡੈਫੀਨੇਸ਼ਨ ਦੇ ਵਿੱਚ, ਇੱਥੇ ਆ ਕੇ ਫਿਰ ਵਰਡ ਯੂਜ਼ ਹੋਇਆ ਨੈਟ ਅਸੈਟਸ ਕੀ ਹੁੰਦੇ ਨੇ, ਉਹੀ ਪਹਿਲਾਂ ਵੀ ਸਾਰੇ ਖਰਚੇ ਕੱਢ ਕੇ ਫਸਲ ਦੀ ਪੈਦਾਵਾਰ ਬਚ ਕਿੰਨੀ ਗਈ, ਲਾਭ ਕਿੰਨਾ ਹੋਇਆ, ਪ੍ਰੋਫਿਟ ਕਿੰਨਾ ਹੋਇਆ, ਉਹ ਜਿੰਨੇ ਪ੍ਰੋਫਿਟ ਬਚ ਗਿਆ ਸਾਰਾ ਉਹਦਾ ਕੁਝ ਸ਼ੇਅਰ, ਉਹ ਇੱਕ ਬੇਸ ਬਣਾਇਆ ਗਿਆ ਇਹਨਾਂ ਨੇ ਵੀ ਕਿਸ ਇਲਾਕੇ ਦੇ ਵਿੱਚ, ਕਿਸ ਖੇਤਾਂ ਦੇ ਵਿੱਚ, ਕਿਹੜੇ ਪਾਰਟਿਕੂਲਰ ਅਸੈਸਮੈਂਟ ਸਰਕਲ ਦੇ ਵਿੱਚ ਤੇ ਇੱਕ ਕਿੱਲੇ ਵਿੱਚੋਂ ਕਿੰਨੀ ਕੁ ਪੈਦਾਵਾਰ ਹੁੰਦੀ ਹੈ, ਸਾਰੇ ਖਰਚੇ ਕੱਢ ਕੇ ਨੈਟ ਅਸੈਟਸ ਕਿੰਨੇ ਹੁੰਦੇ ਨੇ। ਇੱਕ ਤਾਂ ਇਹ ਬੇਸ ਹੈ, ਮੇਨ ਤਾਂ ਬੇਸ ਦੇਖੋ ਇਹੀ ਹੋ ਗਿਆ ਨਾ ਜੀ, ਜੇ ਪੈਦਾਵਾਰ ਤਾਂ ਹੁੰਦੀ ਨਹੀਂ ਅਸੀਂ ਲੈਂਡ ਰੈਵਨਿਊ ਉੱਥੇ ਲਗਾ ਦੀ ਵਾਲਾ ਭਰ ਨਾ ਸਕੇ, ਜਿਵੇਂ ਕਿ ਪਿਛਲੇ ਜ਼ਮਾਨੇ 'ਚ ਹੁੰਦਾ ਹੈ ਲੈਂਡ ਰੈਵਨਿਊ ਨਾ ਮਾਮਲਾ ਨਾ ਭਰਨ ਕਰਕੇ, ਜਿਵੇਂ ਕਹਿੰਦੇ ਹਾਲਾਂ ਤੇ ਪਾਲਾ ਕੋਲੋਂ ਦੀ ਨਹੀਂ ਲੰਘਦੇ ਹੈ ਜੀ, ਹਾਲਾ ਭਰਨ ਦੇ ਚੱਕਰ ਦੇ ਵਿੱਚ ਲੋਕੀ ਜ਼ਮੀਨਾਂ ਛੱਡ ਦਿੰਦੇ ਸੀਗੇ, ਹਾਲਾ ਇੰਨਾ ਹੁੰਦਾ ਸੀਗਾ, ਮਾਮਲਾ ਇੰਨਾ ਹੁੰਦਾ ਸੀ ਕਿ ਵੀ ਲੋਕਾਂ ਨੂੰ ਭਰ ਨਹੀਂ ਸੀ ਹੁੰਦਾ ਉਸ ਵੇਲੇ। ਹੁਣ ਆਪਾਂ ਨੂੰ ਇਹ ਲੱਗਦਾ ਕੁਝ ਵੀ ਨਹੀਂ ਹੈਗਾ। ਠੀਕ ਹੈ। ਉਹ ਜ਼ਮਾਨਾ ਸੀ ਜਦੋਂ ਖੇਤਾਂ 'ਚ ਕੋਈ ਪੈਦਾਵਾਰ ਨਹੀਂ ਸੀ ਹੁੰਦੀ, ਪ੍ਰੋਪਰ ਤਰੀਕੇ ਦੇ ਨਾਲ ਖਾਲੀ ਪਏ ਰਹਿੰਦੇ ਸੀਗੇ, ਮਾਰੂ ਜ਼ਮੀਨਾਂ ਹੁੰਦੀਆਂ ਸੀਗੀਆਂ ਹੈ ਜੀ, ਮੀਂਹ ਦੇ ਉੱਪਰ ਡਿਪੈਂਡ ਕਰਦੇ ਸੀ, ਰੇਨਿੰਗ ਹੋਏਗੀ ਤਾਂ ਜਾ ਕੇ ਫਸਲ ਕੋਈ ਹੁੰਦੀ ਸੀ ਤੇ ਇਹ ਮਤਲਬ ਕਿ ਕਈ ਵਾਰੀ ਪੱਲਿਓਂ ਹੀ ਮਾਮਲਾ ਅਦਾ ਕਰਨਾ ਪੈਂਦਾ ਸੀਗਾ, ਉਹਦੀ ਵੀ ਲਿਮਟ ਹੁੰਦੀ ਸੀ, ਸਮੇਂ ਸਿਰ ਜਾ ਕੇ ਜਿਹੜਾ ਨਹੀਂ ਸੀ ਭਰਦਾ ਉਹਦੇ ਲਈ ਫਿਰ ਪੈਨਲਟੀਆਂ ਖੜੀਆਂ ਹੋ ਜਾਂਦੀਆਂ ਸੀਗੀਆਂ, ਰਸਤਾਂ ਵੀ ਹੁੰਦੀਆਂ ਸੀ, ਬਹੁਤ ਕੁਝ ਹੁੰਦਾ ਸੀਗਾ ਜੀ। ਸੈਕਸ਼ਨ 69 ਬਣਾਇਆ ਗਿਆ, ਅੱਗੇ ਜਾ ਕੇ ਆਪਾਂ ਡਿਟੇਲ ਪੜਾਂਗੇ। 69 ਸੈਕਸ਼ਨ ਦੇ ਵਿੱਚ ਵਾਰੰਟ ਵੀ ਜਾਰੀ ਹੋ ਜਾਂਦੇ ਸੀਗੇ ਬਿਨਾਂ ਮਤਲਬ ਤੋਂ, ਇਸ ਕਰਕੇ ਲੋਕ ਆਪਦਾ ਜ਼ਮੀਨ ਹੀ ਛੱਡ ਦਿੰਦੇ, ਲੈ ਵੀ ਤੂੰ ਮੇਰੀ ਜ਼ਮੀਨ ਸਾਂਭ ਤੇ ਮਾਮਲਾ ਤੂੰ ਭਰਦਾ ਨਹੀਂ, ਮੈਨੂੰ ਕੋਈ ਪੈਸਾ ਨਹੀਂ ਲੈਣਾ ਹੈ ਜੀ। 48A ਦੀ B ਕਲਾਸ ਬਣਾਈ ਗਈ ਹੈ, ਸਪੈਸ਼ਲ ਅਸੈਸਮੈਂਟ ਜੇ ਕਿਤੇ ਹੋਵੇ, ਨਾਨ ਐਗਰੀਕਲਚਰ ਲੈਂਡ ਹੋਵੇ, ਜੇ ਕਿਤੇ ਨਾਨ ਐਗਰੀਕਲਚਰ ਲੈਂਡ ਹੁੰਦਾ ਤਾਂ ਉੱਥੇ ਉਹਦੇ ਦੋ ਪੁਆਇੰਟ ਲਿਖੇ ਜਾਂਦੇ ਨੇ,
ਨੌਨ ਐਗਰੀਕਲਚਰ ਲੈਂਡ ਜੇ ਕੋਈ ਹੈਗੀ ਹੈ ਤਾਂ ਉਹਦਾ ਮਾਮਲਾ ਕਿੰਨਾ ਲੱਗੂਗਾ। ਤਾਂ ਉਹ ਦੇਖੋ ਆਪਾਂ ਹੁਣ ਦੁਬਾਰਾ ਫਿਰ ਉਹੀ ਵਰਡ ਯੂਜ਼ ਹੋ ਰਿਹਾ ਹੈ, ਨੈਟ ਲੈਟਿੰਗ ਵੈਲਿਊ। ਨੈਟ ਲੈਟਿੰਗ ਵੈਲਿਊ ਇਹ ਵੀ ਆਪਾਂ, ਮੈਂ ਅੱਜ ਪਹਿਲੀ ਵਾਰੀ ਸ਼ੁਰੂ ਚ ਜਦੋਂ ਆਪਾਂ ਸਟਾਰਟ ਕੀਤਾ ਉਦੋਂ ਪੜ੍ਹੀ ਸੀਗੀ। ਨੈਟ ਲੈਟਿੰਗ ਵੈਲਿਊ ਕਿਰਾਏ ਦਾ ਕਿੰਨਾ ਕਿਰਾਇਆ ਉਸ ਜ਼ਮੀਨ ਤੋਂ ਆਉਂਦਾ ਹੈ, ਜੇ ਉਹ ਜ਼ਮੀਨ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਹੈ, ਜੇ ਉਹ ਕਮਰਸ਼ੀਅਲ ਪ੍ਰੋਪਰਟੀ ਹੈ, ਜੇ ਉਹ ਕੋਈ ਇੰਡਸਟਰੀ ਹੈ, ਉਹਦੇ ਤੋਂ ਕਿੰਨਾ ਕਿਰਾਇਆ ਆਉਂਦਾ। ਕਿਰਾਇਆ ਕਿਵੇਂ ਨੈਟ ਕਰਾਂਗੇ ਆਪਾਂ, ਉਹਦੇ ਖਰਚੇ ਕੱਢ ਕੇ, ਉਹਦੀ ਪ੍ਰੋਪਰਟੀ ਟੈਕਸ ਕੱਢ ਕੇ, ਉਹਦਾ ਜੋ ਵੀ ਬਿੱਲ ਵਗੈਰਾ ਹੈਗੇ ਸਾਰੇ ਖਰਚੇ ਕੱਢ ਕੇ, ਜਾਂ ਉਹਦੇ ਪ੍ਰੋਪਰ ਕੈਪੀਟਲ ਕਿੰਨੀ ਲੱਗੀ ਵੀ ਹੈ, ਉਹਦਾ ਇੰਟਰਸਟ ਕੱਢ ਕੇ ਜੋ ਬਚ ਗਿਆ ਉਹੀ ਉਹਦਾ ਪ੍ਰੋਫਿਟ ਮੰਨਿਆ ਜਾਏਗਾ। ਉਹ ਪ੍ਰੋਫਿਟ ਦੇ ਬੇਸਿਸ ਤੇ ਹੀ ਉਹਦਾ ਜਿਹੜਾ ਲੈਂਡ ਹੈ ਉਹਨੂੰ ਅਸੈਸ ਕੀਤਾ ਜਾਂਦਾ ਸੀਗਾ ਵੀ ਕਿਸ ਪ੍ਰੋਪਰਟੀ ਤੋਂ ਕਿੰਨਾ, ਕਿਸ ਏਰੀਆ 'ਚ, ਕਿਸ ਅਸੈਸਮੈਂਟ ਸਰਕਲ ਦੇ ਵਿੱਚ ਐਸੀਆਂ ਜਿਹੜੀਆਂ ਪ੍ਰੋਪਰਟੀਆਂ ਨੇ ਉਹਨਾਂ ਦੇ ਉੱਪਰ ਕਿੰਨਾ ਕੁ ਕਿਰਾਇਆ ਚੱਲਦਾ ਕਿਸੇ ਦੇ। ਹੁਣ ਆਪਾਂ ਦੇਖਦੇ ਹਾਂ ਕਿਸੇ ਏਰੀਆ 'ਚ ਕਿੱਲੇ ਦੀ ਜਿਹੜੀ ਠੇਕਾ ਚੱਲਦਾ 50,000 ਰੁਪਏ ਸਾਲ ਦਾ, ਕਿਸੇ 'ਚ 70,000 ਰੁਪਏ, ਕਿਤੇ 30,000 ਰੁਪਏ ਹੈ। ਠੀਕ ਹੈ ਜੀ। ਤੇ ਜੇ ਹੁਣ ਆਪਾਂ ਜਿੱਥੇ 70,000 ਰੁਪਏ ਉੱਥੇ ਜਿਹੜਾ ਮਾਮਲਾ ਹੋਇਆ ਅਸੈਸਮੈਂਟ ਵੱਧ ਹੋਏਗੀ, 30,000 ਰੁਪਇਆ ਕਿੱਲਾ ਠੇਕਾ ਹੈਗਾ ਉੱਥੇ ਘੱਟ ਹੋਏਗੀ। ਇਹ ਚੀਜ਼ ਅਸੈਸਮੈਂਟ ਸਰਕਲ ਤੇ ਡਿਪੈਂਡ ਕਰਦੀ ਸੀਗੀ, ਤੇ ਨੈਟ ਵੈਲਿਊ ਤੇ, ਨੈਟ ਲੈਟਿੰਗ ਵੈਲਿਊ ਤੇ ਨੈਟ ਅਸੈਟਸ ਤੇ ਡਿਪੈਂਡ ਕਰਦੀ ਸਾਰੀਆਂ ਗੱਲਾਂ, ਜਿਹੜਾ ਮਾਮਲਾ ਕਿਵੇਂ ਕਿਸੇ ਏਰੀਆ ਨੂੰ ਲਗਾਇਆ ਜਾਣਾ। ਅੱਗੇ ਅਸੀਂ ਪੜ੍ਹ ਰਹੇ ਸੀਗੇ, ਅੱਗੇ 48 ਆ ਗਿਆ ਜੀ। 48 ਲਿਮਿਟ ਆਫ ਅਸੈਸਮੈਂਟ। ਹੁਣ ਅਸੈਸਮੈਂਟ ਤਾਂ ਕਰ ਰਹੇ ਹਾਂ, ਉਹਦੀ ਕੋਈ ਲਿਮਿਟੇਸ਼ਨ ਵੀ ਤਾਂ ਹੋਣੀ ਚਾਹੀਦੀ ਹੈ, ਤਾਂ ਕਿ ਅਸੀਂ ਜ਼ਮੀਨ ਦੀ ਜਿੰਨੀ ਪੈਦਾਵਾਰ ਨਹੀਂ ਹੈਗੀ ਉਸ ਤੋਂ ਵੱਧ ਅਸੀਂ ਮਾਮਲਾ ਲਗਾ ਦਈਏ। ਠੀਕ ਹੈ ਜੀ। ਇਹ ਸੈਕਸ਼ਨ 48 ਦੇ ਵਿੱਚ ਇਹ ਵੀ ਨਵਾਂ ਸੈੱਟ ਕੀਤਾ ਗਿਆ, ਕਿਤੇ ਪ੍ਰੋਬਲਮਾਂ ਆਈਆਂ ਹੋਣੀਆਂ, ਪ੍ਰੋਬਲਮਾਂ ਆਉਣ ਦੇ ਨਾਲ ਇੱਥੇ ਕੋਈ ਲਿਮਿਟ ਫਿਕਸ ਕੀਤੀ ਗਈ ਵੀ ਤੁਸੀਂ ਜਦੋਂ ਅਸੈਸਮੈਂਟ ਕਰਨੀ ਹੈ ਤਾਂ ਤੁਸੀਂ ਇਸ ਗੱਲ ਨੂੰ ਧਿਆਨ 'ਚ ਰੱਖਣਾ ਹੈ ਵੀ ਜਿੰਨੀ ਉਸ ਏਰੀਏ ਦੇ ਵਿੱਚ ਨੈਟ ਅਸੈਟਸ ਹੁੰਦੀ ਹੈ, ਨੈਟ ਅਸੈਟਸ, ਮੰਨ ਲਓ ਕਿੱਲੇ ਦੇ ਮਗਰ 40,000 ਰੁਪਏ ਬਚਦਾ ਹੈ ਦੋਨੇ ਫਸਲਾਂ ਦਾ, 1 ਏਕੜ ਦੇ ਵਿੱਚ 40,000 ਬਚਦਾ ਹੈ, ਤਾਂ ਤੁਸੀਂ ਉਸ ਕਿੱਲੇ ਦਾ ਜਿਹੜਾ ਮਾਮਲਾ ਹੈ, ਮੈਂ ਬਹੁਤ ਵੱਡੀ ਗੱਲ ਕਰ ਰਿਹਾ, ਮੈਂ ਅੱਜ ਦੇ ਜ਼ਮਾਨੇ ਨਾਲ ਗੱਲ ਕਰ ਰਿਹਾ। ਠੀਕ ਹੈ ਜੀ। ਮੰਨ ਲਓ 40,000 ਰੁਪਏ ਬਚ ਰਿਹਾ ਹੈ, ਤਾਂ ਉਸ ਪ੍ਰੋਪਰਟੀ ਤੋਂ ਤੁਸੀਂ ਉਹਦਾ 1/4 ਤੋਂ ਵੱਧ ਉਹਨੂੰ ਅਸੈਸਮੈਂਟ ਨਹੀਂ ਕਰ ਸਕਦੇ। 1/4 ਤੋਂ ਵੱਧ ਅਸੈਸਮੈਂਟ ਨਹੀਂ ਕੀਤੀ ਜਾ ਸਕਦੀ। ਠੀਕ ਹੈ ਜੀ। ਲੈਂਡ ਨੂੰ ਉਸ ਜਿਹੜੀ ਨੈਟ ਲੈਟਿੰਗ ਵੈਲਿਊ ਹੈ ਪਾਰਟੀਕੂਲਰ ਲੈਂਡ ਦੀ, ਉਹਦੇ ਉੱਥੇ ਕੰਡੀਸ਼ਨ ਲਿਖ ਦਿੱਤੀ ਇੱਥੇ ਕਿ ਉਹਦੇ ਚੌਥੇ ਹਿੱਸੇ ਤੋਂ ਵੱਧ ਤੁਸੀਂ ਲੈਂਡ ਨੂੰ ਅਸੈਸਮੈਂਟ ਨਹੀਂ ਕੀਤੀ ਜਾ ਸਕਦੀ। ਜਾਂ ਫਿਰ ਇਹ ਕਹ ਲਈਏ ਜੇਕਰ ਪ੍ਰੋਪਰਟੀ ਨॉन एग्रीकल्चर है ਤਾਂ ਕੀ ਹੈ, ਤਾਂ ਵੀ ਚੌਥੇ ਇਸ ਤੋਂ ਵੱਧ ਨਹੀਂ ਕਰ ਸਕਦੇ। ਇਹ ਪਾਰਟ ਹੈ ਜਿਹੜਾ ਕਲੌਜ਼ A 48B ਦੀ 48B ਦੀ ਕਲੌਜ਼ A ਹੈ, ਇਹਦੇ ਵਿੱਚ ਹੀ ਕਿਹਾ ਵੀ ਇਹ ਜਿਹੜੀ ਐਕਸੀਡ ਨਹੀਂ ਹੋ ਸਕਦੀ 1/4 ਆਫ ਦਾ ਐਸਟੀਮੇਟ ਐਵਰੇਜ ਨੈਟ ਲੈਟਿੰਗ ਵੈਲਿਊ ਦੀ, ਚੌਥੇ ਇਸ ਤੋਂ ਵੱਧ ਨਹੀਂ ਹੋ ਸਕਦੀ। ਜਾਂ ਫਿਰ ਜਿੱਥੇ ਨੈਟ ਵੈਲਿਊ ਤੁਸੀਂ ਨਹੀਂ ਨਿਕਾਲ ਸਕਦੇ ਤਾਂ ਜਿਹੜੀ ਐਵਰੇਜ ਮਾਰਕੀਟ ਵੈਲਿਊ ਹੈ ਉਹਦਾ 2 ਤੋਂ 4% ਤੋਂ ਜ਼ਿਆਦਾ ਨਹੀਂ ਹੋ ਸਕਦਾ। ਜੇ ਜਿਹੜੀਆਂ ਫਸਲਾਂ ਕੋਈ ਖਾਲੀ ਪਈਆਂ ਹੁੰਦੀਆਂ ਨੇ, ਜਾਂ ਕੋਈ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਹੈ, ਜਾਂ ਕੋਈ ਕਮਰਸ਼ੀਅਲ ਪ੍ਰੋਪਰਟੀ ਹੈ, ਉਹਨੂੰ ਕੋਈ ਕਿਰਾਏ ਤੇ ਨਹੀਂ ਲੈਂਦਾ, ਬਣਾਦੀ ਵਾਲੇ ਨੇ ਕਿਰਾਏ ਦੇ ਮਕਸਦ ਦੇ ਲਈ, ਪਰ ਉੱਥੇ ਕੋਈ ਮਾਰਕੀਟ ਨਹੀਂ ਹੋਏਗੀ ਤੇ ਕਿਰਾਏ ਤੇ ਨਹੀਂ ਚੜ੍ਹਦੀ, ਐਸੀਆਂ ਕੋਈ ਲੈਂਡ ਜਿਹੜੀਆਂ ਪਈਆਂ ਹੁੰਦੀਆਂ ਨੇ ਖਾਲੀ ਪਈਆਂ ਨੇ, ਉਹ ਤੋਂ 1% ਤੋਂ ਵੱਧ ਤੁਸੀਂ ਉਹਦੀ ਮਾਰਕੀਟ ਦੀ ਜਿਹੜੀ ਵੈਲਿਊ ਹੈਗੀ ਆ ਉਹਦੇ ਤੋਂ 1% ਤੋਂ ਜ਼ਿਆਦਾ ਤੁਸੀਂ ਉਹਦੀ ਜਿਹੜੀ ਹੈਗੀ ਮਾਮਲਾ ਅਸੈਸ ਨਹੀਂ ਕਰ ਸਕਦੇ। ਠੀਕ ਹੈ ਜੀ। ਅੱਗੇ ਆ ਗਿਆ ਅਸੈਸਮੈਂਟ, ਜਨਰਲ ਅਸੈਸਮੈਂਟ। ਇਹ ਤਾਂ ਉੱਪਰ ਆ ਗਿਆ ਸੀ ਵੀ ਉਹਦਾ ਬੇਸ ਕੀ ਹੈ, ਸਿੰਪਲ ਜਿਹਾ ਫੰਡਾ ਸੀ ਵੀ ਬੇਸ ਕੀ ਹੈ, ਅਸੈਸਮੈਂਟ ਕਿਉਂ ਕਰੀ ਜਾਂਦੀ ਹੈ, ਉਹਦਾ ਬੇਸ ਕੀ ਹੈ, ਕਿੰਨੀ ਅਸੈਸਮੈਂਟ ਹੋਣੀ ਚਾਹੀਦੀ ਹੈ, ਮਾਮਲਾ ਕਿੰਨਾ, ਉਹਦੀ ਕੰਡੀਸ਼ਨਸ ਕੀ ਨੇ, ਕੀ ਹੋ ਸਕਦਾ ਹੈ। ਹੁਣ ਅੱਗੇ ਆ ਗਿਆ ਜੀ, ਜੇ ਅਸੀਂ ਅਸੈਸਮੈਂਟ ਕਰਦੇ ਹਾਂ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਕੀ ਹੁੰਦਾ ਹੈ, ਕਿਸੇ ਵੀ ਏਰੀਏ ਦੀ ਅਸੈਸਮੈਂਟ ਕਰਨ ਤੋਂ ਪਹਿਲਾਂ, ਅਸੈਸਮੈਂਟ ਨੂੰ ਅਸੀਂ ਪੰਜਾਬੀ 'ਚ ਕੀ ਕਹਿੰਦੇ ਹਾਂ ਜੀ, ਮੈਂ ਭੁੱਲ ਗਿਆ ਵਰਡ, ਅਸੈਸਮੈਂਟ ਨੂੰ ਪੰਜਾਬੀ 'ਚ ਕਹਿੰਦੇ ਹਾਂ ਹੈ ਜੀ, ਨਹੀਂ ਮੁਲਾਂਕਣ ਨਹੀਂ ਕਹਿੰਦੇ, ਇੱਕ ਤਾਂ ਚੱਕਬੰਦੀ ਹੁੰਦੀ ਹੈ, ਦੂਜਾ ਵਰਡ ਕੀ ਹੁੰਦਾ ਜਿਹੜਾ ਤੁਸੀਂ 100 ਸਾਲ ਬਾਅਦ ਕਰਦੇ ਆ, ਹੈ ਜੀ, ਸੈਟਲਮੈਂਟ। ਹਾਂ, ਸੈਟਲਮੈਂਟ ਹੈ ਜੀ। ਸੈਟਲਮੈਂਟ ਵੀ ਇੰਗਲਿਸ਼ ਦਾ ਵਰਡ ਹੈ, ਪੰਜਾਬੀ ਚ ਕੁਝ ਹੋਰ ਕਹਿੰਦੇ ਅਸੀਂ, ਬੰਦੋਬਸਤ। ਹਾਂ, ਬੰਦੋਬਸਤ ਮੇਰੇ ਦਿਮਾਗ ਚੋਂ ਨਿਕਲ ਗਿਆ ਸੀਗਾ, ਬੰਦੋਬਸਤ ਹੈ ਜੀ। ਬੰਦੋਬਸਤ ਜਦੋਂ ਅਸੀਂ ਕਰਨਾ ਹੈ
ਮੇਰੇ ਖਿਆਲ ਆਪਣੇ ਟਾਈਮਸ ਦਾ ਨਹੀਂ ਹੁੰਦਾ ਹੈਗਾ। ਮੇਰੇ ਖਿਆਲ ਹਿਮਾਚਲ 'ਚ ਸ਼ਾਇਦ ਚੱਲ ਰਿਹਾ ਇਹ ਬੰਦੋਬਸਤ, ਹਿਮਾਚਲ 'ਚ ਹੋ ਰਿਹਾ ਹੈ, ਉੱਥੇ ਸਾਰਾ ਨਵਾਂ ਰਿਕਾਰਡ ਬਣ ਰਿਹਾ ਹੈ ਟੋਟਲ, ਹੈ ਜੀ। ਇਹਨੂੰ ਅਸੀਂ ਜਨਰਲ ਅਸੈਸਮੈਂਟ ਹੁੰਦੀ ਹੈ ਕਿ ਨੋਟੀਫਿਕੇਸ਼ਨ, ਜਦੋਂ ਸਰਕਾਰ ਕੋਈ ਕਿਤੇ ਅਸੈਸਮੈਂਟ ਕਰਦੀ ਹੈ ਜਾਂ ਬੰਦੋਬਸਤ ਕਰਦੀ ਹੈ ਤਾਂ ਉੱਥੇ ਕੀ ਹੁੰਦਾ, ਸਭ ਤੋਂ ਪਹਿਲਾਂ ਸਰਕਾਰ ਵੱਲੋਂ ਪੰਜਾਬੀ ਦੀ ਜਿਹੜੀ ਬੁੱਕ ਹੈ ਉਹਦੇ ਵਿੱਚ ਮੁੱਲਾਕਰਨ ਨਹੀਂ ਲਿਖਿਆ ਹੈ। ਓਕੇ ਚਲੋ ਮੁਲਾਕਰਨ, ਇਹ ਕਿਹਦੀ ਮਾਮਲੇ ਦਾ ਮੁਲਾਕਰਨ ਹੋ ਗਿਆ ਹੈ ਜੀ। ਹਾਂ, ਮੁਲਾਕਰਨ ਵਰਡ ਇੱਥੇ ਯੂਜ਼ ਨਹੀਂ ਹੁੰਦਾ। ਚਲੋ ਇਹਨਾਂ ਨੇ ਹੁਣ ਪੰਜਾਬੀ 'ਚ ਇਹਨੂੰ ਕੋਈ ਵਰਡ ਨਹੀਂ ਮਿਲਿਆ, ਇਹਨੇ ਇਹਦੀ ਉਹ ਡਿਕਸ਼ਨਰੀ ਦੇਖ ਕੇ ਵਰਡ ਲਿਖਤਾ ਮੁਲਾਂਕਣ, ਹੈ ਜੀ। ਮੁਲਾਂਕਣ ਦੇ ਨਾਲ ਤਾਂ ਕੋਈ ਸਮਝ ਹੀ ਨਹੀਂ ਗਿਆ ਮੁਲਾਂਕਣ ਕਾਹਦਾ ਮੁਲਾਂਕਣ ਹੋ ਰਿਹਾ ਹੈ, ਕਿਸ ਚੀਜ਼ ਦਾ ਮੁਲਾਂਕਣ ਹੈ। ਇਹ ਬੰਦੋਬਸਤ ਜਿਹੜਾ ਵਰਡ ਹੈ ਆਪਣਾ ਯੂਜ਼ ਹੁੰਦਾ ਹੈ ਪੁਰਾਣੇ ਸਮੇਂ ਤੋਂ, ਇਹ ਅਸਲ 'ਚ ਹੁੰਦਾ ਹੀ ਬੰਦੋਬਸਤ ਹੈ। ਇਹ 100 ਸਾਲ ਬਾਅਦ, ਵੈਸੇ ਅੱਗੇ ਜਾ ਕੇ ਪੜਾਂਗੇ ਆਪਾਂ, ਇਹਦੇ ਵਿੱਚ ਵੀ ਲਿਖਿਆ ਹੋਇਆ ਵੀ ਤੁਸੀਂ 40 ਸਾਲ ਦੀ ਲਿਮਿਟ ਹੈ ਬੰਦੋਬਸਤ ਕਰਨ ਦੀ, 40 ਸਾਲ ਤੋਂ ਬਾਅਦ ਬੰਦੋਬਸਤ ਕਰਨਾ ਬੰਦ ਹੈ, ਕੋਈ ਕਰੇ ਜੇ ਨਾ ਕਰੇ ਉਹ ਗੱਲ ਵੱਖਰੀ ਹੈ, ਸਮੇਂ ਦੀ ਲੋੜ, ਠੀਕ ਹੈ ਜੀ। ਸਰਕਾਰਾਂ ਨੂੰ ਜ਼ਰੂਰਤ ਸਮਝਦੀਆਂ ਸਰਕਾਰਾਂ, ਕਰਨ ਚਾਹੇ ਨਾ ਕਰਨ, ਪਰ ਇਹਦੇ 'ਚ ਲਿਮਿਟ ਅੱਗੇ ਆਪਾਂ ਪੜਾਂਗੇ ਇਸੇ ਚੈਪਟਰ ਦੇ ਵਿੱਚ ਵੀ ਬੰਦੋਬਸਤ ਦੀ ਵੀ ਕੋਈ ਲਿਮਿਟ ਹੈਗੀ ਹੈ। ਸਰਕਾਰ ਨੋਟੀਫਿਕੇਸ਼ਨ ਜਾਰੀ ਕਰੇਗੀ ਜੀ ਅਸੈਸਮੈਂਟ ਦਾ 49 ਦੇ ਵਿੱਚ। ਅਸੈਸਮੈਂਟ ਜਦੋਂ ਕਿਸੇ ਏਰੀਆ ਦੀ ਕਰਨੀ ਹੈ ਤਾਂ ਅਸੈਸਮੈਂਟ ਕਰਨ ਤੋਂ ਪਹਿਲਾਂ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ, ਤੇ ਨੋਟੀਫਿਕੇਸ਼ਨ ਕਰਨ ਦੇ ਨਾਲ ਹੀ ਸਰਕਾਰ ਕੀ ਹੈਗੀ ਹੈ, ਜਨਰਲ ਰੀਅਸੈਸਮੈਂਟ ਆਫ ਲੈਂਡ ਰੈਵਨਿਊ ਐਨੀ ਏਰੀਆ ਸ਼ੈਲ ਨਾਟ ਬੀ ਅੰਡਰਟੇਕਨ ਵਿਦਆਊਟ ਦਾ ਪ੍ਰੀਵੀਅਸ ਸੈਂਕਸ਼ਨ ਆਫ ਦਾ ਗਵਰਨਮੈਂਟ। ਬੇਸ਼ੱਕ ਐਫਸੀਆਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ, ਪਰ ਸਰਕਾਰ ਦੀ ਤੋਂ ਪਹਿਲਾਂ ਪਰਮਿਸ਼ਨ ਲਈ ਜਾਏਗੀ ਗਵਰਨਮੈਂਟ ਦੀ, ਸਟੇਟ ਗਵਰਨਮੈਂਟ ਦੀ, ਯਾਨੀ ਕਿ ਸਟੇਟ ਗਵਰਨਮੈਂਟ ਪਹਿਲਾਂ ਪਰਮਿਸ਼ਨ ਦੇਵੇਗੀ, ਫਿਰ ਹੀ ਇਹ ਕਿਸੇ ਪਿੰਡ ਦੀ ਜਿਹੜੀ ਹੈਗੀ ਹੈ ਅਸੈਸਮੈਂਟ ਸ਼ੁਰੂ ਹੋਏਗੀ। ਤੀਸਰੇ 'ਚ ਹੈਗਾ ਜੀ ਸਟੇਟ ਗਵਰਨਮੈਂਟ ਮੇ ਗਿਵ ਸਚ ਇੰਸਟਰਕਸ਼ਨਸ ਕੰਸਿਸਟੈਂਟ ਵਿਦ ਦਾ ਪ੍ਰੋਵੀਜ਼ਨਸ ਆਫ ਦ ਐਕਟ। ਸਰਕਾਰ ਵੱਲੋਂ ਕੋਈ ਇੰਸਟਰਕਸ਼ਨ ਵੀ ਦਿੱਤੀਆਂ ਜਾਣਗੀਆਂ, ਪਰ ਉਹ ਐਕਟ ਦੇ ਮੁਤਾਬਕ ਜਿਹੜੀਆਂ ਪ੍ਰੋਵੀਜ਼ਨਸ ਹੋਣਗੀਆਂ ਉਹ ਇਸ ਐਕਟ ਨਾਲ ਮੇਲ ਖਾਂਦੀਆਂ ਹੋਣਗੀਆਂ ਵੀ ਤੁਸੀਂ ਕਿਵੇਂ ਕਰਨਾ ਹੈ। ਕੋਈ ਨਵੀਆਂ ਹਦਾਇਤਾਂ ਜਾਰੀ ਕਰਨੀਆਂ ਨੇ ਜਾਂ ਇਸ ਐਕਟ ਦੇ ਵਿੱਚ ਕੋਈ ਪੁਰਾਣੀਆਂ ਨਵੀਆਂ ਹਦਾਇਤਾਂ ਨੂੰ ਵੀ ਤੁਸੀਂ ਮੱਦੇ ਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਜਦੋਂ ਸੈਂਕਸ਼ਨ ਦਿੱਤੀ ਜਾਣੀ ਹੈ ਉਦੋਂ ਕੁਝ ਅਮੈਂਡਮੈਂਟਸ ਦੇ ਨਾਲ ਤੁਹਾਨੂੰ ਕੁਝ ਨਵੀਆਂ ਸੈਕਸ਼ਨ ਵੀ ਜਾਰੀ ਕੀਤੇ ਜਾ ਸਕਦੀਆਂ ਨੇ। ਹੁਣ ਤਰੀਕਾ ਕੀ ਹੋਏਗਾ, ਸੈਕਸ਼ਨ 50 ਮੋਡ ਆਫ ਡਿਟਰਮਿਨਿੰਗ ਦਾ ਅਸੈਸਮੈਂਟ। ਤਰੀਕਾ ਕੀ ਹੋਏਗਾ, ਇਹ ਜਨਰਲ ਅਸੈਸਮੈਂਟ ਸ਼ੈਲ ਬੀ ਮੇਡ ਬਾਈ ਰੈਵਨਿਊ ਆਫੀਸਰਸ। ਰੈਵਨਿਊ ਆਫੀਸਰ ਵੱਲੋਂ ਅਸੈਸਮੈਂਟ ਕੀਤੀ ਜਾਂਦੀ ਹੈ ਜੀ। ਤਹਿਸੀਲਦਾਰ ਹੁੰਦੇ ਆ, ਤਹਿਸੀਲਦਾਰ ਹੁੰਦੇ ਆ, ਆਪਣਾ ਸਾਰਾ ਅਮਲਾ ਹੁੰਦਾ ਹੈ, ਕਾਨੂੰਗੋ ਪਟਵਾਰੀ ਹਲਕਾ, ਕਈ ਬੰਦੇ ਦੀ ਡਿਊਟੀ ਲੱਗਦੀ ਹੈ ਜਦੋਂ ਅਸੈਸਮੈਂਟ ਸਟਾਰਟ ਹੁੰਦੀ ਹੈ। ਬਿਫੋਰ ਮੇਕਿੰਗ ਸੱਚ ਅਸੈਸਮੈਂਟ ਰੈਵਨਿਊ ਆਫੀਸਰ ਸ਼ੈਲ ਰਿਪੋਰਟ ਟੂ ਦਾ ਫਾਈਨੈਂਸ਼ੀਅਲ ਕਮਿਸ਼ਨਰ ਫਾਰ ਸੈਂਕਸ਼ਨ ਆਫ ਦਾ ਸਟੇਟ ਗਵਰਨਮੈਂਟ। ਰੈਵਨਿਊ ਆਫੀਸਰ ਵੱਲੋਂ ਪਹਿਲਾਂ ਰਿਪੋਰਟਿੰਗ ਹੋਏਗੀ, ਰਿਪੋਰਟਿੰਗ ਹੁੰਦੀ ਤੁਸੀਂ ਮਤਲਬ ਕਿ ਥੱਲੋਂ ਚੱਲੇਗੀ ਸਾਰੀ, ਉਹ ਕਲੈਕਟਰ ਕੋਲੋਂ ਹੋ ਕੇ, ਕਮਿਸ਼ਨਰ ਕੋਲੋਂ ਹੋ ਕੇ, ਐਫਸੀਆਰ ਕੋਲੋਂ ਹੋ ਕੇ ਸਟੇਟ ਗਵਰਨਮੈਂਟ ਕੋਲ ਜਾਏਗੀ। ਸਟੇਟ ਗਵਰਨਮੈਂਟ ਵੱਲੋਂ ਦੀ ਸੈਂਕਸ਼ਨ ਆਏਗੀ, ਫਿਰ ਇਹ ਜਿਹੜੀ ਹੈਗੀ ਸੈਂਕਸ਼ਨ ਆਉਣ ਤੋਂ ਬਾਅਦ ਹੀ ਜਿਹੜੀ ਕਿਸੇ ਪਿੰਡ ਦੀ ਬੰਦੋਬਸਤ ਹੈ ਜਾਂ ਅਸੈਸਮੈਂਟ ਹੈ ਸਟਾਰਟ ਹੁੰਦੀ ਹੈ। ਫਿਰ ਇਹਦੀ ਅਨਾਉਂਸਮੈਂਟ ਹੋਏਗੀ ਜੀ ਸੈਕਸ਼ਨ 51 ਦੇ ਤਹਿਤ। ਅਨਾਉਂਸਮੈਂਟ ਆਫ ਦਾ ਅਸੈਸਮੈਂਟ ਆਫਟਰ ਕੰਸੀਡਰੇਸ਼ਨ ਦਾ ਪ੍ਰਪੋਜ਼ਲਸ submitted by the revenue officers under the provisions of section 50, the state government shall pass such orders as it may deem fit subject to the provisions, make an order determining the assessment proper for each state। ਵੀ ਕਿਹੜੇ ਪਿੰਡ ਦੀ ਅਸੈਸਮੈਂਟ ਕੀਤੀ ਜਾਣੀ ਹੈ ਜਾਂ ਕਿੰਨੇ ਪਿੰਡਾਂ ਦੀ ਅਸੈਸਮੈਂਟ ਕੀਤੀ ਜਾਣੀ ਹੈ, ਇਹਦੇ ਸੰਬੰਧੀ ਸਰਕਾਰ ਵੱਲੋਂ ਅਨਾਉਂਸਮੈਂਟ ਕੀਤੀ ਜਾਵੇਗੀ ਜੀ, ਮਤਲਬ ਕਿ ਪਬਲਿਕੇਸ਼ਨ ਕੀਤੀ ਜਾਵੇਗੀ ਪੇਪਰ ਦੇ ਵਿੱਚ। ਐਟ ਦਾ ਟਾਈਮ ਆਫ ਅਨਾਉਂਸਿੰਗ ਡੇਟ ਫਿਕਸ ਕੀਤੀ ਜਾਵੇਗੀ, ਡੇਟ ਡਿਕਲੇਅਰ ਕੀਤੀ ਜਾਵੇਗੀ ਕਦੋਂ ਇਸ ਪਿੰਡ ਦੀ ਅਸੈਸਮੈਂਟ ਹੋਣੀ ਹੈ, ਤਾਂ ਕਿ ਜਿਹੜੇ ਪਬਲਿਕ ਹੈਗੀ ਹੈ, ਕੋਈ ਕਿਤੇ ਰਹਿੰਦਾ ਕੋਈ ਕਿਤੇ ਰਹਿੰਦਾ, ਉਹ ਆਪਣੇ ਜਿਹੜੇ ਰਾਈਟਸ ਨੇ ਆਪਣੇ ਰਾਈਟਸ ਨੂੰ ਉਹ ਸੇਵ ਕਰ ਸਕਣ। ਡੇਟਸ ਦਿੱਤੀਆਂ ਜਾਣਗੀਆਂ ਕਦੋਂ ਅਸੈਸਮੈਂਟ ਹੋਣੀ ਹੈ। ਇਹ 'ਚ ਅਸੈਸਮੈਂਟ ਹੁੰਦਾ ਕੀ ਹੈ, ਹੁੰਦਾ ਤਾਂ ਇਹੀ ਹੈ, ਮੇਨ ਆਪਾਂ ਗੱਲ ਕਰ ਚੁੱਕੇ ਹਾਂ ਵੀ ਲੈਂਡ ਰੈਵਨਿਊ ਅਸੈਸ ਕੀਤਾ ਜਾਂਦਾ ਹੈ, ਲੈਂਡ ਰੈਵਨਿਊ ਵਧਾਇਆ ਜਾਂਦਾ, ਇਹਦਾ ਨਕਸ਼ਾ ਗੱਲ ਕਰ ਲਈਏ ਵੀ ਮਾਮਲਾ ਵਧਾਇਆ ਜਾਂਦਾ ਖੇਤਾਂ ਦਾ ਸਾਰਿਆਂ ਦਾ, ਠੀਕ ਹੈ ਜੀ। ਇਹ ਸਬ ਸੈਕਸ਼ਨ 3 ਹੈ, ਜੇ ਡਿਟੇਲ ਦਿੱਤਾ ਗਿਆ ਨਾਟ ਅਚੀਵਿੰਗ ਦਾ ਰੇਟ ਆਫ ਇਨਸੀਡੈਂਸ ਆਫ ਲੈਂਡ ਰੈਵਨਿਊ 1/4 ਜਿਹੜੀ ਗੱਲ ਮੈਂ ਪਹਿਲਾਂ ਕਰ ਚੁੱਕਿਆ ਵੀ ਬੇਸਿਕ ਫੰਡਾ ਕੀ ਹੈ, ਵੀ ਉਹਦੇ ਤੇ ਇੱਕ ਲਗਾਇਆ ਗਿਆ ਪਹਿਲਾਂ ਲਿਮਿਟ ਆਫ ਅਸੈਸਮੈਂਟ। ਲਿਮਿਟ ਆਫ ਅਸੈਸਮੈਂਟ ਜਦੋਂ ਆਪਾਂ ਲਿਮਿਟ ਕਰਦੇ ਹਾਂ ਅਸੈਸਮੈਂਟ ਕਰਦੇ ਹਾਂ ਤਾਂ 1/4 ਹਿੱਸਾ ਨੈਟ ਲੈਟਿੰਗ ਵੈਲਿਊ ਦੀ 1/4 ਹਿੱਸੇ ਤੋਂ ਵੱਧ ਅਸੀਂ ਜਿਹੜਾ ਹੈਗਾ ਉਹ ਅਸੈਸਮੈਂਟ ਨਹੀਂ ਕੀਤੀ ਜਾ ਸਕਦੀ ਪੂਰੇ ਅਸੈਸਮੈਂਟ ਸਰਕਲ ਦੇ ਵਿੱਚ। ਜਿੰਨੀ ਵੀ ਲੈਟਿੰਗ ਮੰਨ ਲਓ ਕਿ ਅਸੈਸਮੈਂਟ ਸਰਕਲ ਹੈ ਉਹਦੀ ਕੁੱਲ ਕੀਮਤ ਨੂੰ ਜੇ ਅਸੀਂ ਜੋੜ ਲਈਏ ਸਾਰੇ ਉਸ ਅਸੈਸਮੈਂਟ ਸਰਕਲ ਦੀ ਕੁੱਲ ਪੈਦਾਵਾਰ ਦੀ ਜਿਹੜੀ ਕੀਮਤ ਨੂੰ ਜੋੜ ਲਈਏ
ਤੇ ਉਸਦਾ ਕੁੱਲ ਉਸ ਪਾਰਟਿਕੂਲਰ ਅਸੈਸਮੈਂਟ ਸਰਕਲ ਦਾ ਕੁੱਲ ਮਾਮਲਾ ਅਸੀਂ ਜੋੜ ਲਈਏ, ਠੀਕ ਹੈ ਜੀ। ਉਹ ਜਿਹੜਾ ਕੁੱਲ ਮਾਮਲਾ ਹੈਗਾ, ਕੁੱਲ ਅਸੈਸਮੈਂਟ ਦੀ ਸਰਕਲ ਦੀ ਕੁੱਲ ਕੀਮਤ ਜਿੰਨੀ ਪੈਦਾਵਾਰ ਦੀ ਹੈਗੀ ਉਹਦੇ 1/4 ਤੋਂ ਜੇ ਵੱਧ ਹੈ ਤਾਂ ਉਹ ਗਲਤ ਹੈ, 1/4 ਤੋਂ ਵੱਧ ਨਹੀਂ ਹੋਣਾ ਚਾਹੀਦਾ, ਠੀਕ ਹੈ ਜੀ। ਅੱਗੇ ਆ ਗਿਆ ਜੀ ਤੁਹਾਡਾ ਇਹ ਸਾਰਾ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ। ਫਰਦਰ ਇਹਦੇ ਵਿੱਚ ਜਿਹੜਾ ਹੈਗਾ 4 ਸੈਕਸ਼ਨ ਸਬਸੈਕਸ਼ਨ 4 ਵੀ ਇਹੀ ਹੈ ਵੀ ਮਾਮਲਾ ਕਿਵੇਂ ਵਧਾਉਣਾ ਹੈ, ਕਿਵੇਂ ਘਟਾਉਣਾ ਹੈ, ਮਿਊਨਿਸਪੈਲਿਟੀ ਲਿਮਿਟ ਹੈ, ਪਿੰਡ ਸ਼ਹਿਰੀ ਅਰਬਨ ਪ੍ਰਾਪਰਟੀ ਹੈ, ਮਾਰਕੀਟ ਵੈਲਿਊ ਵੀ ਦੇਖਣੀ ਹੈ, ਉੱਥੇ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਸਾਰਾ। ਅੱਗੇ ਆ ਗਿਆ ਸੈਕਸ਼ਨ 52 ਐਪਲੀਕੇਸ਼ਨ ਫਾਰ ਰੀਕਨਸੀਡਰੇਸ਼ਨ ਆਫ ਦਾ ਅਸੈਸਮੈਂਟ। ਜਦੋਂ ਅਸੈਸਮੈਂਟ ਹੁੰਦੀ ਹੈ, ਕੋਈ ਲੈਂਡ ਓਨਰ ਹੈ 30 ਦਿਨ ਦੇ ਅੰਦਰ ਮੰਨ ਲਓ ਅਸੈਸਮੈਂਟ ਹੋ ਗਈ, 30 ਡੇਜ਼ ਦੇ ਵਿੱਚ ਉਸ ਨੂੰ ਅਧਿਕਾਰ ਹੈ ਕੋਈ ਵੀ ਲੈਂਡ ਓਨਰ ਨੂੰ ਕਿ ਉਹ 30 ਡੇਜ਼ ਦੇ ਵਿੱਚ ਦੱਸ ਸਕਦਾ, ਜਾ ਕੇ ਐਪਲੀਕੇਸ਼ਨ ਦੇ ਸਕਦਾ ਹੈ ਵੀ ਮੇਰਾ ਜਿਹੜਾ ਕੇਸ ਹੈ ਜੀ ਦੁਬਾਰਾ ਕੰਸੀਡਰ ਕਰੋ, ਮੇਰਾ ਮਾਮਲਾ ਪਤਾ ਲੱਗ ਗਿਆ, ਮੇਰਾ ਤਾਂ ਇੰਨਾ ਮਾਮਲਾ ਖੇਤ ਮੇਰਾ ਤਾਂ ਇੰਨੀ ਪੈਦਾ ਨਹੀਂ ਹੁੰਦੀ, ਇੰਨੀ ਪੈਦਾਇਸ਼ ਨਹੀਂ ਹੁੰਦੀ, ਪੈਦਾਵਾਰ ਨਹੀਂ ਹੁੰਦੀ, ਤੇ ਇਸ ਨੂੰ ਦੁਬਾਰਾ ਤੁਸੀਂ ਚੈੱਕ ਕਰ ਲਓ। ਉਹ ਆਪਣੀ ਰੈਵਨਿਊ ਆਫੀਸਰ ਦੇ 30 ਡੇਜ਼ ਦੇ ਅੰਦਰ ਜਾ ਕੇ ਅਰਜ਼ੀ ਦੇ ਸਕਦਾ ਹੈ। ਯਾਰ ਦ ਲੈਂਡ ਰੈਵਨਿਊ ਇਜ਼ ਅਸਾਈਨਡ ਦਾ ਅਸਾਈਨੀ ਦੇਅਰ ਆਫ, ਜਾਂ ਇਹ ਜਿਹੜੀ ਅਰਜ਼ੀ ਹੈ ਜੇ ਕਿਸੇ ਜਿਹੜਾ ਲੈਂਡ ਰੈਵਨਿਊ ਕਿਸੇ ਨੂੰ ਅਸਾਈਨ ਕੀਤਾ ਗਿਆ ਹੋਵੇ, ਅਸਾਈਨ ਮਤਲਬ ਕਿ ਕਿਸੇ ਨੂੰ ਆਪਾਂ ਜਗੀਰਦਾਰ ਨੂੰ ਮਾਮਲਾ ਦਿੱਤਾ ਗਿਆ ਹੋਵੇ, ਜਾਂ ਕਿਸੇ ਫੌਜੀ ਨੂੰ ਬਹਾਦਰੀ ਦੇ ਪਰਪਸ ਦੇ ਵਿੱਚ, ਜਾਂ ਕਿਸੇ ਨੂੰ ਇਨਾਮ ਦੇ ਰੂਪ ਦੇ ਵਿੱਚ ਕੋਈ ਪਿੰਡਾਂ ਦਾ ਮਾਮਲਾ ਅਸਾਈਨ ਕੀਤਾ ਗਿਆ ਹੋਵੇ, ਉਹ ਮਾਲਕ ਦੇ ਨਾਲ ਨਾਲ ਉਹ ਬੰਦਾ ਵੀ ਅਰਜ਼ੀ ਦੇ ਸਕਦਾ ਜਿਹਦੇ ਜਿਹੜੇ ਰਾਈਟਸ ਨੇ ਇਨਫਲੂਐਂਸ ਹੁੰਦੇ ਹੋਣ। ਉਹ ਅਰਜ਼ੀ 30 ਦਿਨ ਦੇ ਅੰਦਰ ਰੈਵਨਿਊ ਆਫਿਸਰ ਦੀ ਜਾ ਕੇ ਦੇ ਸਕਦਾ ਹੈਗਾ ਵੀ ਮੇਰੇ ਕੇਸ ਨੂੰ ਦੁਬਾਰਾ ਕੰਸੀਡਰ ਕਰੋ। ਤਾਂ ਫਿਰ ਕੀ ਹੋਏਗਾ, ਉਹ ਜਿਹੜੀ ਪਟੀਸ਼ਨ ਹੋਏਗੀ, ਪਟੀਸ਼ਨ ਨੂੰ ਜਿਹੜੀ ਹੈਗੀ ਆ ਉਹਦੀ ਨੂੰ ਕੰਸੀਡਰ ਵੀ ਕਰ ਸਕਦਾ ਹੈ, ਰਿਫਿਊਜ਼ ਵੀ ਕਰਦਾ ਰੈਵਨਿਊ ਆਫਿਸਰ, ਪਰ ਉਹਦੇ ਜਿਹੜਾ ਸਪੈਸੀਫਿਕ ਆਰਡਰ ਹੈ ਉਹ ਪਾਸ ਕਰਨਾ ਹੋਏਗਾ ਰੈਵਨਿਊ ਆਫਿਸਰ ਵੱਲੋਂ। ਫਿਰ ਕੀ ਹੈ ਜੀ, ਉਸ ਤੋਂ ਬਾਅਦ ਸੈਕਸ਼ਨ 53 ਹੈ, ਜਦੋਂ ਅਸੈਸਮੈਂਟ ਹੋ ਜਾਂਦੀ ਹੈ, ਮੰਨ ਲਓ ਅਸੈਸਮੈਂਟ ਹੋ ਗਈ, ਰੈਵਨਿਊ ਆਫਿਸਰ ਨੇ ਅਸੈਸਮੈਂਟ ਕਰਤੀ, ਕਲੈਕਟਰ ਨੇ ਅਪਰੂਵ ਕਰਤੀ, ਐਫਸੀਆਰ ਨੇ ਅਪਰੂਵ ਕਰ ਦਿੱਤੀ, ਪਰ ਉਹ ਤਦ ਤੱਕ ਵੀ ਫਾਈਨਲੀ ਸਮਝੀ ਜਾਵੇਗੀ ਜਦੋਂ ਤੱਕ ਉਹ ਸਰਕਾਰ ਵੱਲੋਂ ਉਹਦੀ ਕਨਫਰਮੇਸ਼ਨ ਨਹੀਂ ਹੋ ਜਾਂਦੀ। At any time before the assessment is so confirmed, the commissioner or the financial commissioner modify the assessment of any state. Assessment ਹੋ ਗਈ, ਜਦੋਂ ਤੱਕ ਇਹ ਸਰਕਾਰ ਵੱਲੋਂ ਕਨਫਰਮ ਨਹੀਂ ਹੋ ਜਾਂਦੀ ਤਾਂ ਇਸ ਅਸੈਸਮੈਂਟ ਦੇ ਵਿੱਚ ਕਿਸੇ ਬੰਦੇ ਦੀ ਐਪਲੀਕੇਸ਼ਨ ਤੇ ਜਾਂ ਕਿਸੇ ਜੇ ਪਤਾ ਲੱਗਦਾ ਵੀ ਅਸੈਸਮੈਂਟ ਦੀ ਕਿਤੇ ਨਾ ਕਿਤੇ ਕੋਈ ਕਮੀ ਵਸ਼ੀ ਰਹਿ ਗਈ ਹੈ ਤਾਂ ਕਮਿਸ਼ਨਰ ਜਾਂ ਐਫਸੀਆਰ ਉਸ ਨੂੰ ਮੋਡੀਫਾਈ ਵੀ ਕਰ ਸਕਦੇ ਨੇ, ਠੀਕ ਹੈ ਜੀ। ਬਿਫੋਰ ਐਨ ਇਨਹਾਂਸਮੈਂਟ ਇਜ਼ ਆਰਡਰਡ, ਕਮਿਸ਼ਨਰ ਔਰ ਫਾਈਨੈਂਸ਼ੀਅਲ ਕਮਿਸ਼ਨਰ ਜੇ ਨੋਟਿਸ ਦੇਣਗੇ ਜਦੋਂ ਕਿਸੇ ਦੀ ਅਸੈਸਮੈਂਟ ਘਟਾਣੀ ਜਾਂ ਵਧਾਣੀ ਹੈ, ਅਸੈਸਮੈਂਟ ਦੇ ਵਿੱਚ ਕੋਈ ਅਸੈਸਮੈਂਟ ਰੈਵਨਿਊ ਆਫਿਸਰ ਨੇ ਕੀਤੀ ਹੈ, ਫਾਈਨੈਂਸ਼ੀਅਲ ਕਮਿਸ਼ਨਰ ਵੱਲੋਂ ਜਾਂ ਐਫਸੀਆਰ ਵੱਲੋਂ ਕੋਈ ਆਰਡਰ ਪਾਸ ਕੀਤਾ ਜਾਣਾ ਹੈ ਜਾਂ ਕੋਈ ਮੋਡੀਫਿਕੇਸ਼ਨ ਕੀਤੀ ਜਾਣੀ ਹੈ, ਤਾਂ ਕੰਸਰਨ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਉਹਨੂੰ ਸੁਣਨ ਦੇ ਲਈ ਉਹਨੂੰ ਨੋਟਿਸ ਜਾਰੀ ਕੀਤਾ ਜਾਵੇਗਾ, ਠੀਕ ਹੈ ਜੀ। ਸਮਝ ਜ਼ਿਆਦਾ ਹੋ ਗਿਆ। ਅੱਗੇ ਸੈਕਸ਼ਨ 53A ਹੈ ਜੀ, ਡਿਊਰੇਸ਼ਨ ਆਫ ਦਾ ਅਸੈਸਮੈਂਟ ਫਿਕਸ ਟਾਈਮ ਹੋਏਗਾ। ਸਟੇਟ ਗਵਰਨਮੈਂਟ ਸ਼ੈਲ ਵੈਨ ਦ ਕਨਫਰਮਿੰਗ ਐਨ ਅਸੈਸਮੈਂਟ ਅੰਡਰ ਸਬਸੈਕਸ਼ਨ 1 ਫਿਕਸ ਅ ਪੀਰੀਅਡ ਆਫ ਟਾਈਮ ਫॉर ਵਿਚ ਦ ਅਸੈਸਮੈਂਟ ਸ਼ੈਲ ਬੀ ਰਿਮੇਨ ਇਨ ਫੋਰਸ। ਕੋਈ ਸਮਾਂ ਫਿਕਸ ਕਰੇਗੀ ਵੀ ਅਸੈਸਮੈਂਟ ਕਦੋਂ ਹੋਣੀ ਹੈ। ਜਿਵੇਂ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਅਸੈਸਮੈਂਟ ਦਾ ਸਮਾਂ ਵੀ ਅਸੈਸਮੈਂਟ ਕਦੋਂ ਹੋਈ ਸੀ, ਹੁਣ ਫਰਦਰ ਅਸੈਸਮੈਂਟ ਕਦੋਂ ਹੋਣੀ ਹੈ, ਕਿੰਨੇ ਸਾਲਾਂ ਬਾਅਦ ਹੋਣੀ ਹੈ, 20 ਸਾਲਾਂ ਬਾਅਦ ਹੋਣੀ ਹੈ, 30 ਸਾਲਾਂ ਬਾਅਦ ਹੋਣੀ ਹੈ। 53 ਦੇ ਸਬਸੈਕਸ਼ਨ 2 ਦੇਖੋ, 53 ਦਾ ਸਬਸੈਕਸ਼ਨ 2 ਹੈ, the period fixed under subsection 1 shall be 40 years। ਇਹ ਜਿਹੜਾ 40 ਸਾਲ ਦਾ ਪੀਰੀਅਡ ਹੋਏਗਾ, ਮਤਲਬ 40 ਸਾਲਾਂ ਬਾਅਦ ਦੁਬਾਰਾ ਅਸੈਸਮੈਂਟ ਹੋਏਗੀ। ਪਰ ਅੱਗੇ ਜਾ ਕੇ ਉਹਨਾਂ ਕੁਝ ਸ਼ਰਤਾਂ ਦਿੱਤੀਆਂ ਨੇ, ਉਹਨਾਂ ਸ਼ਰਤਾਂ ਨੂੰ ਮੰਦੇ ਨਜ਼ਰ ਰੱਖਦੇ ਹੋਏ ਉਹ ਘਾਟਾ ਵਾਧਾ ਵੀ ਹੋ ਸਕਦਾ ਹੈ ਇਸ ਪੀਰੀਅਡ ਦੇ ਵਿੱਚ। ਪਰ ਇਹ ਜਿਹੜਾ ਪੀਰੀਅਡ ਹੈ ਦਿੱਤਾ ਗਿਆ ਅਸੈਸਮੈਂਟ ਦਾ ਬੰਦੋਬਸਤ ਦਾ ਜਿਹੜਾ ਸਮਾਂ ਹੈ ਇਹ ਐਕਟ ਦੇ ਵਿੱਚ ਪ੍ਰੋਵਾਈਡਡ ਹੈ 40 years। ਇਹ 'ਚ ਕੀ ਹੈ, ਇਹ 10 ਤੋਂ 40 ਸਾਲ ਦੇ ਵਿਚਕਾਰ ਵੀ ਹੋ ਸਕਦਾ ਹੈ। A period not exceeding 40 years and not shorter than 10 years may be fixed for any area specified by the state government in which canal irrigation has been introduced after the date of the orders passed। ਜਿਵੇਂ ਕਿਸੇ ਏਰੀਆ ਦੇ ਵਿੱਚ ਨਹਿਰੀ ਪਾਣੀ ਦਾ ਜਾਂ ਨਵੀਂ ਨਹਿਰ ਨਿਕਲੀ ਹੈ ਕੋਈ,
है जी। उत्थे सरकार कहती है भी ना जी इत्थे तां असीं सरकार ने इन्ना पैसा खर्च कर दिता, हुण फसल की पैदावार वध गई, ठीक है, जल्दी असेसमेंट करो, फसल की पैदावार वध गई, जल्दी असेसमेंट की जाए। पर फिर भी इत्थे भी शर्त रखी है एक्ट दे विच भी 10 साल तो 40 साल के विचकार तुसीं 10 साल तो पहला असेसमेंट नहीं कर सकते। ये नहीं है भी तुसीं चक 5 साल बाद तुसीं नहरी पानी देता उत्थे लोकां नूं तां सरकार कहे भी असीं 8 साल बाद ही असेसमेंट करवा लैणे आ दोबारा रीअसेसमेंट नहीं, 10 साल तो पहला असेसमेंट नहीं करा सकते, 10 साल तो 40 साल के समय के विचकार कराई जा सकती है। 40 साल तो पहला सरकार करना चाहती है तो 10 ईयर का एक फिक्स डेट दी है भी 10 साल तो पहला नहीं करा सकते। फिर हैगा सब क्लास 2 ਦੇ ਵਿੱਚ ਪੀਰੀਅਡ not exceeding 40 years not shorter than 20 years may be fixed on the expiry of the period of period ਜੇ ਕਿ 10 ਮੰਨ ਲਓ 10 ਸਾਲ ਦਾ ਜਾਂ 11 ਸਾਲ ਦਾ ਸਮਾਂ ਦਿੱਤਾ ਸੀਗਾ ਦੁਬਾਰਾ ਰੀਅਸੈਸਮੈਂਟ ਕਰਾਉਣ ਦੇ ਲਈ, ਉਹ ਸਮਾਂ ਵੀ ਮਿਆਦ ਪੂਰੀ ਹੋ ਗਈ, ਅਸੈਸਮੈਂਟ ਪੂਰੀ ਨਹੀਂ ਹੋਈ, ਫਿਰ ਦੁਬਾਰਾ ਜੇ ਕੋਈ ਸਮਾਂ ਨਿਯਤ ਹੁੰਦਾ ਤਾਂ ਵੀ ਫਿਰ ਉਹ ਜਿਹੜਾ 20 ਤੋਂ 40 ਸਾਲ ਦੇ ਵਿਚਕਾਰ ਹੋ ਸਕਦਾ ਹੈ, ਉਦੋਂ ਪਹਿਲਾਂ ਨਹੀਂ ਹੋ ਸਕਦਾ ਜੇ ਇੱਕ ਵਾਰੀ ਅਸੈਸਮੈਂਟ ਹੋ ਜਾਂਦੀ ਹੈ। ठीक है जी। सैक्शन 54 है असेसमेंट टू रिमेन इन फोर्स टिल न्यू असेसमेंट। जी असेसमेंट एक बार बंदोबस्त हो गया, जब तक अगला असेसमेंट अगला बंदोबस्त नहीं होता उद तक वो जो बंदोबस्त है वो रिमेन फोर्स रहेगा, यानी कि एज इट चलता रहेगा। ठीक है जी। आगे सैक्शन 50 है 55 है रिफ्यूजल टू बी लाइबल फॉर द असेसमेंट एंड कॉन्सिक्वेंस देयर ऑफ। जो कोई बंदा इस जी असेसमेंट हुई है वो रिफ्यूजल करता है भी मेरे तो यह मंजूर नहीं हैगी ਤਾਂ ਕੀ ਹੈ ਕਲੈਕਟਰ ਜਿਹੜੀ ਉਹਦੀ ਪ੍ਰਾਪਰਟੀ ਹੈ ਉਹਨੂੰ ਕਬਜ਼ੇ 'ਚ ਲੈ ਸਕਦਾ ਹੈ। When a revenue officer receives a notice under subsection clause 1, collector may take possession of the estate and deal with it as nearly as may be if the annulment of the assessment ordered as a process for the recovery of the areas of the land revenue। ਤਾਂ ਕੀ ਹੈ ਅਨਲਮੈਂਟ ਕੀ ਹੁੰਦੀ ਹੈ? ਅਨਲਮੈਂਟ ਹੁੰਦਾ ਜਦੋਂ ਕੋਈ ਅਸੈਸਮੈਂਟ ਹੋਈ ਹੋਵੇ ਉਹਦੀ ਅਸੈਸਮੈਂਟ ਨੂੰ ਅਨਲਮੈਂਟ ਕਰਦੀ ਹੈ। ਜਦੋਂ ਕੋਈ ਅਸੈਸਮੈਂਟ ਅਨਲ ਹੋ ਜਾਂਦੀ ਹੈ ਤਾਂ ਇਟ ਮੀਨਸ ਜਿਹੜੀ ਪ੍ਰਾਪਰਟੀ ਹੈ ਉਹ ਸਰਕਾਰ 'ਚ ਵੈਸਟ ਹੋ ਜਾਂਦੀ ਹੈ। ਅਸੈਸਮੈਂਟ ਕਰਕੇ ਹੀ ਅਸੀਂ ਪ੍ਰਾਪਰਟੀ ਨੂੰ ਮਾਲਕ ਓਨਰਸ਼ਿਪ ਦੇ ਰਾਈਟਸ ਦਿੰਦੇ ਹਾਂ। ਪਹਿਲਾਂ ਇਹ ਸਾਰੀਆਂ ਪ੍ਰਾਪਰਟੀਆਂ ਸਰਕਾਰ ਦੀਆਂ ਸੀਗੀਆਂ, ਸਰਕਾਰ ਲੋਕਾਂ ਤੋਂ ਇਸ ਪ੍ਰਾਪਰਟੀ ਨੂੰ ਵਾਹਨ ਦੇ ਵਿੱਚ ਮਾਮਲਾ ਇਨ ਕਾਇੰਡ ਲੈਂਦੀ ਸੀਗੀ। ਫਿਰ ਸਮਾਂ ਬਦਲਿਆ, ਸਰਕਾਰ ਨੇ ਇਨ ਕਾਇੰਡ ਨੂੰ ਖਤਮ ਕਰਦੇ ਹੋਏ ਇਹਦੇ ਤੇ ਪੱਕਾ ਲਮਸਮ ਅਮਾਊਂਟ ਅਸੈਸਮੈਂਟ ਕਰਕੇ ਲਮਸਮ ਅਮਾਊਂਟ ਜਿਹੜੀ ਸੀਗੀ ਵਾਹਨ ਦੇ ਇਵਜ਼ ਦੇ ਸਰਕਾਰ ਲੋਕਾਂ ਕੋਲ ਪਬਲਿਕ ਲੈਣੀ ਸ਼ੁਰੂ ਕਰ ਦਿੱਤੀ। ਜੇਕਰ ਕਿਤੇ ਇਦਾਂ ਦੀ ਗੱਲ ਆਉਂਦੀ ਹੈ ਕੋਈ ਬੰਦਾ ਰਿਫਿਊਜ਼ ਕਰਦਾ ਹੈ ਸਰਕਾਰ ਦੀ ਕੀਤੀ ਗਈ ਅਸੈਸਮੈਂਟ ਨੂੰ, ਤਾਂ ਸਰਕਾਰ ਉਸ ਦੀ ਜਿਹੜੀ ਅਸੈਸਮੈਂਟ ਹੈ ਉਹਨੂੰ ਅਨਲ ਕਰ ਸਕਦੀ ਹੈ, ਯਾਨੀ ਕਿ ਰੱਦ ਕਰ ਸਕਦੀ ਹੈ। ਜਦੋਂ ਉਹਦੀ ਅਸੈਸਮੈਂਟ ਰੱਦ ਹੋ ਜਾਂਦੀ ਹੈ ਤਾਂ ਇਟ ਮੀਨਸ ਇਹ ਕਰੀਏ ਵੀ ਜਿਹੜੀ ਪ੍ਰਾਪਰਟੀ ਸਰਕਾਰ ਦੀ ਬਣ ਜਾਂਦੀ ਹੈ, ਸਰਕਾਰ ਦੀ ਪ੍ਰਾਪਰਟੀ ਬਣ ਗਈ, ਸਰਕਾਰ ਉਹਦਾ ਕਬਜ਼ਾ ਲੈ ਲੈਂਦੀ ਹੈ। ठीक है जी। while the state is in possession of the collector landowner, the landowner ਤੇ landowner entitled ਹੈ, ਕਾਹਦੇ ਲਈ entitled ਹੈ? ਉਹ ਆਪਦੇ ਖਰਚੇ ਪੱਠੇ ਦੇ ਵੀ entitled ਹੈ, ਉਸ ਨੂੰ ਵੀ ਘਰ ਦੇ ਗੁਜ਼ਾਰੇ ਲਈ ਸਰਕਾਰ ਵੱਲੋਂ ਕੋਈ ਜਿਹੜਾ ਹੈਗਾ ਮੁਆਵਜ਼ਾ ਰਕਮ ਦਿੱਤੀ ਜਾਣੀ ਬਣਦੀ ਹੈ। ਇਨਕਮ 10% less than 5 or more than 10%, यानी कि उस प्रॉपर्टी की जिन्नी वैल्यू पैदावार होंगी है उस प्रॉपर्टी तो वह 5 या 10% के विचकार उस बंदे को दिता जाना पैंदा सरकार वालों। विश्व की जी प्रॉपर्टी है उसकी जी असैसमेंट है नल हो चुकी है, कब्जा सरकार को आ चुका होवे। ठीक है जी। उसका 5 या 10% उसको दिता जाना बनता है। ये तो काफी लंबा चैप्टर है जी, बाकी आप कल करांगे इहदे लई, अज खत्म नहीं होंदा। सैक्शन 55 तक आप खत्म कर चुके हैं। काफ़ी डिटेल हैगी ये। हुण आप क्लास शुरू करिए जी उर्दू की। हाँ हाँ पूछो। रिकॉर्ड ऑफ राइट की मेरे अपडेट करना ਤੇ ਉਹ ਆਪਾਂ ਰਿਕਾਰਡ ਆਫ ਰਾਈਟ ਸੈਕਸ਼ਨ 31 ਆਪਾਂ ਹੁਣੇ ਪੜ੍ਹ ਕੇ ਹਟੇ ਆ। ਰਿਕਾਰਡ ਆਫ ਰਾਈਟਸ ਕੀ ਹੁੰਦਾ ਹੈ? ਸੈਕਸ਼ਨ 31 ਹੈ, ਚੱਕ ਕੇ ਲਿਖੋ ਜੀ ਸਾਰਾ। ਕਿੰਨੇ ਨੰਬਰ ਦਾ ਕੁਐਸਚਨ ਹੈ? ਰਿਕਾਰਡ ਆਫ ਅਪਡੇਟ ਜਿਹੜਾ ਐਨੂਅਲ ਰਿਕਾਰਡ ਹੈ, ਜਿਹੜਾ ਐਨੂਅਲ ਰਿਕਾਰਡ ਹੈ ਇੰਤਕਾਲ, ਰੋਜ਼ਨਾਮੇ, ਗਰਦੌਰੀਆਂ, ਇਹ ਸਾਰੀ ਅਪਡੇਸ਼ਨ ਜਿਹੜੀ ਆਪਾਂ ਸਮੇਂ-ਸਮੇਂ ਤੇ ਇੰਤਕਾਲ ਦਰਜ ਕਰਦੇ ਆ, ਰਾਪਟ ਰੋਜ਼ਨਾਮੇ ਦਰਜ ਕਰਦੇ ਆ।
ਹੈ ਜੀ, ਗਰਦਾਵਰੀ ਦੇ ਹਵਾਲੇ ਦਿੰਦੇ ਆ। ਇਹ ਸਾਰੀ ਆਪਰੇਸ਼ਨ ਹੈ, ਇਹ ਸਾਰੀ ਰੈਵਨਿਊ ਮਤਲਬ ਕਿ ਰਿਕਾਰਡ ਆਫ ਰਾਈਟਸ ਦੀ ਆਪਰੇਸ਼ਨ ਹੈ ਸਾਰੀ ਦੀ ਸਾਰੀ, ਜਿਹਨੂੰ ਆਪਾਂ ਐਨੂਅਲ ਰਿਕਾਰਡ ਕਹਿ ਦਿੰਦੇ ਆ। ਇਹ ਉਹਦੀ ਆਪਰੇਸ਼ਨ ਹੈ ਜੋ ਕਿ 5 ਸਾਲ ਬਾਅਦ ਜਾ ਕੇ ਵਿੱਚ ਰੀਪਰੋਡਿਊਸ ਹੋ ਜਾਂਦੀ ਹੈ ਜੀ। ਹਾਂਜੀ। ਸੈਕਸ਼ਨ 31 ਹੈ ਜੀ, ਯਾਦ ਰੱਖਿਓ, ਜ਼ਬਾਨੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਆਪਾਂ ਡਿਸਕਸ ਕਰ ਲਿਆ ਕਰੀਏ, ਇਸ ਕਰਕੇ ਜਿਹੜੇ ਸੈਕਸ਼ਨਸ ਨੇ ਨਾ, ਸਮਾਂ ਜ਼ਿਆਦਾ ਲੱਗਦਾ ਹੈ ਇੰਡੈਕਸ ਲੱਭਣ ਤੇ, ਪਰ ਜਦੋਂ ਤੁਸੀਂ ਡਿਟੇਲ 'ਚ ਪੜ੍ਹਦੇ ਹੋਵੋਗੇ ਹੁਣ ਤੁਹਾਨੂੰ ਆਪਣੇ ਆਪ ਜ਼ਬਾਨੀ ਯਾਦ ਹੋ ਜਾਣਗੇ। ਸੈਕਸ਼ਨ 4 ਹੈ ਜੀ, ਆਬਾਦੀ ਦੇ ਦੀ ਹੈ ਜੀ। ਸੈਕਸ਼ਨ 6 ਹੈ ਰੈਵਨਿਊ ਕਲਾਸ ਰੈਵਨਿਊ ਆਫਿਸਰਸ ਨੇ। ਸੈਕਸ਼ਨ 13 ਅਪੀਲ ਦੀ ਹੈ। ਸੈਕਸ਼ਨ ਹੈ ਜੀ, ਸੈਕਸ਼ਨ 14 ਹੈ ਲਿਮਿਟੇਸ਼ਨ ਆਫ ਅਪੀਲ ਹੈ। ਸੈਕਸ਼ਨ 15 ਰਿਵਿਊ। ਸੈਕਸ਼ਨ 16 ਰਿਵੀਜ਼ਨ। ਸੈਕਸ਼ਨ 20 ਆਪਣਾ ਸਰਵਿਸ ਆਫ ਸਮਨ। ਸਰ ਜੀ ਸਵਾਲ ਪੁੱਛਿਆ ਜਾਂਦਾ ਜੀ। ਹਾਂਜੀ ਸਰ ਸੀਪੀਸੀ ਦਾ ਕਦੋਂ ਲਗਵਾ ਜੀ? ਹੈ ਜੀ, ਸੀਪੀਸੀ ਦਾ ਕਦੋਂ ਜੀ? ਸੀਪੀਸੀ ਆਪਾਂ ਦੇਖੋ ਇਹ ਸੈਕਸ਼ਨ ਇਹ ਚੈਪਟਰ ਇਹ ਆ ਜਿਹੜਾ ਹੈਗਾ ਆਪਣਾ, ਇਹ ਖਤਮ ਕਰਕੇ ਆਪਾਂ ਰੈਗੂਲਰ ਚੱਲਾਂਗੇ। ਰੈਗੂਲਰ ਚੱਲਾਂਗੇ ਜੀ, ਇਦਾਂ ਮਤਲਬ ਕਿ ਵਿਚਕਾਰ ਰੈਂਡਮਲੀ ਨਾ ਕਰਦੇ। ਜ਼ਿਆਦਾ ਤੋਂ ਜ਼ਿਆਦਾ ਆਪਾਂ ਜਿਹੜਾ 2 ਨੰਬਰ ਹੈਗਾ ਤੁਹਾਡਾ ਪੇਪਰ ਹੈਗਾ, ਉਹਨੂੰ ਆਪਾਂ ਬੈਕ ਤੇ ਕਰ ਸਕਦੇ ਹਾਂ, ਕਿਉਂਕਿ 2 ਨੰਬਰ ਬਾਰੇ ਸਾਰਿਆਂ ਨੂੰ ਜਾਣਕਾਰੀ ਹੁੰਦੀ ਹੈ। ਇਹਦੇ ਤੇ ਸਮਾਂ ਜ਼ਿਆਦਾ ਬਰਬਾਦ ਕਰਦੇ ਆ। ਇਹਨੂੰ ਆਪਾਂ ਜਿਹੜੇ ਔਖੇ ਪੇਪਰ ਨੇ, ਜਿਵੇਂ ਪੇਪਰ ਨੰਬਰ 3, ਪੇਪਰ 4, 5, 6, ਇਹ ਔਖੇ ਪੇਪਰ ਨੇ। ਮੈਂ ਥੋੜਾ ਜਿਹਾ ਜ਼ਿਆਦਾ ਇਹਨਾਂ ਦੇ ਉੱਪਰ ਪਹਿਲਾਂ ਚਾਹੁੰਦਾ ਵੀ ਇਹ ਪਹਿਲਾਂ ਤੁਹਾਡੇ ਵੱਲੋਂ ਕਰ ਲਏ ਜਾਣ। ਹਾਂ, ਮੈਂ ਇੱਕ ਕਰਕੇ ਮੇਰੀ ਸਲਾਹ ਹੈਗੀ ਹੈ। ਬਾਕੀ ਤੁਹਾਡੀ ਸਾਰਿਆਂ ਦੇ ਜੋ ਵੀ ਤੁਹਾਡਾ ਕਾਮਨ ਬਣੇਗਾ, ਤੇ ਮੈਂ ਸੋਚਾਂਗਾ ਵੀ ਇੱਕ ਖਤਮ ਕਰਕੇ ਅਸੀਂ 3 ਨੰਬਰ ਸ਼ੁਰੂ ਕਰ ਲਈਏ, ਕਿਉਂਕਿ ਦੈਟ ਇਜ਼ ਵੈਰੀ ਟਫ ਪੇਪਰ ਹੈਗਾ 3 ਨੰਬਰ। ਫਿਰ 4, 5, 6 ਹੋ ਜਾਏਗਾ, ਫਿਰ ਇਸ ਨੂੰ ਅਸੀਂ 2 ਨੰਬਰ ਤੇ ਲੈ ਜਾਈਏ। 7 ਨੰਬਰ ਸਾਡਾ ਨਾਲ ਹੋ ਹੀ ਰਿਹਾ ਹੈ ਜੀ। ਕੋਈ ਚਿੰਤਾ ਦੀ ਗੱਲ ਨਹੀਂ ਹੈ। ਜੇ ਸਾਨੂੰ ਕੋਈ ਲੱਗਦਾ ਵੀ ਸਮੇਂ ਦੀ ਕੋਈ ਘਾਟ ਵੱਧ ਲੱਗਦੀ ਹੈ ਤਾਂ ਅਸੀਂ ਕਲਾਸ ਨੂੰ ਡਬਲ ਵੀ ਕਈ ਵਾਰੀ ਕਰ ਦਿੰਦੇ ਹਾਂ, ਈਵਨਿੰਗ ਮਾਰਨਿੰਗ, ਹੈ ਜੀ। ਹਾਂ, ਪਰ ਇਹ ਵੀ ਸਟੱਡੀ ਥੋੜੀ ਇਦਾਂ ਦੀ ਹੋਣੀ ਚਾਹੀਦੀ ਹੈ ਜਿਹੜੀ ਤੁਹਾਨੂੰ ਮਤਲਬ ਕਿ ਇਹ ਪਤਾ ਹੋਵੇ ਸੁਣਦੇ ਹੀ ਵੀ ਮੈਂ ਮਤਲਬ ਕਿ ਕੁਐਸਚਨ ਨੇ ਐਗਜ਼ਾਮੀਨਰ ਨੇ ਕੀ ਕੁਐਸਚਨ ਪੁੱਛਿਆ ਤੇ ਇਹ ਕਿੱਥੇ ਹੋਣਾ ਚਾਹੀਦਾ। ਠੀਕ ਹੈ ਜੀ। ਹਾਂ, ਮੈਨੂੰ ਲੱਗਦਾ ਤੁਹਾਨੂੰ ਕਾਫੀ ਜੋ ਅਸੀਂ ਪਿੱਛੇ ਪੜ੍ਹਿਆ ਤੁਹਾਨੂੰ ਯਾਦ ਹੋਏਗਾ, ਹੁਣ ਪਤਾ ਲੱਗ ਗਿਆ ਹੋਗਾ ਵੀ ਕਿੱਥੇ ਕਿੱਥੇ ਕੀ ਪਿਆ ਹੈਗਾ। ਸਕਰੀਨ ਆ ਗਈ ਤੁਹਾਡੇ?